या मॉर्निंग स्टूडेंट्स। सब तो पहले कमेंट करके दस दो कि आवाज़ क्लीयर आ रही है, ऑडिबल है। दूजा स्क्रीन की विजिबिलिटी ऑब्वियसली आवाज़ दस दो क्लीयर आ रही है। बाकी सारे अपना 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 माइक बंद कर दो। या ठीक है भाई, आप पिछली क्लासेस ਦੇ ਵਿੱਚ ਸਿੰਪਲ ਇੰਟਰਸਟ ਕੰਪਾਊਂਡ ਇੰਟਰਸਟ ਖਤਮ ਕੀਤਾ। ਅੱਜ ਦੀ ਕਲਾਸ 'ਚ ਆਪਾਂ ਟਾਈਮ ਐਂਡ ਵਰਕ ਸ਼ੁਰੂ ਕਰਨਾ ਹੈ। ਬਟ ਟਾਈਮ ਐਂਡ ਵਰਕ ਚੈਪਟਰ ਬਾਰੇ ਮੋਟਾ ਜਿਹਾ ਸਾਰਿਆਂ ਨੂੰ ਪਤਾ ਹੋਊਗਾ ਵੀ ਕੋਈ ਇੱਕ ਬੰਦਾ ਕਿਸੇ ਕੰਮ ਨੂੰ 15 ਦਿਨਾਂ 'ਚ ਕਰਦਾ, ਦੂਜਾ ਬੰਦਾ ਉਸੇ ਕੰਮ ਨੂੰ 25 ਦਿਨਾਂ 'ਚ ਕਰਦਾ। ਜੇ ਇਕੱਠੇ ਕੰਮ ਕਰਨ ਲੱਗ ਜਾਣ ਉਹੀ ਕੰਮ ਕਿੰਨੇ ਦਿਨਾਂ 'ਚ ਖਤਮ ਹੋਊਗਾ, ਇਹੋ ਜਿਹਾ ਕੋਈ ਕੁਐਸਚਨ ਹੁੰਦਾ ਹੈਗਾ। ਇਹੀ ਆਪਾਂ ਪੜ੍ਹਿਆ ਹੁਣ ਤੱਕ। ਆਪਾਂ ਪੂਰੇ ਚੈਪਟਰ ਨੂੰ ਥੋੜਾ ਡਿਟੇਲ 'ਚ ਪੜਾਂਗੇ। ਇਹ ਵੀ ਚੈਪਟਰ ਕੰਪਾਊਂਡ ਇੰਟਰਸਟ ਵਰਗਾ ਚੈਪਟਰ ਹੈ, ਓਨਾ ਕੀ ਲੰਬਾ ਚੈਪਟਰ ਹੈ, ਓਨਾ ਹੀ ਆਪਾਂ ਮਤਲਬ ਠਰਮੇ ਦੇ ਨਾਲ ਸਲੋ ਪੜ੍ਹਨਾ ਹੈਗਾ। ਮਤਲਬ ਬਹੁਤਾ ਸਲੋ ਨਹੀਂ ਹੋਵਾਂਗੇ ਕਿ ਬੋਰ ਹੋਵੋ, ਇੰਨਾ ਕੁ ਸਲੋ ਪੜਾਂਗੇ ਵੀ ਕੋਈ ਚੀਜ਼ ਕਿਸੇ ਨੂੰ ਐ ਨਾ ਲੱਗੇ ਯਾਰ ਵੀ ਮੈਂ ਪਿੱਛੇ ਰਹਿ ਗਿਆ, ਸਰ ਨੇ ਥੋੜਾ ਅੱਗੇ ਪੜਾਤਾ। ਆਪਾਂ ਉਨਾ ਕੁ ਸਲੋ ਪੜਾਂਗੇ ਵੀ ਜਿਹੜਾ ਸਭ ਤੋਂ ਹੌਲੀ ਸਮਝਣ ਵਾਲਾ ਬੱਚਾ ਹੋਊਗਾ ਉਹਨੂੰ ਸਮਝ ਆਉਂਦਾ ਰਹੇ, ਤੇ ਇੰਨਾ ਸਲੋ ਵੀ ਨਹੀਂ ਕਰਾਂਗੇ ਕਿ ਬੋਰ ਹੋਵੋ ਤੁਸੀਂ। ਤਾਂ ਟਾਈਮ ਐਂਡ ਵਰਕ ਚੈਪਟਰ ਸਮਝਣ ਤੋਂ ਪਹਿਲਾਂ ਇੱਕ ਸ਼ਬਦ ਆਉਂਦਾ ਐਫੀਸ਼ੀਐਂਸੀ। ਸਭ ਤੋਂ ਪਹਿਲਾਂ ਐਫੀਸ਼ੀਐਂਸੀ ਸ਼ਬਦ ਆ, ਇਹਦੇ ਬਾਰੇ ਜੋ ਪਤਾ ਹੈ ਕਮੈਂਟ ਕਰ ਦੋ ਕਿ ਐਫੀਸ਼ੀਐਂਸੀ ਕੀ ਹੁੰਦੀ ਆ। ਐਫੀਸ਼ੀਐਂਸੀ ਨੂੰ ਟਰਾਂਸਲੇਟ ਕਰ ਦੋ, ਜਾਂ ਉਹ ਦੱਸ ਦੋ ਯਾਰ ਵੀ ਦੋ ਪਰਸਨ ਨੇ, ਕੌਣ ਜ਼ਿਆਦਾ ਐਫੀਸ਼ੀਐਂਟ ਹੁੰਦਾ, ਕੌਣ ਘੱਟ ਐਫੀਸ਼ੀਐਂਟ ਹੁੰਦਾ। ਜੋ ਐਫੀਸ਼ੀਐਂਸੀ ਬਾਰੇ ਪਤਾ ਕਮੈਂਟ ਕਰ ਦੋ। ਵਟ ਇਜ਼ ਐਫੀਸ਼ੀਐਂਸੀ? ਆਪਾਂ ਟਾਈਮ ਐਂਡ ਵਰਕ ਚੈਪਟਰ ਦੇ ਵਿੱਚ ਸਭ ਤੋਂ ਪਹਿਲਾਂ ਐਫੀਸ਼ੀਐਂਸੀ ਸਮਝਣੀ ਹੈ ਕਿ ਐਫੀਸ਼ੀਐਂਸੀ ਕੀ ਹੁੰਦੀ ਹੈ, ਫਿਰ ਸਾਡਾ ਸਾਰਾ ਚੈਪਟਰ ਐਫੀਸ਼ੀਐਂਸੀ ਤੇ ਚੱਲੂਗਾ। ਸਾਡਾ ਸਾਰਾ ਹੀ ਚੈਪਟਰ ਐਫੀਸ਼ੀਐਂਸੀ ਤੇ ਚੱਲੂ। ਤੁਸੀਂ ਕੀ ਦੱਸਣਾ ਐਫੀਸ਼ੀਐਂਸੀ ਬਾਰੇ ਜੋ ਪਤਾ ਹੈ। ਜਾਂ ਮਨੀਸ਼ਾ ਕਹਿ ਰਹੀ ਹੈ ਕੈਪੇबिलिटी टू डू समथिंग, संदीप कहती कैपेसिटी टू डू सम वर्क। ऋषभ ने बिल्कुल सही कमेंट किया है, एक यूनिट टाइम में कितना वर्क, यूनिट टाइम च कितना काम कराया। या मनजीत की कहता जो बंदा घट समय च ज्यादा काम करता जी, बिल्कुल ठीक है भाई। कौन ज्यादा एफिशिएंट होंदा जिहड़ा घट समय च वध काम करता। मैं ए परसन हाँ, तुसीं बी परसन हो, मैं ए परसन हाँ, तुसीं बी परसन हो। आपां सेम काम करना है। सेम काम की करना है? पंजाब पुलिस सब इंस्पैक्टर का पेपर है, ਉਹਦੀ तैयारी करनी है। ਸਿਲੇਬਸ ਤਾਂ ਸਾਡੇ ਦੋਵਾਂ ਲਈ ਸੇਮ ਹੋ ਗਿਆ ਨਾ, ਏ ਪਰਸਨ ਲਈ ਤੇ ਬੀ ਪਰਸਨ ਲਈ ਸਿਲੇਬਸ ਸੇਮ ਹੈ ਕਿ ਇੱਕੋ ਪੇਪਰ ਦੀ ਤਿਆਰੀ ਕਰਨੀ ਹੈ, ਤਾਂ ਮਤਲਬ ਸੇਮ ਵਰਕ ਕਰਨਾ ਹੈ। ਫਿਰ ਕੌਣ ਜ਼ਿਆਦਾ ਐਫੀਸ਼ੀਐਂਟ ਹੋਊਗਾ, ਕੌਣ ਘੱਟ ਐਫੀਸ਼ੀਐਂਟ ਹੋਊਗਾ? ਵੀ ਦੇਖੋ ਸੇਮ ਵਰਕ ਕਰਨਾ ਸੀ, ਆਪਾਂ ਇੱਕੋ ਜਿੰਨਾ ਸਿਲੇਬਸ ਤਿਆਰ ਕਰਨਾ ਸੀ। ਤੁਸੀਂ ਉਹ ਸਿਲੇਬਸ 20 ਦਿਨਾਂ 'ਚ ਹੀ ਤਿਆਰ ਕਰ ਲਿਆ, ਮੈਂ ਉਹੀ ਸਿਲੇਬਸ 1.5 ਮਹੀਨੇ 'ਚ ਪੜ੍ਹਿਆ। ਤਾਂ ਸਾਡੇ 'ਚ ਕੌਣ ਜ਼ਿਆਦਾ ਐਫੀਸ਼ੀਐਂਟ ਹੈ, ਕੌਣ ਘੱਟ ਐਫੀਸ਼ੀਐਂਟ ਹੈ? ਕੰਮ ਤਾਂ ਆਪਾਂ ਦੋਵਾਂ ਨੇ ਬਰਾਬਰ ਕੀਤਾ, ਪਰ ਤੁਸੀਂ ਉਹੀ ਕੰਮ 20 ਦਿਨਾਂ 'ਚ ਕਰ ਲਿਆ, मैं 1.5 घंटा 1.5 महीना ला के किया। तो मैं इन्ना ज्यादा समा लै रहा, 1.5 महीना लै रहा। किवें लै रहा? क्योंकि मैं डेली थोड़ा थोड़ा पढ़िया। मैं क्या यार मैनू होर काम बहुत ने, झोना लाउणा, आ करना, वो करना, मैं इन्ना की पढ़ सकदा दिन च। तुसीं वेले सी, तुसीं आपदा पूरा टाइम लाया दिन च, तो इस करके तुसीं 20 दिनां च सिलेबस निबेड़ता, मैनू 1.5 महीना लग गया। तो कौन ज्यादा एफिशिएंट है? काम बराबर किया है। तो जिहड़ा बंदा उसे काम नूं घट समय च कर रहा है वो ज्यादा एफिशिएंट है। ਜਿਹੜਾ ਬੰਦਾ ਉਹੀ ਕੰਮ ਕਰਨ ਦੇ ਲਈ ਵੱਧ ਸਮਾਂ ਲੈ ਰਿਹਾ ਉਹ ਘੱਟ ਐਫੀਸ਼ੀਐਂਟ ਹੈ। ਤਾਂ ਜਿਹੜੀ ਇੱਥੇ ਮਨੀਸ਼ਾ ਨੇ ਤੇ ਹੋਰ ਸਟੂਡੈਂਟਸ ਨੇ, ਰਿਸ਼ਵ ਨੇ, ਸੰਦੀਪ ਨੇ ਕਮੈਂਟ ਕੀਤੇ ਨੇ ਕਿ ਕੈਪੈਸਿਟੀ ਮਤਲਬ ਐਫੀਸ਼ੀਐਂਸੀ ਕੀ ਹੁੰਦੀ ਹੈ? ਕਿਸੇ ਕੰਮ ਨੂੰ ਕਰਨ ਦੀ ਸਾਡੀ ਕੈਪੇਬਿਲਿਟੀ। ਪੰਜਾਬੀ 'ਚ ਕਹਿ ਦਿੰਦੇ ਆ ਨਾ ਕੰਮ ਕਰਨ ਨੂੰ ਕਾਬਲੀਅਤ, ਹਿੰਦੀ 'ਚ ਕਹਿ ਦਿੰਦੇ ਸ਼ਮਤਾ। ਕੈਪੈਸਿਟੀ ਜਾਂ ਐਬਿਲਿਟੀ ਟੂ ਡੂ ਵਰਕ, ਕਿ ਬਈ ਯਾਰ ਸਾਡੀ ਕੰਮ ਕਰਨ ਦੀ ਕੈਪੈਸਿਟੀ ਕੀ ਆ, ਉਹ ਸਾਡੀ ਐਫੀਸ਼ੀਐਂਸੀ ਹੈ। ਅਸੀਂ ਉਹਨੂੰ ਚੈਪਟਰ ਦੀਆਂ ਟਰਮਸ ਦੇ ਵਿੱਚ ਸਮਝਾਂਗੇ ਕਿ ਐਫੀਸ਼ੀਐਂਸੀ ਹੁੰਦੀ ਕੀ ਹੈ ਤੇ ਉਹਨੂੰ ਸਮਝਣਾ ਕਿਵੇਂ। ਜੋ ਰਿਸ਼ਵ ਦਾ ਕਮੈਂਟ ਉਹ ਬਿਲਕੁਲ ਸਹੀ ਕਮੈਂਟ ਹੈਗਾ। ਤਾਂ ਐਫੀਸ਼ੀਐਂਸੀ ਸਮਝਣ ਦੇ ਲਈ ਆਪਾਂ ਇੱਕ ਐਗਜ਼ਾਮਪਲ ਲੈਂਦੇ ਹਾਂ। ਲੈਟਸ ਸਪੋਜ਼ ਆ 200 ਪੇਜਾਂ ਦੀ ਇੱਕ ਕਿਤਾਬ ਆ, ਇੱਕ ਕਿਤਾਬ ਹੈ 200 ਪੇਜਾਂ ਦੀ। ਏ ਪਰਸਨ ਤੇ ਬੀ ਪਰਸਨ सेम काम करते हैं। की काम करते हैं? दोवें जाने 200 पेज वाली किताब पढ़ते हैं। ए ने भी वही 200 पेज वाली किताब पढ़नी है, बी ने भी वही किताब पढ़नी है। मतलब दोनों का टोटल वर्क सेम है। टोटल वर्क सेम है, किन्ने टाइम च टोटल वर्क किया। ए परसन वो किताब 5 दिनों च पढ़ के वेला हो गया। ए परसन वो किताब 5 दिनों च पढ़ के वेला हो गया। बी परसन ने वही किताब 20 दिनों च पढ़ी। ए ते बी ने सेम काम करना सी। कितना काम करना सी? 200 पेजां दी एक किताब पढ़नी सी सेम। तो ए ने वो किताब 5 दिनों च पढ़ दी, बी ने वो किताब
20 ਦਿਨਾਂ ਚ ਪੜ੍ਹੀ ਤਾਂ ਕੌਣ ਜ਼ਿਆਦਾ ਐਫੀਸ਼ੀਐਂਟ ਹੈ? ਜਲਦੀ ਕਮੈਂਟ ਕਰਕੇ ਦੱਸੋ ਕੌਣ ਜ਼ਿਆਦਾ ਐਫੀਸ਼ੀਐਂਟ ਹੈ। ਜਾਂ ਗੁਰਵਿੰਦਰ ਮੋਰਨਿੰਗ। ਪੰਕਜ ਤੈਨੂੰ ਛੱਡ ਕੇ ਸਾਰਿਆਂ ਦਾ ਕਮੈਂਟ ਏ ਆ ਰਿਹਾ। ਬਿਲਕੁਲ ਠੀਕ ਹੈ, ਏ ਜ਼ਿਆਦਾ ਐਫੀਸ਼ੀਐਂਟ ਹੈ। ਕਿਵੇਂ ਜ਼ਿਆਦਾ ਐਫੀਸ਼ੀਐਂਟ ਹੈ? ਮਤਲਬ ਤੁਸੀਂ ਕੀ ਦਿਮਾਗ ਲਾਇਆ ਵੀ ਏ ਜ਼ਿਆਦਾ ਐਫੀਸ਼ੀਐਂਟ ਹੈ? ਘੱਟ ਸਮੇਂ 'ਚ ਪੂਰਾ ਕੰਮ ਕਰੀ ਜਾਂਦਾ। ਏ ਪਰਸਨ ਪੂਰਾ ਸੇਮ ਕੰਮ ਕਰਨ ਦੇ ਲਈ ਘੱਟ ਸਮਾਂ ਲੈ ਰਿਹਾ ਤਾਂ ਜ਼ਿਆਦਾ ਐਫੀਸ਼ੀਐਂਟ ਹੈ। ਬੀ ਜ਼ਿਆਦਾ ਸਮਾਂ ਲੈ ਰਿਹਾ ਤਾਂ ਘੱਟ ਐਫੀਸ਼ੀਐਂਟ ਹੈ। ਸਾਰਿਆਂ ਨੇ ਇੱਥੋਂ ਅੰਦਾਜ਼ਾ ਲਾਇਆ ਪੰਕਜ ਗਲਤ ਆਨਸਰ ਹੈ, ਬਾਕੀ ਸਾਰਿਆਂ ਦਾ ਆਨਸਰ ਸਹੀ ਹੈ। ਪੰਕਜ ਧਿਆਨ ਨਾਲ ਦੇਖ ਦੁਬਾਰਾ। ਪਰ ਇੱਥੋਂ ਸਾਨੂੰ ਐਫੀਸ਼ੀਐਂਸੀ ਸਮਝ ਤਾਂ ਨਹੀਂ ਲੱਗੀ ਨਾ ਕਿ ਐਫੀਸ਼ੀਐਂਸੀ ਕੀ ਹੈ। ਇੱਥੋਂ ਤਾਂ ਸਾਨੂੰ ਟਾਈਮ ਤੋਂ ਐਫੀਸ਼ੀਐਂਸੀ ਬਾਰੇ ਪਤਾ ਲੱਗ ਗਿਆ ਵੀ ਭਾਈ ਜਿਹਦਾ ਟਾਈਮ ਘੱਟ ਹੋਊਗਾ ਉਹ ਜ਼ਿਆਦਾ ਐਫੀਸ਼ੀਐਂਟ ਹੁੰਦਾ। ਪਰ ਐਫੀਸ਼ੀਐਂਸੀ ਕੀ ਹੁੰਦੀ ਆ ਤੇ ਐਫੀਸ਼ੀਐਂਸੀ ਹੈਗੀ ਕਿੰਨੀ ਆ, ਏ ਦੀ ਐਫੀਸ਼ੀਐਂਸੀ ਕਿੰਨੀ ਹੈ, ਬੀ ਦੀ ਐਫੀਸ਼ੀਐਂਸੀ ਕਿੰਨੀ ਹੈ, ਉਹ ਸਮਝਦੇ ਆ। ਤਾਂ ਉਹ ਕੀ ਆ, ਹੁਣ ਦੇਖੋ ਯਾਰ ਕੰਮ ਤਾਂ ਸੇਮ ਕੀਤਾ, 200 ਪੇਜਾਂ ਦੀ ਕਿਤਾਬ ਪੜ੍ਹੀ ਹੈ। ਏ ਪਰਸਨ 5 ਦਿਨਾਂ 'ਚ 200 ਪੇਜ ਪੜ੍ਹ ਰਿਹਾ ਹੈ। ਏ ਪਰਸਨ 5 ਦਿਨਾਂ 'ਚ 200 ਪੇਜ ਪੜ੍ਹ ਰਿਹਾ ਹੈ। ਡੇਲੀ ਕਿੰਨੇ ਪੇਜ ਪੜ੍ਹੇ ਹੋਣਗੇ? ਏ ਨੇ ਡੇਲੀ 40 ਪੇਜ ਪੜ੍ਹੇ ਹੋਣਗੇ। ਆਪਾਂ ਮੰਨ ਲੈਂਦੇ ਆ ਵੀ ਡੇਲੀ ਸੇਮ ਕੰਮ ਕੀਤਾ ਤਾਂ 5 ਦਿਨਾਂ 'ਚ 200 ਪੇਜ ਪੜ੍ਹਨ ਦਾ ਮਤਲਬ ਰੋਜ਼ 40 ਪੇਜ ਪੜ੍ਹੇ ਹੋਣਗੇ ਤਾਂ 500 ਦਿਨਾਂ 'ਚ ਪੂਰਾ ਹੋ 5 ਦਿਨਾਂ 'ਚ ਪੂਰਾ ਹੋ ਗਿਆ ਕੰਮ। ਬੀ ਪਰਸਨ ਨੇ ਉਹੀ 200 ਪੇਜ 20 ਦਿਨਾਂ 'ਚ ਪੜ੍ਹੇ ਤਾਂ ਜਿਹੜਾ ਬੰਦਾ 20 ਦਿਨਾਂ 'ਚ 200 ਪੇਜ ਪੜ੍ਹ ਰਿਹਾ ਉਹ ਡੇਲੀ ਕਿੰਨੇ ਪੇਜ ਪੜ੍ਹਦਾ ਹੋਊਗਾ? ਉਹ ਡੇਲੀ ਪੜ੍ਹਦਾ ਹੋਊਗਾ 10 ਪੇਜ। ਤਾਂ 20 ਦਿਨਾਂ 'ਚ 200 ਪੇਜ ਪੂਰੇ ਹੋ ਗਏ। ਤਾਂ ਕੌਣ ਜ਼ਿਆਦਾ ਐਫੀਸ਼ੀਐਂਟ ਹੈ? ਕੌਣ ਜ਼ਿਆਦਾ ਐਫੀਸ਼ੀਐਂਟ ਹੈ? ਜਿਹੜਾ ਬੰਦਾ ਡੇਲੀ ਜ਼ਿਆਦਾ ਕੰਮ ਕਰਦਾ ਉਹ ਜ਼ਿਆਦਾ ਐਫੀਸ਼ੀਐਂਟ ਹੈ, ਤੇ ਜਿਹੜਾ ਪਰਸਨ ਡੇਲੀ ਘੱਟ ਕੰਮ ਕਰਦਾ ਉਹ ਘੱਟ ਐਫੀਸ਼ੀਐਂਟ ਹੈ। ਤਾਂ ਐਫੀਸ਼ੀਐਂਸੀ ਕੀ ਹੁੰਦੀ ਹੈ? ਐਫੀਸ਼ੀਐਂਸੀ ਹੁੰਦੀ ਹੈ ਡੇਲੀ ਕਿੰਨਾ ਕੰਮ ਕੀਤਾ ਜਾ ਰਿਹਾ ਹੈ, ਇਹ ਐਫੀਸ਼ੀਐਂਸੀ ਹੁੰਦੀ ਹੈ। ਵਰਕ ਡਨ ਇਨ 1 ਯੂਨਿਟ ਟਾਈਮ, ਡੇਲੀ ਦਾ ਮਤਲਬ 1 ਦਿਨ, ਤਾਂ ਐਫੀਸ਼ੀਐਂਸੀ ਸਾਡੀ ਕੀ ਹੋਊਗੀ? ਵਰਕ ਡਨ ਇਨ 1 ਯੂਨਿਟ ਟਾਈਮ, ਟਾਈਮ ਦੀ 1 ਯੂਨਿਟ ਦੇ ਵਿੱਚ ਜਿੰਨਾ ਵੀ ਕੰਮ ਕੀਤਾ ਜਾ ਰਿਹਾ ਦੈਟ ਇਜ਼ ਐਫੀਸ਼ੀਐਂਸੀ। ਟਾਈਮ ਦੀ ਯੂਨਿਟ ਕੁਝ ਵੀ ਹੋ ਸਕਦੀ ਹੈ, ਦਿਨ ਵੀ ਹੋ ਸਕਦੇ ਆ, ਘੰਟੇ ਵੀ ਹੋ ਸਕਦੇ ਆ, ਮਿੰਟ ਵੀ ਹੋ ਸਕਦੇ ਆ, ਅਕੋਰਡਿੰਗਲੀ ਜਿਹਦੇ ਤੇ ਵੀ ਕੁਐਸਚਨ ਬਣਿਆ ਉਹਦੇ ਵਿੱਚ ਟਾਈਮ ਦੀ ਯੂਨਿਟ ਤਾਂ ਕੁਝ ਵੀ ਹੋ ਸਕਦੀ ਹੈ। 1 ਯੂਨਿਟ ਸਮੇਂ 'ਚ ਜਿੰਨਾ ਕੰਮ ਕੀਤਾ ਜਾ ਰਿਹਾ ਹੈ ਦੈਟ ਇਜ਼ ਐਫੀਸ਼ੀਐਂਸੀ। ਇੱਥੇ ਟਾਈਮ ਦੀ ਯੂਨਿਟ ਡੇਜ਼ ਦੇ ਵਿੱਚ ਕੁਐਸਚਨ ਚੱਲ ਰਿਹਾ ਤਾਂ ਟਾਈਮ ਦੀ ਯੂਨਿਟ ਡੇਜ਼ ਆ। 1 ਦਿਨ 'ਚ 40 ਪੇਜ ਪੜ੍ਹੇ ਜਾ ਰਹੇ ਨੇ, 1 ਦਿਨ 'ਚ 10 ਪੇਜ ਪੜ੍ਹੇ ਜਾ ਰਹੇ ਨੇ, ਤਾਂ ਇਹਦੀ ਐਫੀਸ਼ੀਐਂਸੀ 40 ਹੈ, ਇਹਦੀ ਐਫੀਸ਼ੀਐਂਸੀ 10 ਹੈ। ਜਿਹੜਾ 1 ਦਿਨ 'ਚ ਜ਼ਿਆਦਾ ਪੇਜ ਪੜ੍ਹ ਰਿਹਾ ਉਹ ਜ਼ਿਆਦਾ ਐਫੀਸ਼ੀਐਂਟ ਹੈ, ਜਿਹੜਾ 1 ਦਿਨ 'ਚ ਘੱਟ ਕੰਮ ਕਰ ਰਿਹਾ ਉਹ ਘੱਟ ਐਫੀਸ਼ੀਐਂਟ ਹੈ। ਤਾਂ ਐਫੀਸ਼ੀਐਂਸੀ ਕੀ ਹੁੰਦੀ ਹੈ? ਵਰਕ ਡਨ ਡੇਲੀ, ਵਰਕ ਡਨ ਇਨ 1 ਯੂਨਿਟ ਟਾਈਮ। 1 ਘੰਟੇ 'ਚ ਜਿੰਨਾ ਕੰਮ ਕੀਤਾ ਜਾ ਰਿਹਾ, 1 ਦਿਨ 'ਚ ਜਿੰਨਾ ਕੰਮ ਕੀਤਾ ਜਾ ਰਿਹਾ, ਜਾਂ 1 ਮਿੰਟ 'ਚ ਜਿੰਨਾ ਕੰਮ ਕੀਤਾ ਜਾ ਰਿਹਾ ਦੈਟ ਇਜ਼ ਐਫੀਸ਼ੀਐਂਸੀ। ਤਾਂ ਐਫੀਸ਼ੀਐਂਸੀ ਕਲੀਅਰ ਹੋ ਗਈ। ਐਫੀਸ਼ੀਐਂਸੀ ਤੋਂ ਤੁਸੀਂ ਦੇਖ ਕੇ ਦੱਸਤਾ ਵੀ ਭਾਈ ਕੌਣ ਜ਼ਿਆਦਾ ਐਫੀਸ਼ੀਐਂਟ ਹੈ, ਕੌਣ ਘੱਟ ਐਫੀਸ਼ੀਐਂਟ ਹੈ। ਜਿਹੜਾ ਪਰਸਨ ਡੇਲੀ ਜ਼ਿਆਦਾ ਕੰਮ ਕਰਦਾ ਉਹ ਜ਼ਿਆਦਾ ਐਫੀਸ਼ੀਐਂਟ ਹੈ, ਜਿਹੜਾ ਪਰਸਨ ਡੇਲੀ ਘੱਟ ਕੰਮ ਕਰਦਾ ਉਹ ਘੱਟ ਐਫੀਸ਼ੀਐਂਟ ਹੈ। ਪਰ ਅਸੀਂ ਇੱਥੇ ਤਾਂ ਹਲੇ ਪਹੁੰਚੇ ਨਹੀਂ ਸੀ, ਆ 40 ਤੇ 10 ਤੱਕ ਕੱਢਿਆ ਹੀ ਨਹੀਂ ਸੀ। ਅਸੀਂ ਹਲੇ ਆ 40 ਤੇ 10 ਤੱਕ ਕੱਢਿਆ ਹੀ ਨਹੀਂ ਸੀ। ਤੁਸੀਂ ਸਿਰਫ 5 ਦਿਨ ਤੇ 20 ਦਿਨ ਦੇਖ ਕੇ ਆਨਸਰ ਕਰਤਾ ਵੀ ਸਰ ਇਹ ਜ਼ਿਆਦਾ ਐਫੀਸ਼ੀਐਂਟ ਹੈ। ਕਿਵੇਂ ਕਰਤਾ ਸੀ? ਵੈਸੇ ਕੌਣ ਜ਼ਿਆਦਾ ਐਫੀਸ਼ੀਐਂਟ ਹੋਊਗਾ ਉਹ ਤਾਂ ਡੇਲੀ ਦਾ ਕੰਮ ਦੇਖ ਕੇ ਪਤਾ ਲੱਗੂ ਨਾ। ਏ ਡੇਲੀ ਜ਼ਿਆਦਾ ਕੰਮ ਕਰਦਾ ਤਾਂ ਏ ਜ਼ਿਆਦਾ ਐਫੀਸ਼ੀਐਂਟ ਹੈ, ਬੀ ਡੇਲੀ ਘੱਟ ਕੰਮ ਕਰਦਾ ਤਾਂ ਬੀ ਘੱਟ ਐਫੀਸ਼ੀਐਂਟ ਹੈ। ਪਰ ਤੁਸੀਂ ਐਫੀਸ਼ੀਐਂਸੀ ਕੱਢੇ ਬਿਨਾ ਸਿਰਫ ਡੇਜ਼ ਦੇਖ ਕੇ, ਟਾਈਮ ਦੇਖ ਕੇ ਦੱਸਤਾ ਵੀ ਸਰ ਏ ਜ਼ਿਆਦਾ ਐਫੀਸ਼ੀਐਂਟ ਹੈ। ਕਿਵੇਂ ਦੱਸਤਾ? ਤੁਸੀਂ ਦੇਖਿਆ ਕਿ ਭਾਈ ਸੇਮ ਕੰਮ ਕਰਨ ਦੇ ਲਈ ਜਿਹੜਾ ਪਰਸਨ ਘੱਟ ਸਮਾਂ ਲੈ ਰਿਹਾ ਹੈ ਉਹ ਜ਼ਿਆਦਾ ਐਫੀਸ਼ੀਐਂਟ ਹੋਊਗਾ, ਜਿਹੜਾ ਪਰਸਨ ਜ਼ਿਆਦਾ ਸਮਾਂ ਲੈ ਰਿਹਾ ਹੈ ਉਹ ਘੱਟ ਐਫੀਸ਼ੀਐਂਟ ਹੋਊਗਾ। ਤਾਂ ਟਾਈਮ ਦਾ ਐਫੀਸ਼ੀਐਂਸੀ ਦੇ ਨਾਲ ਸਾਡਾ ਕੀ ਰਿਲੇਸ਼ਨ ਬਣਿਆ? ਟਾਈਮ ਤੇ ਐਫੀਸ਼ੀਐਂਸੀ ਇੱਕ ਦੂਜੇ ਤੋਂ ਉਲਟੇ ਹੁੰਦੇ ਨੇ। ਬਈ ਜਿਹੜਾ ਪਰਸਨ ਘੱਟ ਟਾਈਮ ਲੈ ਰਿਹਾ ਉਹਦੀ ਐਫੀਸ਼ੀਐਂਸੀ ਜ਼ਿਆਦਾ ਹੋਊਗੀ, ਜਿਹੜਾ ਪਰਸਨ ਜ਼ਿਆਦਾ ਟਾਈਮ ਲੈ ਰਿਹਾ ਉਹਦੀ ਐਫੀਸ਼ੀਐਂਸੀ ਘੱਟ ਹੋਊਗੀ। ਮਤਲਬ ਮੋਰ ਟਾਈਮ ਲੈਸ ਐਫੀਸ਼ੀਐਂਟ, ਲੈਸ ਟਾਈਮ ਮੋਰ ਐਫੀਸ਼ੀਐਂਟ। ਤਾਂ ਟਾਈਮ ਤੇ ਐਫੀਸ਼ੀਐਂਸੀ ਆਪਸ 'ਚ ਇਨਵਰਸਲੀ ਪ੍ਰਪੋਰਸ਼ਨਲ ਹੁੰਦੇ ਆ, ਤੇ ਇਨਵਰਸਲੀ ਪ੍ਰਪੋਰਸ਼ਨਲ ਦਾ ਮਤਲਬ ਹਮੇਸ਼ਾ ਹੀ ਯਾਦ ਰੱਖਣਾ ਵੀ ਭਾਈ ਉਲਟੀ ਰੇਸ਼ੋ 'ਚ ਹੁੰਦੇ ਨੇ। ਤਾਂ ਜਿਹੜੇ ਦੋ ਫੈਕਟਰ ਆਪਸ 'ਚ ਇਨਵਰਸਲੀ ਪ੍ਰਪੋਰਸ਼ਨਲ ਹੁੰਦੇ ਨੇ ਉਹ ਇੱਕ ਦੂਜੇ ਤੋਂ ਉਲਟੀ ਰੇਸ਼ੋ 'ਚ ਹੁੰਦੇ ਨੇ। ਤਾਂ ਇੱਥੇ ਟਾਈਮ ਤੇ ਐਫੀਸ਼ੀਐਂਸੀ ਇੱਕ ਦੂਜੇ ਤੋਂ ਇਨਵਰਸਲੀ ਪ੍ਰਪੋਰਸ਼ਨਲ ਨੇ, ਮਤਲਬ ਟਾਈਮ ਤੇ ਐਫੀਸ਼ੀਐਂਸੀ ਇੱਕ ਦੂਜੇ ਤੋਂ ਆਪੋਜ਼ਿਟ ਰੇਸ਼ੋ ਦੇ ਵਿੱਚ ਹੋਣਗੇ। ਤਾਂ ਆਪਾਂ ਚੈੱਕ ਵੀ ਕਰ ਲੈਂਦੇ ਹਾਂ ਰੇਸ਼ੋ। ਟਾਈਮ ਦੀ ਰੇਸ਼ੋ ਕੀ ਹੈ? 5 ਦਿਨ ਤੇ 20 ਦਿਨ, 1:4। ਟਾਈਮ ਦੀ ਰੇਸ਼ੋ 5 ਤੇ 20, 1:4 ਹੈ। ਤਾਂ ਐਫੀਸ਼ੀਐਂਸੀ 40 ਤੇ 10, 4:1। ਤਾਂ ਟਾਈਮ ਤੇ ਐਫੀਸ਼ੀਐਂਸੀ ਦਾ ਰਿਲੇਸ਼ਨ ਕੀ ਬਣਿਆ? ਆਪਸ ਦੇ ਵਿੱਚ ਇਨਵਰਸਲੀ ਪ੍ਰਪੋਰਸ਼ਨਲ ਟੂ ਈਚ ਅਦਰ। ਤਾਂ ਟਾਈਮ ਇਜ਼ ਇਨਵਰਸਲੀ ਪ੍ਰਪੋਰਸ਼ਨਲ ਟੂ 1/f, ਡਾਇਰੈਕਟਲੀ ਪ੍ਰਪੋਰਸ਼ਨਲ ਟੂ 1/ ਐਫੀਸ਼ੀਐਂਸੀ ਲਿਖਤਾ ਤਾਂ ਉਹਦਾ ਮਤਲਬ ਇਹੀ ਹੋ ਗਿਆ।
ਇੰਨਾ ਕਲੀਅਰ ਹੈ? ਐਫੀਸ਼ੀਐਂਸੀ ਸਮਝ ਆ ਗਈ ਕੀ ਹੁੰਦੀ ਹੈ? ਕਮੈਂਟ ਕਰ ਦਿਓ। ਓਕੇ, ਹੁਣ ਤਾਂ ਨਹੀਂ ਵੀਡੀਓ 'ਚ ਪ੍ਰੋਬਲਮ ਆ ਰਹੀ? 2-3 ਬੱਚਿਆਂ ਦਾ ਵੀਡੀਓ ਨੂੰ ਲੈ ਕੇ ਕਮੈਂਟ ਆਇਆ ਹੋਇਆ, ਹੁਣ ਠੀਕ ਹੈ? ਯਾ ਓਕੇ, ਹਾਂਜੀ ਐਫੀਸ਼ੀਐਂਸੀ ਕਲੀਅਰ ਹੈ? ਐਫੀਸ਼ੀਐਂਸੀ ਕੀ ਹੁੰਦੀ ਹੈ ਪਤਾ ਲੱਗ ਗਿਆ ਸਾਰਿਆਂ ਨੂੰ? ਐਫੀਸ਼ੀਐਂਸੀ ਕੀ ਹੁੰਦੀ ਆ? ਇੱਕ ਦਿਨ 'ਚ ਕਿੰਨਾ ਕੰਮ ਕੀਤਾ ਜਾ ਰਿਹਾ, ਇੱਕ ਦਿਨ ਜਾਂ 1 ਘੰਟੇ ਜਾਂ 1 ਮਿੰਟ ਦੇ ਵਿੱਚ 1 ਯੂਨਿਟ ਟਾਈਮ 'ਚ ਕਿੰਨਾ ਕੰਮ ਕੀਤਾ ਜਾ ਰਿਹਾ, ਉਹ ਐਫੀਸ਼ੀਐਂਸੀ ਹੁੰਦੀ ਆ। ਤੇ ਐਫੀਸ਼ੀਐਂਸੀ ਦਾ ਟਾਈਮ ਦੇ ਨਾਲ ਰਿਲੇਸ਼ਨ ਕੀ ਹੁੰਦਾ? ਇਹ ਇੱਕ ਦੂਜੇ ਤੋਂ ਉਲਟੀ ਰੇਸ਼ੀਓ 'ਚ ਹੁੰਦੇ ਨੇ। ਜਿਹਦਾ ਟਾਈਮ ਘੱਟ ਹੋਊਗਾ ਉਹ ਜ਼ਿਆਦਾ ਐਫੀਸ਼ੀਐਂਟ ਨਿਕਲੂਗਾ, ਜਿਹਦਾ ਟਾਈਮ ਜ਼ਿਆਦਾ ਹੋਊਗਾ ਉਹ ਘੱਟ ਐਫੀਸ਼ੀਐਂਟ ਨਿਕਲੂਗਾ ਵੈਨ ਦੇ ਆਰ ਡੂਇੰਗ ਸੇਮ ਵਰਕ। ਇੰਨੀ ਗੱਲ ਕਲੀਅਰ ਹੈ? ਇਹਦਾ ਸਕਰੀਨਸ਼ਾਟ ਲੈ ਲਓ, ਅੱਗੇ ਪੜ੍ਹਦੇ ਹਾਂ। ਓਕੇ, ਹੁਣ ਆਪਣਾ ਜਿਹੜਾ ਸਾਰਾ ਚੈਪਟਰ ਹੈ ਟਾਈਮ ਐਂਡ ਵਰਕ, ਉਹਦੇ ਵਿੱਚ ਜਿੰਨੇ ਕੁਐਸਚਨ ਬਣਨੇ ਨੇ ਉਹ ਕੁਐਸਚਨ ਵੰਡੇ ਜਾਂਦੇ ਨੇ ਦੋ ਤਰੀਕਿਆਂ 'ਚ। ਇੱਕ ਆਪਣੇ ਬਣਨਗੇ ਟਾਈਮ ਬੇਸਡ ਕੁਐਸਚਨਸ, ਦੂਜੇ ਆਪਣੇ ਬਣਨਗੇ ਐਫੀਸ਼ੀਐਂਸੀ ਬੇਸਡ ਕੁਐਸਚਨਸ। ਵੈਸੇ ਤਾਂ ਤੁਸੀਂ ਸਾਰਿਆਂ ਨੇ ਦੇਖ ਲਿਆ ਵੀ ਭਾਈ ਟਾਈਮ ਤੇ ਐਫੀਸ਼ੀਐਂਸੀ 'ਚ ਰਿਲੇਸ਼ਨ ਹੈਗਾ। ਟਾਈਮ ਜਿਹਦਾ ਜ਼ਿਆਦਾ ਹੋਊਗਾ ਉਹਦੀ ਐਫੀਸ਼ੀਐਂਸੀ ਘੱਟ ਹੋਊਗੀ, ਜਿਹਦੀ ਐਫੀਸ਼ੀਐਂਸੀ ਮਤਲਬ ਜਿਹਦਾ ਟਾਈਮ ਘੱਟ ਹੋਊਗਾ ਉਹਦੀ ਐਫੀਸ਼ੀਐਂਸੀ ਜ਼ਿਆਦਾ ਹੋਊਗੀ। ਇਹ ਰਿਲੇਸ਼ਨ ਤਾਂ ਤੁਸੀਂ ਦੇਖ ਲਿਆ ਵੀ ਭਾਈ ਟਾਈਮ ਤੇ ਐਫੀਸ਼ੀਐਂਸੀ ਇੱਕ ਦੂਜੇ ਤੋਂ ਉਲਟੀ ਰੇਸ਼ੋ 'ਚ ਹੁੰਦੇ ਨੇ। ਪਰ ਜਿਹੜੇ ਕੁਐਸਚਨ ਡਿਜ਼ਾਈਨ ਹੋਣੇ ਨੇ ਉਹ ਜਾਂ ਤਾਂ ਟਾਈਮ ਦੇ ਵਿਦ ਰਿਸਪੈਕਟ ਟੂ ਹੋ ਸਕਦੇ ਨੇ ਜਾਂ ਉਹ ਐਫੀਸ਼ੀਐਂਸੀ ਦੇ ਵਿਦ ਰਿਸਪੈਕਟ ਟੂ ਹੋ ਸਕਦੇ ਨੇ। ਮਤਲਬ ਜ਼ਿਆਦਾਤਰ ਸਾਡਾ ਚੈਪਟਰ ਟਾਈਮ ਦੇ ਵਿਦ ਰਿਸਪੈਕਟ ਟੂ ਜਿਹੜੇ ਕੁਐਸਚਨਸ ਬਣਦੇ ਨੇ ਟਾਈਮ ਬੇਸਡ ਕੁਐਸਚਨਸ ਨੇ ਉਹਦੇ ਤੇ, ਕੁਝ ਥੋੜੇ ਜਿਹੇ ਕੁਐਸਚਨ ਆਪਣੇ ਐਫੀਸ਼ੀਐਂਸੀ ਬੇਸਡ ਵੀ ਹੋਣਗੇ। ਮਤਲਬ ਆਪਸ 'ਚ ਇੱਕ ਦੂਜੇ ਤੋਂ ਬਹੁਤੇ ਅਲੱਗ ਨਹੀਂ ਹੋਣਗੇ ਪਰ ਕੁਐਸਚਨ ਡਿਜ਼ਾਈਨ ਕਰਨ ਦਾ ਤਰੀਕਾ ਥੋੜਾ ਜਿਹਾ ਬਦਲ ਜੂਗਾ। ਤਾਂ ਆਪਾਂ ਪਹਿਲਾਂ ਟਾਈਮ ਬੇਸਡ ਕੁਐਸਚਨਸ ਕਰਾਂਗੇ, ਫਿਰ ਐਫੀਸ਼ੀਐਂਸੀ ਬੇਸਡ ਕੁਐਸਚਨਸ ਕਰਾਂਗੇ। ਅੱਜ ਰਾਤ ਨੂੰ ਛੁੱਟੀ ਹੈ, ਅੱਜ ਬੁੱਧਵਾਰ ਹੈ, ਅੱਜ ਰਾਤ ਨੂੰ ਛੁੱਟੀ ਹੈ। ਕੱਲ ਸਵੇਰੇ ਵੀ ਆਪਣਾ ਟਾਈਮ ਐਂਡ ਵਰਕ ਹੋਊਗਾ। ਹੋਪਫੁਲੀ ਕੱਲ ਸਵੇਰੇ ਨਹੀਂ ਖਤਮ ਹੋਊਗਾ ਤਾਂ ਕੱਲ ਰਾਤ ਨੂੰ ਪੱਕਾ ਹੀ ਖਤਮ ਹੋਊਗਾ। ਜਿਵੇਂ ਹੀ ਆਪਣਾ ਟਾਈਮ ਐਂਡ ਵਰਕ ਖਤਮ ਹੋ ਗਿਆ ਆਪਣਾ ਪਾਈਪਸ ਐਂਡ ਸਿਸਟਮ ਸਟਾਰਟ ਹੋ ਜਾਊਗਾ। ਤਾਂ ਟਾਈਮ ਐਂਡ ਵਰਕ ਤੇ ਆ ਜਾਓ। ਟਾਈਮ ਬੇਸਡ ਕੁਐਸਚਨਸ ਕਿਵੇਂ ਦੇ ਬਣਨਗੇ? ਪਹਿਲਾਂ ਉਹਦੀ ਇੱਕ ਐਗਜ਼ਾਮਪਲ ਲੈਣੇ ਆ ਛੋਟੀ ਜੀ। ਉਹੀ ਐਗਜ਼ਾਮਪਲ ਤੁਹਾਡੀ ਸ਼ੀਟ ਤੇ ਵੀ ਲਿਖੀ ਹੋਈ ਆ। ਮੰਨ ਲਓ ਦੋ ਪਰਸਨ ਨੇ ਏ ਤੇ ਬੀ। ਏ ਪਰਸਨ ਕਿਸੇ ਕੰਮ ਨੂੰ 10 ਦਿਨ ਚ ਕਰਦਾ ਹੈ। ਕੀ ਲਿਖਿਆ ਐਗਜ਼ਾਮੀਨਰ ਨੇ? ਏ ਕੱਲਾ, ਏ ਅਲੋਨ ਕਿਸੇ ਕੰਮ ਨੂੰ ਸਾਨੂੰ ਨਹੀਂ ਦੱਸਿਆ ਕੀ ਕੰਮ ਆ। ਮਤਲਬ ਐਗਜ਼ਾਮੀਨਰ ਨੇ ਲਿਟਰਲੀ ਲਿਖਿਆ ਨਹੀਂ ਹੈਗਾ ਵੀ ਕੰਮ ਕੀ ਆ। ਏ ਅਲੋਨ ਕੈਨ ਡੂ ਅ ਪੀਸ ਆਫ ਵਰਕ। ਵਰਕ ਕੀ ਹੈ ਕੁਛ ਨਹੀਂ ਪਤਾ, ਜਿੰਨਾ ਵੀ ਵਰਕ ਹੈ ਏ ਕੱਲਾ ਉਸ ਕੰਮ ਨੂੰ 10 ਦਿਨ ਚ ਕਰਦਾ। ਐਗਜ਼ਾਮੀਨਰ ਨੇ ਇਹ ਕਿਹਾ। ਅੱਗੇ ਜਾ ਕੇ ਐਗਜ਼ਾਮੀਨਰ ਕਹਿੰਦਾ ਵੀ ਜੇ ਬੀ ਕੱਲਾ ਕਰੇ ਉਸੇ ਕੰਮ ਨੂੰ ਤਾਂ 15 ਦਿਨਾਂ ਚ ਕਰੂਗਾ। ਬੀ ਕੱਲਾ ਉਸੇ ਕੰਮ ਨੂੰ ਸੇਮ ਵਰਕ ਨੂੰ 15 ਦਿਨਾਂ ਚ ਕਰਦਾ। ਤੇ ਸਾਨੂੰ ਐਗਜ਼ਾਮੀਨਰ ਨੇ ਪੁੱਛ ਲਿਆ ਵੀ ਭਾਈ ਜੇ ਉਹ ਦੋਨੇ ਪਰਸਨ ਏ ਤੇ ਬੀ ਰਲ ਕੇ ਕੰਮ ਕਰਨ ਤਾਂ ਉਹੀ ਕੰਮ ਕਿੰਨੇ ਦਿਨਾਂ ਚ ਖਤਮ ਹੋਊਗਾ। ਇਹ ਆਪਣਾ ਕੁਐਸਚਨ ਹੈ ਬੱਚੇ। ਆਪਣਾ ਕੁਐਸਚਨ ਕੀ ਬਣਿਆ? ਏ ਕੱਲਾ ਕਿਸੇ ਕੰਮ ਨੂੰ, ਕੰਮ ਕਿੰਨਾ ਸਾਨੂੰ ਕੁਝ ਨਹੀਂ ਪਤਾ, ਜੋ ਵੀ ਕੰਮ ਹੈ ਏ ਕੱਲਾ ਉਸ ਕੰਮ ਨੂੰ 10 ਦਿਨਾਂ ਚ ਕਰਦਾ। ਜਦੋਂ ਬੀ ਕੱਲਾ ਕਰਦਾ ਤਾਂ ਉਹੀ ਕੰਮ 15 ਦਿਨਾਂ 'ਚ ਖਤਮ ਕੀਤਾ ਜਾਂਦਾ। ਬੀ ਕੱਲੇ ਵੱਲੋਂ ਕੰਮ 15 ਦਿਨਾਂ 'ਚ ਖਤਮ ਕੀਤਾ ਜਾਂਦਾ। ਤੇ ਸਾਡਾ ਸਵਾਲ ਹੈ ਵੀ ਜੇ ਏ ਤੇ ਬੀ ਰਲ ਕੇ ਕੰਮ ਕਰਨ ਤਾਂ ਉਹੀ ਕੰਮ ਕਿੰਨੇ ਦਿਨਾਂ 'ਚ ਹੋਊਗਾ। ਤਾਂ ਇੱਕ ਗੱਲ ਦਾ ਜਵਾਬ ਦਿਓ ਸਾਰੇ ਬੱਚੇ। ਏ 10 ਦਿਨਾਂ 'ਚ ਕਰਦਾ, ਬੀ 15 ਦਿਨਾਂ 'ਚ ਕਰਦਾ, ਤਾਂ ਜੇ ਇਕੱਠੇ ਕਰਨਗੇ 10 ਤੇ 15 25 ਦਿਨ ਨਹੀਂ ਲੱਗਣਗੇ। ਏ ਕਿਸੇ ਕੰਮ ਨੂੰ 10 ਦਿਨ 'ਚ ਕਰਦਾ ਹੈ, ਬੀ ਉਸੇ ਕੰਮ ਨੂੰ 15 ਦਿਨਾਂ 'ਚ ਕਰਦਾ ਹੈ, ਤਾਂ ਜੇ ਇਕੱਠੇ ਕਰਨਗੇ 10 + 15 25 ਦਿਨ ਨਹੀਂ ਲੱਗਣਗੇ। ਅਰਵਿੰਦਰ ਕਿਉਂ? ਰਿਸ਼ਵ, ਮਨਜੀਤ ਕਿਉਂ 25 ਕਿਉਂ ਨਹੀਂ ਲੱਗਣਗੇ? ਕਹਿੰਦੇ ਜਮਾ ਵੀ ਨਹੀਂ। ਮੈਂ ਪੁੱਛੀ ਜਾਣਾ ਕਿਉਂ ਨਹੀਂ ਲੱਗਣਗੇ। ਉਹੀ ਤਾਂ ਮੈਂ ਕਹਿ ਰਿਹਾ, ਜਿਹੜਾ ਤੁਸੀਂ ਰੀਜ਼ਨ ਦੇ ਰਹੇ ਹੋ ਵੀ ਸਰ ਹੁਣ ਮਿਲ ਕੇ ਕੰਮ ਕਰਦੇ ਨੇ, ਉਹ ਮਿਲ ਕੇ ਹੀ ਤਾਂ ਕਹਿ ਰਿਹਾ। ਕੱਲੇ ਕੱਲੇ 10 ਦਿਨ ਤੇ 15 ਦਿਨ ਲੈਂਦੇ ਸੀ, ਹੁਣ ਰਲ ਕੇ 10 + 15 25 ਦਿਨ ਨਹੀਂ ਬਣਨਗੇ। ਮੈਂ ਇਹ ਪੁੱਛ ਰਿਹਾ ਯਾਰ ਕਿਉਂ ਨਹੀਂ ਬਣਨਗੇ 25 ਦਿਨ? ਸਭ ਨੂੰ ਪਤਾ ਯਾਰ ਵੀ ਨਹੀਂ ਬਣਨਗੇ, ਪਰ ਕਿਉਂ? ਕਿਉਂਕਿ ਜਦੋਂ ਇਕੱਠੇ ਕੰਮ ਕਰਨਗੇ ਟਾਈਮ ਨਹੀਂ ਐਡ ਹੁੰਦਾ, ਐਫੀਸ਼ੀਐਂਸੀ ਐਡ ਹੁੰਦੀ ਆ। ਕਿੰਨਾ ਕਿੰਨਾ ਕੰਮ ਕਰ ਰਹੇ ਨੇ, ਐਫੀਸ਼ੀਐਂਸੀ ਹੁੰਦੀ ਹੈ ਨਾ, ਡੇਲੀ ਇੱਕ ਦਿਨ ਚ ਕਿੰਨਾ ਕੰਮ ਕੀਤਾ ਜਾ ਰਿਹਾ। ਤਾਂ ਜਦੋਂ ਇਕੱਠੇ ਕੰਮ ਕਰਨ ਲੱਗੇ ਕੰਮ ਐਡ ਹੋਊਗਾ, ਦਿਨ ਨਹੀਂ ਐਡ ਹੋਣਗੇ। ਤਾਂ ਕੰਮ ਕਿੰਨਾ ਕਰ ਰਹੇ ਨੇ, ਐਫੀਸ਼ੀਐਂਸੀ ਕਿੰਨੀ ਹੈ ਉਹ ਦੇਖ ਲਈਏ ਪਹਿਲਾਂ। ਤਾਂ ਆਹ ਦੇਖੋ, ਏ ਪਰਸਨ ਕਿਸੇ ਕੰਮ ਨੂੰ 10 ਦਿਨਾਂ ਚ ਕਰਦਾ,
20% ਉਸੇ ਕੰਮ ਨੂੰ 15 ਦਿਨਾਂ ਚ ਕਰਦਾ। ਕੰਮ ਕੀ ਹੈ? ਕੰਮ ਤਾਂ ਐਗਜ਼ਾਮੀਨਰ ਨੇ ਦੱਸਿਆ ਹੀ ਨਹੀਂ। ਕੰਮ ਤਾਂ ਐਗਜ਼ਾਮੀਨਰ ਨੇ ਦੱਸਿਆ ਨਹੀਂ ਨਾ ਵੀ ਕੀ ਕੰਮ ਕਰ ਰਹੇ ਨੇ ਜਾਂ ਕਿੰਨਾ ਕੰਮ ਕਰ ਰਹੇ ਨੇ। ਉਹ ਕਹਿੰਦਾ ਜੋ ਵੀ ਕੰਮ ਕਰ ਰਹੇ ਨੇ ਪੂਰਾ ਕੰਮ ਇਹ ਇਕੱਲਾ 10 ਦਿਨ ਚ ਕਰ ਦਿੰਦਾ, 20-15 ਦਿਨਾਂ ਚ ਕਰਦਾ। ਤਾਂ ਅਸੀਂ ਆਪਣੇ ਵੱਲੋਂ ਕੰਮ ਕੁਝ ਵੀ ਅਜ਼ਿਊਮ ਕਰ ਸਕਦੇ ਹਾਂ ਨਾ। ਅਸੀਂ ਕੰਮ ਕੀ ਅਜ਼ਿਊਮ ਕਰ ਸਕਦੇ ਹਾਂ? ਕੁਝ ਬੱਚੇ ਇੱਥੇ ਕੰਮ ਨੂੰ ਟੋਟਲ 1 ਮੰਨ ਲੈਂਦੇ ਨੇ, ਕੁਝ ਬੱਚੇ ਕੰਮ ਨੂੰ ਟੋਟਲ 1 ਮੰਨ ਲੈਂਦੇ ਨੇ, ਤਾਂ ਪੂਰਾ ਕੰਮ 1 ਹੈ। ਇਹ ਪਰਸਨ ਜੇ 10 ਦਿਨਾਂ ਚ ਪੂਰਾ ਕੰਮ ਕਰ ਰਿਹਾ ਹੈ 1, ਤਾਂ 1 ਦਿਨ ਚ ਕਿੰਨਾ ਕਰਦਾ ਹੋਊਗਾ? 1 ਦਿਨ ਦਾ ਮਤਲਬ ਐਫੀਸ਼ੀਐਂਸੀ ਉਹਦੀ ਕੱਢਣ ਲੱਗੇ ਆਪਾਂ। 1 ਦਿਨ ਦਾ ਕੰਮ ਐਫੀਸ਼ੀਐਂਸੀ ਹੁੰਦੀ ਹੈ ਨਾ। ਤਾਂ ਭਾਈ ਜੇ 10 ਦਿਨਾਂ ਚ ਪੂਰਾ 1 ਕੰਮ ਕੀਤਾ ਗਿਆ ਤਾਂ 1 ਦਿਨ ਚ ਕਿੰਨਾ ਕੀਤਾ ਜਾਊਗਾ? 1/10। ਉਸੇ ਤਰ੍ਹਾਂ 20 15 ਦਿਨਾਂ ਚ ਪੂਰਾ ਕੰਮ ਕਰਦਾ ਹੈ, ਕੰਮ 1 ਹੀ ਹੈ, ਫ੍ਰੈਕਸ਼ਨ ਚ ਕੋਈ ਚੀਜ਼ ਟੋਟਲ 1 ਹੁੰਦੀ ਹੈ, ਤਾਂ 1 ਦਿਨ ਚ ਕਿੰਨਾ ਕਰੂਗਾ? 1/15। ਤਾਂ A ਦੀ ਐਫੀਸ਼ੀਐਂਸੀ 1/10 ਆ ਗਈ, B ਦੀ ਐਫੀਸ਼ੀਐਂਸੀ 1/15 ਆ ਗਈ। ਜਦੋਂ ਇਕੱਠੇ ਕੰਮ ਕਰਨਗੇ ਤਾਂ ਉਹਨਾਂ ਦੀਆਂ ਐਫੀਸ਼ੀਐਂਸੀਜ਼ ਐਡ ਹੋਣਗੀਆਂ ਨਾ, ਵੀ ਇੱਕ ਦਿਨ ਚ ਬਈ ਇਹ ਦੋਨੇ ਜਾਣੇ ਇੰਨਾ ਕੰਮ ਕਰਦੇ ਸੀ, ਹੁਣ ਇਕੱਠੇ ਕਰਨ ਲੱਗੇ, ਜੋੜ ਦੋ ਐਫੀਸ਼ੀਐਂਸੀਆਂ ਇਹਨਾਂ ਦੀਆਂ, ਐਫੀਸ਼ੀਐਂਸੀ ਐਡ ਹੋਣਗੀਆਂ। ਤਾਂ 1/10 ਤੇ 1/15 ਨੂੰ ਐਡ ਕਰਨਾ, ਫ੍ਰੈਕਸ਼ਨ ਐਡ ਕਰਨੀ ਸੌਖੀਆਂ ਨਹੀਂ ਹੈਗੀਆਂ। ਕਿਸੇ ਨੂੰ ਸੌਖੀਆਂ ਲੱਗਦੀਆਂ ਹੋ ਸਕਦੀਆਂ ਨੇ, ਪਰ ਅਦਰਵਾਈਜ਼ ਫ੍ਰੈਕਸ਼ਨ ਐਡ ਕਰਨੀਆਂ ਸੌਖੀਆਂ ਨਹੀਂ ਹੁੰਦੀਆਂ। ਤਾਂ ਕੰਮ ਸੌਖਾ ਕਿਵੇਂ ਰਹੂਗਾ? ਕੰਮ ਸਾਡਾ ਉਦੋਂ ਸੌਖਾ ਰਹੂਗਾ ਜਦੋਂ ਸਾਡਾ ਟੋਟਲ ਵਰਕ ਕੁਝ ਇਹੋ ਜਿਹਾ ਹੋਵੇ ਕਿ ਉਸ ਟੋਟਲ ਵਰਕ ਨੂੰ 10 ਤੇ ਡਿਵਾਈਡ ਕੀਤਾ। A 10 ਦਿਨ ਚ ਕਰਦਾ, B 15 ਦਿਨ ਚ ਕਰਦਾ। ਉਸ ਟੋਟਲ ਵਰਕ ਨੂੰ 10 ਤੇ ਡਿਵਾਈਡ ਕਰਕੇ A ਦੀ ਐਫੀਸ਼ੀਐਂਸੀ ਫ੍ਰੈਕਸ਼ਨ ਚ ਨਾ ਆਵੇ, ਹੋਲ ਨੰਬਰ ਚ ਆ ਜਾਏ। ਸਿਮਿਲਰਲੀ B ਦੇ ਮਾਮਲੇ ਚ ਵੀ ਇਹੀ ਹੋਵੇ, ਟੋਟਲ ਵਰਕ ਕੁਝ ਇਹੋ ਜਿਹਾ ਹੋਵੇ ਕਿ ਜਦੋਂ ਉਸ ਨੂੰ 15 ਤੇ ਡਿਵਾਈਡ ਕੀਤਾ ਉਦੋਂ ਵੀ ਕੋਈ ਹੋਲ ਨੰਬਰ ਬਣ ਗਿਆ। ਤਾਂ ਅਸੀਂ ਜਦੋਂ ਆਪਣੇ ਵੱਲੋਂ ਟੋਟਲ ਵਰਕ ਕੁਝ ਵੀ ਅਜ਼ਿਊਮ ਕਰਦੇ ਹਾਂ ਤਾਂ ਅਸੀਂ ਕਿਉਂ 1 ਵਾਲੇ ਚੱਕਰ ਚ ਪੈਣਾ? ਕਿਉਂ ਅਸੀਂ 100% ਵਾਲੇ ਚੱਕਰ ਚ ਪੈਣਾ? ਅਸੀਂ ਟੋਟਲ ਵਰਕ ਕੁਝ ਇਹੋ ਜਿਹਾ ਅਜ਼ਿਊਮ ਕਰਾਂਗੇ ਕਿ ਉਸ ਟੋਟਲ ਵਰਕ ਨੂੰ 10 ਤੇ ਡਿਵਾਈਡ ਕਰੀਏ ਤਾਂ ਵੀ ਉਹ ਕੱਟ ਕੇ ਹੋਲ ਨੰਬਰ ਚ ਐਫੀਸ਼ੀਐਂਸੀ ਆ ਜੇ, 15 ਤੇ ਡਿਵਾਈਡ ਕਰੇ ਤਾਂ ਵੀ ਕੱਟਿਆ ਜਾਵੇ। ਮਤਲਬ ਸਾਡਾ ਟੋਟਲ ਵਰਕ 10 ਦਾ ਵੀ ਮਲਟੀਪਲ ਹੋਵੇ, 15 ਦਾ ਵੀ ਮਲਟੀਪਲ ਹੋਵੇ। ਤਾਂ ਅਸੀਂ ਟੋਟਲ ਵਰਕ ਕੀ ਅਜ਼ਿਊਮ ਕਰਾਂਗੇ? 10 ਤੇ 15 ਦਾ ਐਲਸੀਐਮ। ਅਸੀਂ ਟੋਟਲ ਵਰਕ ਅਜ਼ਿਊਮ ਕਰ ਲਾਂਗੇ 10 ਤੇ 15 ਦਾ ਐਲਸੀਐਮ। ਤਾਂ ਹੁਣ ਐਲਸੀਐਮ ਸੁਣੋ ਕਿਵੇਂ ਲਈਦਾ। ਆ 10 ਨੰਬਰ ਲਿਖਿਆ ਹੋਇਆ, ਆ 15 ਲਿਖਿਆ ਹੋਇਆ, ਇਹਨਾਂ ਦੋਨਾਂ ਦਾ ਐਲਸੀਐਮ ਲੈਣਾ ਨਾ ਆਪਾਂ। ਮੈਂ ਹਲੇ 2 ਨੰਬਰਾਂ ਦੇ ਐਲਸੀਐਮ ਦੀ ਗੱਲ ਦੱਸਣ ਲੱਗਿਆ। 2 ਤੋਂ ਵੱਡੇ 3 ਨੰਬਰ, 4 ਨੰਬਰ, 5 ਨੰਬਰ, ਜਿੰਨੇ ਮਰਜ਼ੀ ਦਾ ਐਲਸੀਐਮ ਲੈ ਲਿਓ, ਉਹਦਾ ਅਲੱਗ ਤਰੀਕਾ ਦੱਸੂ। 3 4 5 ਨੰਬਰਾਂ ਦਾ ਐਲਸੀਐਮ ਲੈਣ ਦਾ ਅਲੱਗ ਤਰੀਕਾ ਦੱਸੂ। 2 ਨੰਬਰਾਂ ਦਾ ਐਲਸੀਐਮ ਲੈਣਾ ਬਹੁਤ ਸੌਖਾ ਤਰੀਕਾ। ਜਿਹੜੇ 2 ਨੰਬਰਾਂ ਦਾ ਐਲਸੀਐਮ ਲੈਣਾ ਉਹਨਾਂ ਦੀ ਰੇਸ਼ੀਓ ਲਿਖ ਲਓ। ਤਾਂ 10 ਤੇ 15 ਦਾ ਐਲਸੀਐਮ ਲੈਣਾ, 10 ਤੇ 15 ਦੀ ਰੇਸ਼ੀਓ ਲਿਖ ਲਓ। ਸ਼ੁਰੂ ਚ ਲਿਖ ਕੇ ਕਰੋਗੇ ਫਿਰ ਹੌਲੀ ਹੌਲੀ ਦਿਮਾਗ 'ਚ ਹੋਣ ਲੱਗ ਜਾਊਗਾ। ਤਾਂ 10 ਤੇ 15 ਦਾ ਐਲਸੀਐਮ ਲੈਣਾ ਸੀ ਆਪਾਂ, ਇਹਨਾਂ ਦੀ ਰੇਸ਼ੀਓ ਲਿਖ ਲਓ। ਤਾਂ 2:3 ਆ ਗਿਆ। 10 ਦੇ ਸਾਹਮਣੇ 2 ਲਿਖ ਲਿਆ, 15 ਦੇ ਸਾਹਮਣੇ 3 ਲਿਖ ਲਿਆ। ਫਿਰ ਐਲਸੀਐਮ ਕੀ ਹੋਊਗਾ? ਐਲਸੀਐਮ ਹੋਊਗਾ 10 ਤੇ 15 ਚ ਕੋਈ ਇੱਕ ਨੰਬਰ ਚੱਕ ਲਓ, ਤੁਸੀਂ ਜਿਹੜਾ ਮਰਜ਼ੀ ਚੱਕ ਸਕਦੇ ਹੋ। ਮੈਂ 15 ਚੱਕ ਲਿਆ, ਤੁਸੀਂ 10 ਵੀ ਚੱਕ ਸਕਦੇ ਹੋ। ਤਾਂ ਐਲਸੀਐਮ ਕੀ ਹੋਊਗਾ? ਕੋਈ ਇੱਕ ਨੰਬਰ ਇਨਟੂ ਦੂਜੇ ਦੀ ਰੇਸ਼ੀਓ। ਤਾਂ 15 × 2 ਐਲਸੀਐਮ 30 ਹੋਊਗਾ। ਜੇ 10 ਚੱਕੋਗੇ ਤਾਂ 10 × 3 ਕਰੋਗੇ, ਐਲਸੀਐਮ 30 ਹੀ ਨਿਕਲੂਗਾ। ਤਾਂ ਜੇ 2 ਨੰਬਰਾਂ ਦਾ ਤੁਸੀਂ ਐਲਸੀਐਮ ਲੈਣਾ, ਦੋਨਾਂ ਦੀ ਰੇਸ਼ੀਓ ਲਿਖ ਲਓ। ਸ਼ੁਰੂ ਚ ਤਾਂ ਲਿਖ ਕੇ ਕਰਨੀ ਪੈਣੀ ਹੈ ਪ੍ਰੈਕਟਿਸ, ਹੌਲੀ ਹੌਲੀ ਬਿਨਾ ਪੈਨ ਤੋਂ ਮਾਈਂਡ ਦੇ ਵਿੱਚ ਹੋਣ ਲੱਗ ਜੂਗਾ, ਇਹ ਐਲਸੀਐਮ ਨਿਕਲਣ ਲੱਗ ਜੂਗਾ। ਦੋਹਾਂ ਦੀ ਰੇਸ਼ੀਓ ਦੇਖ ਲਓ ਕੀ ਆ, ਫਿਰ ਕਿਸੇ ਇੱਕ ਨੰਬਰ ਨੂੰ ਦੂਜੇ ਦੀ ਰੇਸ਼ੀਓ ਨਾਲ ਮਲਟੀਪਲਾਈ ਕਰ ਦਿਓ। ਤਾਂ ਐਲਸੀਐਮ ਕਿੰਨਾ ਆ ਗਿਆ? 30। ਮਤਲਬ ਟੋਟਲ ਕੰਮ ਸਾਡਾ 30 ਆ ਗਿਆ। ਤਾਂ 30 ਕੰਮ ਨੂੰ ਅਸੀਂ 30 ਟੌਫੀਆਂ ਕਹਿ ਸਕਦੇ ਹਾਂ ਵੀ ਭਾਈ 30 ਟੌਫੀਆਂ ਖਾਧੀਆਂ ਜਾ ਰਹੀਆਂ ਨੇ। ਕੰਮ ਤਾਂ ਕੁਝ ਵੀ ਬੋਲਿਆ ਜਾ ਸਕਦਾ ਹੈਗਾ। 30 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਕਹਿ ਸਕਦੇ ਹੋ, ਕੁਝ ਵੀ ਕਹਿ ਸਕਦੇ ਹੋ। ਤਾਂ 30 ਟੌਫੀਆਂ ਖਾਧੀਆਂ ਜਾ ਰਹੀਆਂ ਨੇ। ਇਹ ਪਰਸਨ 10 ਦਿਨਾਂ ਚ 30 ਟੌਫੀਆਂ ਖਾਂਦਾ ਹੈ, ਤਾਂ ਡੇਲੀ ਕਿੰਨੀਆਂ ਖਾਂਦਾ ਹੋਊਗਾ? ਇਹ ਦੀ ਐਫੀਸ਼ੀਐਂਸੀ ਕੀ ਹੋਊਗੀ? 30/10, 3 ਟੌਫੀਆਂ। ਮਤਲਬ ਐਫੀਸ਼ੀਐਂਸੀ ਤੁਸੀਂ ਕਿਵੇਂ ਦੇਖਣੀ ਹੈ ਵੀ ਭਾਈ 10 ਨੂੰ ਕਿਹਦੇ ਨਾਲ ਮਲਟੀਪਲਾਈ ਕਰੀਏ ਕਿ 30 ਬਣ ਜੇ? 3 ਗੁਣਾ ਕਰੀਏ ਤਾਂ ਇਹ ਦੀ ਐਫੀਸ਼ੀਐਂਸੀ 3, ਡੇਲੀ 3 ਟੌਫੀਆਂ ਖਾਂਦਾ ਹੈ। B 15 ਦਿਨਾਂ ਚ 30 ਟੌਫੀਆਂ ਖਾਂਦਾ ਹੈ, ਤਾਂ ਉਹ ਡੇਲੀ 2 ਟੌਫੀਆਂ ਖਾਂਦਾ ਹੋਊਗਾ। ਤਾਂ B ਦੀ ਐਫੀਸ਼ੀਐਂਸੀ 2 ਆ ਗਈ। ਹੁਣ ਸਾਡੇ ਅੱਗੇ ਸਵਾਲ ਹੈ ਕਿ ਜੇ ਇਕੱਠੇ ਕੰਮ ਕਰਨ, A ਤੇ B ਰਲ ਕੇ ਕੰਮ ਕਰਨ, ਉਹੀ ਕੰਮ 30 ਟੌਫੀਆਂ ਕਿੰਨੇ ਦਿਨਾਂ 'ਚ ਖਾਧੀਆਂ ਜਾਣਗੀਆਂ? ਤਾਂ ਜਦੋਂ ਇਕੱਠੇ ਕੰਮ ਕਰਨਗੇ, ਕੰਮ ਕਿੰਨਾ ਕਰ ਰਹੇ ਨੇ? ਜਦੋਂ ਇਕੱਠੇ ਕੰਮ ਕਰਨਗੇ ਕੰਮ ਕਿੰਨਾ ਹੋਊਗਾ? A 1 ਦਿਨ 'ਚ 3 ਟੌਫੀਆਂ ਖਾਂਦਾ ਸੀ, B 1 ਦਿਨ 'ਚ 2 ਟੌਫੀਆਂ ਖਾਂਦਾ ਸੀ। ਤਾਂ ਜਦੋਂ ਰਲ ਕੇ ਕੰਮ ਕਰਨ ਲੱਗੇ ਉਹਨਾਂ ਦੀ ਐਫੀਸ਼ੀਐਂਸੀ ਐਡ ਹੋਊਗੀ ਤੇ ਉਹ 1 ਦਿਨ 'ਚ 5 ਟੌਫੀਆਂ ਖਾਣ ਲੱਗ ਜਾਣਗੇ। 3 + 2 ਇਕੱਠੇ ਰਲ ਕੇ ਦਿਨ 'ਚ 5 ਟੌਫੀਆਂ ਖਾਣ ਲੱਗ ਜਾਣਗੇ। ਤਾਂ ਉਹੀ 30 ਟੌਫੀਆਂ, ਕੰਮ ਤਾਂ ਸੇਮ ਹੈ, ਉਹੀ 30 ਟੌਫੀਆਂ ਕਿੰਨੇ ਦਿਨਾਂ 'ਚ ਖਾਣਗੇ? 30/5, 6 ਦਿਨ ਆਨਸਰ। ਤਾਂ ਇਸ ਕੁਐਸਚਨ ਦਾ ਆਨਸਰ 6 ਦਿਨ ਇਸ ਤਰ੍ਹਾਂ। ਹਾਂਜੀ, ਕਮੈਂਟ ਕਰਕੇ ਦੱਸੋ ਸਮਝ ਆ ਗਿਆ?
ਤਾਂ ਇਸ ਕੁਐਸਚਨ 'ਚ ਤੁਸੀਂ ਦੋ ਤਿੰਨ ਚੀਜ਼ਾਂ, ਆ ਟੋਟਲ ਵਰਕ ਹੈ ਤੇ ਟੋਟਲ ਵਰਕ ਕੀ ਅਸਿਊਮ ਕੀਤਾ ਤੁਸੀਂ, ਐਲਸੀਐਮ ਕੱਢਣ ਦਾ ਤਰੀਕਾ, ਦੋਵਾਂ ਨੰਬਰਾਂ ਦੀ ਰੇਸ਼ੀਓ ਲੈ ਲਓ, ਫਿਰ ਕਿਸੇ ਇੱਕ ਨੰਬਰ ਨੂੰ ਦੂਜੇ ਦੇ ਨਾਲ ਮਲਟੀਪਲਾਈ ਕਰ ਦਿਓ। ਆ ਕੀ ਹੁੰਦੀ ਆ, ਐਫੀਸ਼ੀਐਂਸੀ। ਐਫੀਸ਼ੀਐਂਸੀ ਕੀ ਹੁੰਦੀ ਹੈ, 1 ਡੇ ਵਰਕ, ਇੱਕ ਦਿਨ ਦਾ ਕੰਮ। ਵੈਸੇ ਜੇ ਕੁਐਸਚਨ ਘੰਟਿਆਂ 'ਚ ਹੁੰਦਾ ਤਾਂ 1 ਆਵਰ ਵਰਕ, ਕੁਐਸਚਨ ਮਿੰਟਾਂ ਦੇ ਵਿੱਚ ਹੁੰਦਾ ਤਾਂ 1 ਮਿੰਟ ਵਰਕ। ਇੱਕ ਯੂਨਿਟ ਟਾਈਮ 'ਚ ਕਿੰਨਾ ਕੰਮ ਕੀਤਾ ਜਾ ਰਿਹਾ ਹੈ। ਐਫੀਸ਼ੀਐਂਸੀ ਕੱਢਣੀ ਕਿਵੇਂ ਹੁੰਦੀ ਆ, ਟੋਟਲ ਵਰਕ ਤਾਂ ਤੁਸੀਂ ਐਲਸੀਐਮ ਲੈ ਕੇ ਅਸਿਊਮ ਕਰ ਲਿਆ, ਫਿਰ ਇਹ ਦੇਖੋ ਜਾਂ ਤਾਂ 30/10 ਕਰ ਦਿਓ, 30/15 ਕਰ ਦਿਓ, ਜਾਂ ਫਿਰ 10 ਨੂੰ ਕਿਹਦੇ ਨਾਲ ਮਲਟੀਪਲਾਈ ਕਰੀਏ ਕਿ 30 ਬਣ ਜੇ, 3 ਨਾਲ ਕਰੀਏ। 15 ਨੂੰ ਕਿਹਦੇ ਨਾਲ ਮਲਟੀਪਲਾਈ ਕਰੀਏ ਕਿ 30 ਬਣ ਜੇ, 2 ਨਾਲ ਕਰੀਏ, ਇਸ ਤਰ੍ਹਾਂ। ਤਾਂ ਇਹ ਗੱਲ ਸਮਝ ਆ ਗਈ। ਇਹੋ ਜਿਹਾ ਕੁਐਸਚਨ 3 ਪਰਸਨਸ ਤੇ ਵੀ ਬਣ ਸਕਦਾ। 3 ਪਰਸਨਸ ਤੇ ਇਹੋ ਜਿਹਾ ਕੁਐਸਚਨ ਬਣਾਉਣ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਵੀ ਜੇ ਇਸ ਕੁਐਸਚਨ ਨੂੰ ਆਪਾਂ ਉਲਟਾ ਕਰ ਦਈਏ, ਇਸੇ ਕੁਐਸਚਨ ਨੂੰ ਉਲਟਾ ਕਰ ਦਈਏ। ਉਲਟਾ ਕੀ ਕਰ ਦਈਏ ਕਿ ਇਹ ਇਕੱਲਾ ਕਿਸੇ ਕੰਮ ਨੂੰ 10 ਦਿਨ ਚ ਕਰਦਾ, ਇਹ ਅਲੋਨ ਕੈਨ ਡੂ ਅ ਪੀਸ ਆਫ ਵਰਕ ਇਨ 10 ਡੇਜ਼। ਇਹ ਇਕੱਲਾ ਕਿਸੇ ਕੰਮ ਨੂੰ 10 ਦਿਨ ਚ ਕਰਦਾ, ਇਹ ਤੇ ਵੀ ਰਲ ਕੇ ਉਸ ਕੰਮ ਨੂੰ 6 ਦਿਨ ਚ ਕਰਦੇ ਨੇ। ਸਾਨੂੰ ਆ ਗਿਵਨ ਹੈ 6 ਦਿਨ, ਤਾਂ ਉਹ ਪੁੱਛ ਰਿਹਾ ਵੀ ਬੀ ਇਕੱਲਾ ਉਸੇ ਕੰਮ ਨੂੰ ਕਿੰਨੇ ਦਿਨ ਚ ਕਰੂਗਾ, ਇਹ ਫਾਈਂਡ ਕਰੋ। ਕੁਐਸਚਨ ਕੀ ਬਣ ਗਿਆ, ਸਾਨੂੰ A ਦਾ ਇਕੱਲੇ ਦਾ ਟਾਈਮ ਦਿੱਤਾ ਹੋਇਆ, A ਅਲੋਨ ਕੈਨ ਡੂ ਅ ਪੀਸ ਆਫ ਵਰਕ ਇਨ 10 ਡੇਜ਼। A ਤੇ B ਰਲ ਕੇ ਉਸ ਕੰਮ ਨੂੰ 6 ਦਿਨ ਚ ਕਰਦੇ ਨੇ, ਤਾਂ ਇਕੱਲਾ B ਕਿੰਨੇ ਦਿਨਾਂ ਚ ਕਰੂਗਾ। ਸਾਡਾ ਕੁਐਸਚਨ ਪੁੱਠਾ ਹੋ ਗਿਆ। A + B ਗਿਵਨ ਦਿੱਤਾ, B ਅਲੋਨ ਪੁੱਛ ਲਿਆ ਐਗਜ਼ਾਮੀਨਰ ਨੇ। ਤਾਂ ਕੁਐਸਚਨ ਕੀ ਬਣ ਗਿਆ, ਇਹ ਇਕੱਲਾ ਕਿਸੇ ਕੰਮ ਨੂੰ 10 ਦਿਨ ਚ ਕਰਦਾ। ਹਲੇ ਸੇਮ ਐਗਜ਼ਾਮਪਲ, ਸੇਮ ਫਿਗਰਸ ਚੱਕ ਰਹੇ ਆ। A ਤੇ B ਰਲ ਕੇ ਉਸ ਕੰਮ ਨੂੰ 6 ਦਿਨ ਚ ਕਰਦੇ ਨੇ, ਕੰਮ ਉਹੀ ਆ ਪਰ ਕਿੰਨਾ ਨਹੀਂ ਪਤਾ, ਚਲੋ ਪਰ ਕੰਮ ਉਹੀ 6 ਦਿਨਾਂ ਚ ਕੀਤਾ। ਤਾਂ ਇਸ ਹਿਸਾਬ ਨਾਲ B ਇਕੱਲਾ ਉਸੇ ਕੰਮ ਨੂੰ ਕਿੰਨੇ ਦਿਨਾਂ ਚ ਖਤਮ ਕਰ ਦੂਗਾ, ਇਹ ਸਾਡੇ ਅੱਗੇ ਕੁਐਸਚਨ ਹੈ। ਤਾਂ A ਇਕੱਲਾ ਕਿਸੇ ਕੰਮ ਨੂੰ 10 ਦਿਨ ਚ, A ਤੇ B ਰਲ ਕੇ ਉਸੇ ਕੰਮ ਨੂੰ 6 ਦਿਨ ਚ ਕਰਦੇ ਨੇ, ਕੰਮ ਤਾਂ ਉਹੀ ਹੈ, ਕੰਮ ਤਾਂ ਉਨਾ ਹੀ ਹੈ। ਤਾਂ ਤੁਸੀਂ ਕੰਮ ਕੀ ਅਸਿਊਮ ਕਰੋਗੇ, ਕੰਮ ਅਸਿਊਮ ਕਰਾਂਗੇ ਆਪਾਂ 10 ਤੇ 6 ਦਾ ਐਲਸੀਐਮ। 10 ਤੇ 6 ਦਾ ਐਲਸੀਐਮ, ਰੇਸ਼ੀਓ 5:3 ਆ ਗਈ, ਤਾਂ ਜਾਂ ਤਾਂ 10 × 3 ਕਰ ਦਿਓ 30 ਆ ਜਾਊ, ਜਾਂ 6 × 5 ਕਰ ਦਿਓ ਉਹ ਵੀ 30 ਆ ਜਾਊਗਾ। ਤਾਂ ਟੋਟਲ ਵਰਕ ਆ ਗਿਆ 30 ਟੋਫੀਆਂ। ਟੋਟਲ ਵਰਕ 30 ਟੋਫੀਆਂ ਦੇ ਹਿਸਾਬ ਨਾਲ ਚਲਾਓ ਗੱਲਬਾਤ ਸਾਰੀ। ਤਾਂ A ਦੀ ਐਫੀਸ਼ੀਐਂਸੀ ਬਈ 10 ਦਿਨਾਂ ਚ 30 ਟੋਫੀਆਂ ਖਾਣ ਵਾਲਾ ਬੰਦਾ ਡੇਲੀ ਕਿੰਨੀਆਂ ਟੋਫੀਆਂ ਖਾਂਦਾ ਹੋਊਗਾ, ਡੇਲੀ 3 ਟੋਫੀਆਂ ਖਾਂਦਾ ਹੋਊਗਾ। ਤਾਂ A ਦੀ ਐਫੀਸ਼ੀਐਂਸੀ 3 ਆ ਗਈ। A ਤੇ B ਰਲ ਕੇ 6 ਦਿਨਾਂ ਚ 30 ਟੋਫੀਆਂ ਨਿਬੇੜ ਗਏ, ਇਹਨਾਂ ਨੇ ਡੇਲੀ ਕਿੰਨੀਆਂ ਟੋਫੀਆਂ ਖਾਧੀਆਂ ਹੋਣਗੀਆਂ, 6 ਦਿਨਾਂ ਚ 30 ਦਾ ਮਤਲਬ ਡੇਲੀ 5 ਟੋਫੀਆਂ ਖਾਧੀਆਂ ਹੋਣਗੀਆਂ, ਤਾਂ 6 ਦਿਨਾਂ ਚ 30 ਨਿਬੇੜ ਗਏ ਹੋਣਗੇ। ਹੁਣ ਅਸੀਂ ਇਕੱਲੇ B ਦਾ ਟਾਈਮ ਫਾਈਂਡ ਕਰਨਾ ਨਾ, ਜਿਹਦਾ ਵੀ ਟਾਈਮ ਫਾਈਂਡ ਕਰਨਾ ਹੈ ਉਹਦੀ ਐਫੀਸ਼ੀਐਂਸੀ ਕੱਢੋ। B ਦਾ ਟਾਈਮ ਫਾਈਂਡ ਕਰਨਾ ਤਾਂ B ਦੀ ਦੇਖੋ ਐਫੀਸ਼ੀਐਂਸੀ ਕਿੰਨੀ ਹੈ। ਸਾਡੇ ਕੋਲ A + B ਦੀ ਐਫੀਸ਼ੀਐਂਸੀ 5 ਹੈ, ਵੀ A ਤੇ B ਰਲ ਕੇ ਦਿਨ ਚ 5 ਟੋਫੀਆਂ ਖਾਂਦੇ ਨੇ, ਪਰ ਉਹਨਾਂ 5 ਚੋਂ 3 ਟੋਫੀਆਂ ਤਾਂ ਇਕੱਲੇ A ਦੀਆਂ ਨੇ। ਤਾਂ B ਦੀਆਂ ਕਿੰਨੀਆਂ ਟੋਫੀਆਂ ਹੋਣਗੀਆਂ ਕਿ ਦੋਨਾਂ ਦੀਆਂ ਰਲ ਕੇ 5 ਬਣ ਜਾਣ, B ਦੀਆਂ ਹੋਣਗੀਆਂ 2 ਟੋਫੀਆਂ। B ਦੀ ਐਫੀਸ਼ੀਐਂਸੀ 2 ਆ ਗਈ, ਡੇਲੀ 2 ਟੋਫੀਆਂ ਖਾਂਦਾ। ਤਾਂ ਡੇਲੀ 2 ਟੋਫੀਆਂ ਖਾਣ ਵਾਲਾ ਬੰਦਾ ਉਹੀ ਟੋਟਲ ਵਰਕ 30 ਟੋਫੀਆਂ ਕਿੰਨੇ ਦਿਨਾਂ ਚ ਖਾ ਜਾਊਗਾ, 30/2, 15 ਦਿਨ ਹੀ ਆਨਸਰ ਹੋਣਾ ਸੀ, 15 ਹੀ ਸਾਡਾ ਆਨਸਰ ਆ ਗਿਆ। ਦੱਸੋ ਕਮੈਂਟ ਕਰਕੇ, ਸਮਝ ਆ ਗਿਆ। ठीक है, ਤਾਂ ਇਹ ਆਪਣੇ ਬਹੁਤ ਬੇਸਿਕ ਕੁਐਸਚਨ ਸੀਗੇ। ਇਹ ਤੋਂ ਬਾਅਦ ਬਸ ਆਪਾਂ ਹੁਣ ਚੱਕਦੇ ਜਾਵਾਂਗੇ ਕੁਐਸਚਨਸ ਨੂੰ। ਇਹ ਤੋਂ ਬਾਅਦ ਆਪਾਂ ਹੁਣ ਐਗਜ਼ਾਮਪਲ ਲੈਣੇ ਆ, ਜੇ 2 ਦੀ ਥਾਂ ਤੇ 3 ਪਰਸਨਸ ਤੇ ਕੁਐਸਚਨ ਹੋਵੇ ਤਾਂ ਕੁਐਸਚਨ ਕੀ ਬਣ ਜਾਊਗਾ ਸਾਡਾ, A ਪਰਸਨ ਕੱਲਾ ਕਿਸੇ ਕੰਮ ਨੂੰ ਭਾਈ ਇੰਨੇ ਦਿਨਾਂ ਚ ਕਰਦਾ ਹੈ, B ਕੱਲਾ ਇੰਨੇ ਦਿਨਾਂ ਚ ਕਰਦਾ ਹੈ, C ਕੱਲਾ ਇੰਨੇ ਦਿਨਾਂ ਚ ਕਰਦਾ ਹੈ। ਜੇ ਇਕੱਠੇ ਕਰਨ ਲੱਗ ਜਾਣ ABC, ਇਕੱਠੇ ਕਰਨ ਲੱਗ ਜਾਣ ਉਹੀ ਕੰਮ ਕਿੰਨੇ ਦਿਨਾਂ ਚ ਨਿਬੜੂਗਾ। ਕੱਢਣ ਦਾ ਤਰੀਕਾ ਉਹੀ, ਟੋਟਲ ਵਰਕ ਐਲਸੀਐਮ ਮੰਨ ਲੈਣਾ। ਟੋਟਲ ਵਰਕ ਨੂੰ ਐਲਸੀਐਮ ਮੰਨ ਲਿਆ, ਉਹ ਤੋਂ ਬਾਅਦ ਕੱਲੇ ਦੀ ਐਫੀਸ਼ੀਐਂਸੀ ਦੇਖ ਲਾਂਗੇ, A ਦੀ, B ਦੀ, C ਦੀ। ਜਦੋਂ ਇਕੱਠਿਆਂ ਤੋਂ ਕੰਮ ਕਰਾਉਣਾ ਤਾਂ ਉਹਨਾਂ ਦੀ ਐਫੀਸ਼ੀਐਂਸੀ ਐਡ ਹੋ ਕੇ ਟੋਟਲ ਐਫੀਸ਼ੀਐਂਸੀ ਆ ਜੂ। ਕੰਮ ਓਨਾ ਹੀ ਕਰਾਉਣਾ, ਐਫੀਸ਼ੀਐਂਸੀ ਨਾਲ ਡਿਵਾਈਡ ਕਰ ਦਿਓ, ਆਨਸਰ ਆ ਜਾਊਗਾ। ਤਾਂ ਕੁਐਸਚਨ ਸਾਡਾ A ਪਰਸਨ ਕੱਲਾ ਕਿਸੇ ਕੰਮ ਨੂੰ 24 ਦਿਨਾਂ ਚ ਕਰਦਾ ਹੈ, B ਕੱਲਾ ਉਸੇ ਕੰਮ ਨੂੰ 30 ਦਿਨਾਂ ਚ ਕਰਦਾ ਹੈ, C ਕੱਲਾ ਉਸੇ ਕੰਮ ਨੂੰ 40 ਦਿਨਾਂ ਚ ਕਰਦਾ ਹੈ,
ਤਾਂ ਸਾਡੇ ਅੱਗੇ ਸਵਾਲ ਹੈ ਕਿ A B ਤੇ C ਜੇ ਰਲ ਕੇ ਉਸ ਕੰਮ ਨੂੰ ਕਰਨ ਤਾਂ ਕੰਮ ਕਿੰਨੇ ਦਿਨਾਂ 'ਚ ਖਤਮ ਹੋਵੇ। A ਇਕੱਲਾ ਕਿਸੇ ਕੰਮ ਨੂੰ 24 ਦਿਨਾਂ 'ਚ, B 30 ਦਿਨਾਂ 'ਚ, C 40 ਦਿਨਾਂ ਦੇ ਵਿੱਚ। ਤੇ ਜੇ ਰਲ ਕੇ ਕੰਮ ਕਰਨ, ABC ਮਿਲ ਕੇ ਕੰਮ ਕਰਨ, ਇਨ ਵਟ ਟਾਈਮ ਵਿਲ ਦੇ ਟੁਗੇਦਰ ਕੰਪਲੀਟ ਦਾ ਵਰਕ। ਇਨ ਵਟ ਟਾਈਮ ਵਿਲ A B ਐਂਡ C ਟੁਗੇਦਰ, ਇਕੱਠੇ, ਵਿਲ ਕੰਪਲੀਟ ਦਾ ਵਰਕ। ਤਾਂ ਕੰਮ ਕਿੰਨਾ ਹੈਗਾ? ਜਦੋਂ ਇਕੱਠੇ ਕੰਮ ਕਰਨਗੇ ਉਦੋਂ ਉਹਨਾਂ ਦੀ ਐਫੀਸ਼ੀਐਂਸੀ ਐਡ ਹੋਊਗੀ ਨਾ, ਤਾਂ ਐਫੀਸ਼ੀਐਂਸੀ ਕਿੱਥੋਂ ਨਿਕਲੂ? ਜੇ ਟੋਟਲ ਵਰਕ ਪਤਾ ਹੋ ਤਾਂ ਟੋਟਲ ਵਰਕ ਦੱਸੋ ਕੀ ਲਿਆ ਜਾਊਗਾ? ਟੋਟਲ ਵਰਕ ਲਿਆ ਜਾਊਗਾ 24, 30 ਤੇ 40 ਦਾ ਐਲਸੀਐਮ। ਤਿੰਨ ਨੰਬਰਾਂ ਦਾ ਐਲਸੀਐਮ ਕੀ ਹੋਊਗਾ? ਤਿੰਨ ਨੰਬਰਾਂ ਦਾ ਐਲਸੀਐਮ ਹੋਊਗਾ 24, 30 ਤੇ 40। ਤਿੰਨ ਛੱਡੋ, 4, 5, 6, ਜਿੰਨੇ ਮਰਜ਼ੀ ਨੰਬਰਾਂ ਦਾ ਐਲਸੀਐਮ ਲੈਣ ਨੂੰ ਕਹਿ ਦਿੱਤਾ ਜਾਵੇ, ਜਿੰਨੇ ਮਰਜ਼ੀ ਨੰਬਰਾਂ ਦਾ ਐਲਸੀਐਮ ਲੈਣ ਨੂੰ ਕਹਿ ਦਿੱਤਾ ਜਾਵੇ। ਵੈਸੇ ਤਾਂ ਆਸਾਨ ਹੋਣਾ ਚਾਹੀਦਾ ਵੀ ਨੰਬਰ ਦੇਖਿਆ ਐਲਸੀਐਮ ਦਿਮਾਗ 'ਚ ਆ ਗਿਆ। ਆਹ ਤਰੀਕਿਆਂ 'ਚ ਪੈਣ ਦੀ ਲੋੜ ਨਹੀਂ ਹੋਣੀ ਚਾਹੀਦੀ ਸਾਨੂੰ। ਫਿਰ ਵੀ ਜੇ ਦਿੱਕਤ ਆ ਰਹੀ ਹੈ ਤਾਂ ਉਹ 24, 30 ਦਾ 40 ਦਾ ਜਿਹੜਾ ਸਕੂਲ 'ਚ ਐਲਸੀਐਮ ਸਿਖਾਉਂਦੇ ਸੀ ਉਵੇਂ ਕਰਨ ਦੀ ਲੋੜ ਨਹੀਂ। 24, 30, 40 ਦਾ ਐਲਸੀਐਮ ਕੱਢਣਾ, ਸਭ ਤੋਂ ਵੱਡਾ ਨੰਬਰ 40 ਆ, ਮਤਲਬ 24, 30 ਤੇ 40 ਲਿਖ ਲਿਆ। ਸਭ ਤੋਂ ਵੱਡਾ ਨੰਬਰ 40 ਆ ਨਾ, 40 ਨਾਲ ਡਿਵਾਈਡ ਕਰ ਦਿਓ ਸਾਰਿਆਂ ਨੂੰ। ਇਹਨੂੰ ਵੀ 40 ਤੇ ਡਿਵਾਈਡ ਕਰ ਦਿਓ, ਇਹਨੂੰ ਵੀ 40 ਤੇ ਡਿਵਾਈਡ ਕਰ ਦਿਓ। ਇਹ ਤਾਂ ਕੱਟੇ ਹੀ ਗਿਆ, 1 ਆ ਜਾਊਗਾ। 40/40 ਹੋ ਕੇ 1 ਆ ਜਾਊਗਾ। ਤਾਂ 24/40 8 ਦੇ ਟੇਬਲ 'ਚ 3/5, 30/40 ਇਹ ਵੀ 8 ਦੇ ਟੇਬਲ 'ਚ 3/4, ਨਹੀਂ 10 ਦੇ ਟੇਬਲ 'ਚ, ਸੌਰੀ 0 ਕੱਟਿਆ ਗਿਆ, 3/4। ਤਾਂ ਤੁਹਾਡਾ ਐਲਸੀਐਮ ਕਿੰਨਾ ਆਜੂ? ਐਲਸੀਐਮ ਆਜੂ ਜਿਹੜਾ ਸਭ ਤੋਂ ਵੱਡਾ ਨੰਬਰ ਸੀ 40, ਜਿਹਦੇ ਨਾਲ ਡਿਵਾਈਡ ਕੀਤਾ ਸਾਰਿਆਂ ਨੂੰ, ਮਲਟੀਪਲਾਈ ਡਿਵਾਈਡ ਕਰਕੇ ਨਿਊਮੀਰੇਟਰਾਂ ਦਾ ਐਲਸੀਐਮ। 3 ਤੇ 3 ਦਾ ਐਲਸੀਐਮ ਤਾਂ 3 ਹੀ ਹੁੰਦਾ, ਤਾਂ ਐਲਸੀਐਮ ਆ ਗਿਆ 120। ਐਲਸੀਐਮ ਕਿੰਨਾ ਆ ਗਿਆ ਤੁਹਾਡਾ? 120। ਤਾਂ ਤੁਸੀਂ 120 ਟੌਫੀਆਂ ਮੰਨ ਲਓ, 120 ਟੋਟਲ ਵਰਕ ਆ ਗਿਆ ਸਾਡਾ ਐਲਸੀਐਮ, 120 ਟੌਫੀਆਂ। A ਪਰਸਨ 24 ਦਿਨਾਂ 'ਚ 120 ਟੌਫੀਆਂ ਖਾਂਦਾ ਹੈ, ਡੇਲੀ 5 ਖਾਂਦਾ ਹੋਊਗਾ, A ਦੀ ਐਫੀਸ਼ੀਐਂਸੀ 5 ਆ ਗਈ। B ਪਰਸਨ 30 ਦਿਨਾਂ 'ਚ 120 ਟੌਫੀਆਂ ਖਾਂਦਾ, ਉਹ ਡੇਲੀ 4-4 ਟੌਫੀਆਂ ਖਾਂਦਾ ਹੋ। C ਦੀ ਐਫੀਸ਼ੀਐਂਸੀ ਕਿੰਨੀ ਆ ਜੂ? 40 ਦਿਨਾਂ 'ਚ 120 ਟੌਫੀਆਂ, ਡੇਲੀ 3-3 ਟੌਫੀਆਂ ਖਾਂਦਾ ਹੋ। ਤਾਂ ਜਦੋਂ ਤਿੰਨੇ ਜਾਣੇ ਰਲ ਕੇ ਕੰਮ ਕਰਨਗੇ ਉਦੋਂ ਕੰਮ ਕਿੰਨੇ ਦਿਨਾਂ 'ਚ ਖਤਮ ਹੋਊਗਾ? ਉਦੋਂ ਕੰਮ ਕਿੰਨੇ ਦਿਨਾਂ 'ਚ ਖਤਮ ਹੋਊਗਾ? ਰਲ ਕੇ ਕੰਮ ਕਰਨਗੇ ਤਾਂ ਐਫੀਸ਼ੀਐਂਸੀ ਐਡ ਹੋਊਗੀ। ਤਾਂ ਰਲ ਕੇ ਕਿੰਨੀਆਂ ਟੌਫੀਆਂ ਖਾ ਰਹੇ ਨੇ ਡੇਲੀ? 5 ਤੇ 8 4 12, ਡੇਲੀ 12 ਟੌਫੀਆਂ ਖਾ ਰਹੇ ਨੇ। ਤਾਂ 12 ਟੌਫੀਆਂ ਖਾਂਦੇ ਹੋਏ ਕੰਮ 120 ਟੌਫੀਆਂ ਦਾ ਹੀ ਕਰਨਾ। 120 ਟੌਫੀਆਂ ਕਿੰਨੇ ਦਿਨਾਂ 'ਚ ਖਤਮ ਕਰ ਦੇਣਗੇ? 120/12, 10 ਦਿਨ ਆਨਸਰ। 10 ਦਿਨ ਆਨਸਰ ਆ ਗਿਆ ਇਹਦਾ। ਬਿਲਕੁਲ ਠੀਕ ਹੈ ਰਾਜਨ, ਵੈਰੀ ਗੁੱਡ। ਓਕੇ, ਹਾਂਜੀ ਸਮਝ ਆ ਗਿਆ। ਇਹਦੇ ਵਿੱਚ ਅਗਲਾ ਕੁਐਸਚਨ ਕੀ ਬਣ ਜੂ? A ਇਕੱਲਾ ਕਿਸੇ ਕੰਮ ਨੂੰ 24 ਦਿਨ 'ਚ ਕਰਦਾ, B ਇਕੱਲਾ ਉਸੇ ਕੰਮ ਨੂੰ 30 ਦਿਨਾਂ 'ਚ ਕਰਦਾ, A B ਤੇ C ਰਲ ਕੇ ਉਸ ਕੰਮ ਨੂੰ ਜੇ 10 ਦਿਨ 'ਚ ਕਰਦੇ ਨੇ ਤਾਂ C ਇਕੱਲਾ ਕਿੰਨੇ ਦਿਨਾਂ 'ਚ ਕਰੂਗਾ? ਸਾਡਾ ਇਹ ਕੁਐਸਚਨ ਬਣ ਜੂਗਾ। ਤਾਂ ਹੁਣ ਆਪਾਂ ਸ਼ੀਟ ਖੋਲੀਏ। ਹੁਣ ਆਪਾਂ ਚਲੋ ਬਹੁਤੇ ਕੁਐਸਚਨ ਇਦਾਂ ਨਾ ਕਰੀਏ, ਸ਼ੀਟ ਖੋਲੋ ਆਪਣੀ। ਸ਼ੀਟ ਦੇ ਵਿੱਚ ਪਹਿਲਾ ਕੁਐਸਚਨ ਤਾਂ ਸਾਡਾ ਦੇਖੋ, ਪਹਿਲਾਂ ਤਾਂ ਐਫੀਸ਼ੀਐਂਸੀ ਦੀ ਡੈਫੀਨੇਸ਼ਨ ਲਿਖੀ ਹੋਈ ਆ, ਦਾ ਵਰਕ ਡਨ ਇਨ 1 ਯੂਨਿਟ ਟਾਈਮ, ਕਿ ਭਾਈ 1 ਯੂਨਿਟ ਸਮੇਂ 'ਚ ਜਿੰਨਾ ਕੰਮ ਕੀਤਾ ਜਾਂਦਾ ਉਹ ਐਫੀਸ਼ੀਐਂਸੀ ਹੁੰਦੀ ਆ। ਫਿਰ ਪਹਿਲਾ ਕੁਐਸਚਨ ਕੀ ਆ? A alone can do a piece of work in 10 days while B alone can do the same work in 15 days. In how many days can they together complete the same work? ਜੇ ਇਕੱਠੇ ਕੰਮ ਕਰਨ ਤਾਂ ਕੰਮ ਕਿੰਨੇ ਦਿਨਾਂ 'ਚ ਹੋਵੇ? ਤਾਂ A 10 ਦਿਨ 'ਚ, B 15 ਦਿਨਾਂ 'ਚ, ਬਿਨਾਂ ਪੈਨ ਤੋਂ ਜੇ ਕਰਨਾ ਹੋਵੇ। A ਕਿਸੇ ਕੰਮ ਨੂੰ 10 ਦਿਨ 'ਚ ਕਰਦਾ, B ਉਹੀ ਕੰਮ 15 ਦਿਨਾਂ 'ਚ ਕਰਦਾ। ਕੰਮ ਸੇਮ ਹੈ ਤਾਂ ਐਲਸੀਐਮ ਲੈ ਲਓ। 10 ਤੇ 15 ਦਾ ਐਲਸੀਐਮ 30 ਆ ਗਿਆ, ਤਾਂ 30 ਟੌਫੀਆਂ ਖਾਂਦੇ ਨੇ। A 10 ਦਿਨਾਂ 'ਚ 30 ਟੌਫੀਆਂ ਖਾਂਦਾ, ਡੇਲੀ 3-3 ਖਾਂਦਾ ਹੋਊਗਾ। B 15 ਦਿਨਾਂ 'ਚ 30 ਟੌਫੀਆਂ, ਉਹ ਡੇਲੀ 2-2 ਖਾਂਦਾ ਹੋਊਗਾ। ਤਾਂ ਜਦੋਂ ਦੋਨੇ ਜਾਣੇ ਰਲ ਕੇ ਕੰਮ ਕਰਨ ਲੱਗੇ ਉਹਨਾਂ ਦੀਆਂ ਟੌਫੀਆਂ ਐਡ ਹੋਣਗੀਆਂ, ਐਫੀਸ਼ੀਐਂਸੀ ਐਡ ਹੁੰਦੀ ਆ। ਤਾਂ A ਡੇਲੀ 3, B ਡੇਲੀ 2, ਤਾਂ ਜਦੋਂ ਰਲ ਕੇ ਕੰਮ ਕਰਨਗੇ ਡੇਲੀ 5-5 ਟੌਫੀਆਂ ਖਾਣਗੇ। ਹੁਣ ਇਹ 5 ਟੌਫੀਆਂ ਜੇ ਕੁੱਲ 30 ਖਾਣੀਆਂ ਨੇ ਤਾਂ ਕਿੰਨੇ ਦਿਨਾਂ 'ਚ? 30/5, 6 ਦਿਨ ਆਨਸਰ ਆ ਜਾਊਗਾ। ਉਸੇ ਤਰ੍ਹਾਂ ਅਗਲਾ ਕੁਐਸਚਨ ਕਰੋ, ਸੈਕਿੰਡ ਕੁਐਸਚਨ ਕਰੋ। A alone can do a piece of work in 25 days. A ਇਕੱਲਾ ਕਿਸੇ ਕੰਮ ਨੂੰ 25 ਦਿਨ 'ਚ ਕਰਦਾ ਹੈ। Which A and B together can do the same work in 15 days. A ਇਕੱਲਾ
ਜਿਹੜੇ ਕੰਮ ਨੂੰ 25 ਦਿਨਾਂ 'ਚ ਕਰਦਾ ਹੈ A ਤੇ B ਰਲ ਕੇ 15 ਦਿਨਾਂ 'ਚ ਕਰੀ ਜਾਂਦੇ ਨੇ, ਤਾਂ ਕੱਲਾ B ਦੱਸੋ ਕਿੰਨੇ ਦਿਨਾਂ 'ਚ ਕਰੂਗਾ। ਤਾਂ ਸੈਕਿੰਡ ਕੁਐਸਚਨ ਤੁਸੀਂ ਕਰੋ। ਥਰਡ ਕੁਐਸਚਨ ਸੇਮ ਆ, A ਕੱਲਾ 12 ਦਿਨਾਂ 'ਚ, B 15 ਦਿਨਾਂ 'ਚ, C 20 ਦਿਨਾਂ ਦੇ ਵਿੱਚ। ਇਨ ਵਟ ਟਾਈਮ ਵਿਲ ਦੇ ਟੁਗੇਦਰ ਕੰਪਲੀਟ ਦਾ ਵਰਕ। ਇਹ ਆਪਾਂ ਕਰ ਲਿਆ। ਫਿਰ ਚੌਥਾ ਕੁਐਸਚਨ ਕਰੋ। ਚੌਥਾ ਕੁਐਸਚਨ ਕੀ ਆ, A alone and B alone can do a piece of work in 72 ਦਿਨ ਤੇ 120 ਦਿਨ ਰਿਸਪੈਕਟਿਵਲੀ। A ਕੱਲਾ ਕੰਮ ਨੂੰ 72 ਦਿਨਾਂ 'ਚ ਕਰਦਾ, B ਕੱਲਾ 120 ਦਿਨਾਂ 'ਚ ਕਰਦਾ। ਉਹ ਕਹਿੰਦੇ ਬਟ with the help of C they can do the same work in 30 days। ਪਰ C ਦੀ ਹੈਲਪ ਨਾਲ ਉਹ ਦੋਵੇਂ ਜਾਣੇ C ਦੀ ਹੈਲਪ ਨਾਲ, ਮਤਲਬ A B ਤੇ C ਉਸੇ ਕੰਮ ਨੂੰ 30 ਦਿਨਾਂ 'ਚ ਖਤਮ ਕਰ ਰਹੇ ਨੇ। C ਕੱਲਾ ਕਿੰਨੇ ਦਿਨਾਂ 'ਚ ਕਰੂਗਾ। ਤਾਂ ਦੂਜਾ ਤੇ ਚੌਥਾ ਕੁਐਸਚਨ ਕਰੋ। ਨੇਹਾ ਧਿਆਨ ਨਾਲ ਕਰ, ਦੂਜੇ ਦਾ ਆਨਸਰ ਸਹੀ ਨਹੀਂ ਹੈਗਾ। ਬਿਲਕੁਲ ਠੀਕ ਹੈ। ਜਿਹੜੇ ਬੱਚਿਆਂ ਨੇ ਸੈਕਿੰਡ ਕੁਐਸਚਨ ਦਾ ਆਨਸਰ 37 ਐਂਡ ਹਾਫ ਡੇਜ਼ ਕੱਢਿਆ, ਬਿਲਕੁਲ ਠੀਕ ਹੈ। ਸੈਕਿੰਡ ਕੁਐਸਚਨ ਦਾ ਆਨਸਰ 37 ਐਂਡ ਹਾਫ ਡੇਜ਼ ਕਰਦੇ ਹਾਂ ਆਪਾਂ ਸੋਲਵ। ਤੇ ਫੋਰਥ ਕੁਐਸਚਨ ਦਾ ਆਨਸਰ 90 ਦਿਨ, ਬਿਲਕੁਲ ਠੀਕ ਹੈ। ਫੋਰਥ ਦਾ ਆਨਸਰ 90 ਡੇਜ਼। ਤੁਹਾਡੇ ਕੋਲ 20 ਸਕਿੰਟ ਹੋਰ ਨੇ, ਫਿਰ ਮੈਂ ਕਰਵਾਉਣਾ। ਗੁਰਵਿੰਦਰ ਠੀਕ ਹੈ ਬੱਚੇ। ਓਕੇ, ਟਾਈਮ ਓਵਰ। क्वेश्चन पहला सेकंड क्वेश्चन देखो। सेकंड क्वेश्चन है ए अलोन कैन डू अ पीस ऑफ वर्क इन 25 डेज। ए कल्ला किसे काम ਨੂੰ 25 ਦਿਨਾਂ ਚ ਕਰਦਾ ਹੈ। A ਤੇ B ਰਲ ਕੇ A and B together can do the same work in 15 days। A ਤੇ B ਇਕੱਠੇ ਉਸੇ ਕੰਮ ਨੂੰ 15 ਦਿਨਾਂ ਚ ਕਰੀ ਜਾਂਦੇ ਨੇ। ਸਾਡਾ ਸਵਾਲ ਹੈ ਕਿ ਜੇ B ਕੱਲਾ ਉਸੇ ਕੰਮ ਨੂੰ ਕਰੇ ਤਾਂ ਕੰਮ ਕਿੰਨੇ ਦਿਨਾਂ ਚ ਖਤਮ ਹੋਵੇ। A ਕੱਲਾ ਉਸ ਕੰਮ ਨੂੰ 25 ਦਿਨਾਂ ਚ ਕਰਦਾ, A ਤੇ B ਰਲ ਕੇ ਉਸੇ ਕੰਮ ਨੂੰ 15 ਦਿਨਾਂ ਚ ਕਰਦੇ ਨੇ, ਤਾਂ ਕੱਲਾ B ਕਿੰਨੇ ਦਿਨਾਂ ਚ ਕਰੂਗਾ। ਕੰਮ ਸੇਮ ਹੈ ਤਾਂ ਕਿੰਨਾ ਅਸਿਊਮ ਕਰਾਂਗੇ ਵਰਕ। 25 ਤੇ 15 ਦਾ ਐਲਸੀਐਮ 75। ਤਾਂ 75 ਟੋਫੀਆਂ ਖਾ ਰਹੇ ਨੇ। A 25 ਦਿਨਾਂ 'ਚ 75 ਟੋਫੀਆਂ ਖਾਂਦਾ, ਡੇਲੀ 3-3 ਖਾਂਦਾ ਹੋਊਗਾ। A ਤੇ B ਰਲ ਕੇ 15 ਦਿਨਾਂ 'ਚ 75 ਟੋਫੀਆਂ, ਡੇਲੀ 5 ਖਾਂਦੇ ਹੋਣਗੇ। ਤਾਂ A ਤੇ B ਰਲ ਕੇ ਜਿਹੜਾ 5-5 ਟੋਫੀਆਂ ਖਾ ਰਹੇ ਨੇ, ਉਹ 'ਚੋਂ 3 ਟੋਫੀਆਂ ਤਾਂ ਇਕੱਲੇ A ਦੀਆਂ ਨੇ। 3 ਟੋਫੀਆਂ ਇਕੱਲੇ A ਦੀਆਂ ਨੇ, ਤਾਂ B ਦੀਆਂ ਕਿੰਨੀਆਂ ਹੋਣਗੀਆਂ ਕਿ 5 ਬਣ ਜਾਣ। B ਦੀਆਂ ਹੋਣਗੀਆਂ ਡੇਲੀ 2 ਟੋਫੀਆਂ। ਤਾਂ ਡੇਲੀ 2 ਟੋਫੀਆਂ ਦੇ ਹਿਸਾਬ ਨਾਲ 75 ਟੋਫੀਆਂ ਕਿੰਨੇ ਦਿਨਾਂ 'ਚ। 75/2 37.5 ਦਿਨ। 37 1/2 ਡੇਜ਼। ਜਿਹੜੇ ਬੱਚਿਆਂ ਨੇ 37.5 ਲਿਖਿਆ ਉਹ ਠੀਕ ਹੈ, ਪਰ ਤੁਸੀਂ ਫ੍ਰੈਕਸ਼ਨ ਦੇ ਵਿੱਚ 37 1/2 ਡੇਜ਼ ਲਿਖੋਗੇ। ਹਾਂਜੀ, ਸਮਝ ਆ ਗਿਆ? ਪਲੀਜ਼ ਕਮੈਂਟ ਕਰਕੇ ਦੱਸਿਓ। ਇਸੇ ਤਰ੍ਹਾਂ ਫੋਰਥ ਕੁਐਸਚਨ ਕਰਦੇ ਆ। ਜਿਹੜਾ ਵੀ ਕੁਐਸਚਨ ਕਿਤੇ ਸਮਝਣਾ ਹੋਇਆ ਤੇ ਮੈਂ ਪਹਿਲਾਂ ਹੀ ਰੱਬ ਕਰ ਗਿਆ, ਕਮੈਂਟ ਕਰ ਦਿਓ, ਦੁਬਾਰੇ ਲਿਖ ਦਾਂਗੇ। ਕੁਐਸਚਨ ਕੀ ਹੈ, A ਕੱਲਾ ਕਿਸੇ ਕੰਮ ਨੂੰ 72 ਡੇਜ਼ ਹੈ। A ਕੱਲਾ ਕਿਸੇ ਕੰਮ ਨੂੰ 72 ਡੇਜ਼ ਦੇ ਵਿੱਚ ਕਰਦਾ ਹੈ, which B alone do in 120 ਡੇਜ਼। ਜਿਹੜਾ ਕੰਮ B ਕੱਲਾ 120 ਦਿਨਾਂ ਚ ਕਰ ਦਿੰਦਾ ਹੈ। A B ਤੇ ਨਾਲ ਰਲਾ ਲਿਆ C ਨੂੰ, ਉਸੇ ਕੰਮ ਨੂੰ 30 ਦਿਨਾਂ ਚ ਹੀ ਖਤਮ ਕਰੀ ਜਾਂਦੇ ਨੇ। ਤਾਂ ਦੱਸੋ ਕੱਲਾ C ਉਸ ਕੰਮ ਨੂੰ ਕਿੰਨੇ ਦਿਨਾਂ ਚ ਕਰੂਗਾ। ਤਾਂ ਕੱਲਾ C ਕਿੰਨੇ ਦਿਨਾਂ ਚ ਕਰੂਗਾ। ਉਹਦੇ ਲਈ C ਦੀ ਐਫੀਸ਼ੀਐਂਸੀ ਪਤਾ ਹੋਣੀ ਚਾਹੀਦੀ ਹੈ, ਟੋਟਲ ਵਰਕ ਪਤਾ ਹੋਣਾ ਚਾਹੀਦਾ, ਇਹਨਾਂ ਦੀ ਐਫੀਸ਼ੀਐਂਸੀ ਨਿਕਲਣੀ ਚਾਹੀਦੀ ਹੈ। ਤਾਂ ਸਭ ਤੋਂ ਪਹਿਲਾਂ ਅਸੀਂ ਟੋਟਲ ਵਰਕ ਅਸਿਊਮ ਕਰਾਂਗੇ। A ਕੱਲਾ ਕੰਮ ਨੂੰ 72 ਦਿਨਾਂ ਚ ਕਰਦਾ, B ਕੱਲਾ 120 ਦਿਨਾਂ ਚ ਕਰਦਾ। A B ਤੇ C ਰਲ ਕੇ ਉਸ ਕੰਮ ਨੂੰ 30 ਦਿਨਾਂ ਚ ਖਤਮ ਕਰੀ ਜਾਂਦੇ ਨੇ, ਤਾਂ ਕੱਲੇ C ਦਾ ਆਪਾਂ ਫਾਈਂਡ ਕਰਨਾ। ਤਾਂ ਟੋਟਲ ਵਰਕ 72 120 ਤੇ 30 ਦਾ ਐਲਸੀਐਮ। ਹੁਣ ਇੱਕ ਚੀਜ਼ ਹੋਰ ਦੇਖੋ, ਵੈਸੇ ਤਾਂ 3 ਨੰਬਰ ਵਾਲਾ ਐਲਸੀਐਮ ਵੀ ਕੱਢ ਕੇ ਦੇਖ ਲਿਆ ਆਪਾਂ, 2 ਨੰਬਰ ਵਾਲਾ ਵੀ ਕੱਢ ਕੇ ਦੇਖ ਲਿਆ। ਓਬਵੀਅਸਲੀ ਸਾਰਿਆਂ ਨੂੰ 2 ਨੰਬਰ ਵਾਲਾ ਸੌਖਾ ਲੱਗਿਆ ਹੋਊਗਾ। ਆ 3 ਨੰਬਰ ਨੇ,
ਇੱਥੇ 3 ਨੰਬਰਾਂ ਦਾ ਐਲਸੀਐਮ ਕਿਵੇਂ ਕੱਢਾਂਗੇ? ਇੱਥੇ 3 ਨੰਬਰ ਵਾਲੇ ਐਲਸੀਐਮ ਦੇ ਵਿੱਚੋਂ 1 ਨੰਬਰ ਬਾਹਰ ਕੱਢ ਦੋ, 2 ਦਾ ਹੀ ਨਿਕਲ ਜੂਗਾ, ਕਿਉਂਕਿ 30 ਤੇ 120 ਦੇ ਮਾਮਲਾ ਕੀ ਆ, 30 ਦੇ ਟੇਬਲ 'ਚ 120 ਹੁੰਦਾ, ਆਪਾਂ 3 ਨੰਬਰ 72 120 ਤੇ 30 ਦਾ ਐਲਸੀਐਮ ਕੱਢਣਾ ਸੀ ਨਾ, ਪਰ ਜਿਹੜੇ 3 ਨੰਬਰ ਨੇ ਉਹਨਾਂ 'ਚ 2 ਨੰਬਰਾਂ 'ਚ ਇਹ ਰਿਲੇਸ਼ਨ ਬਣਦਾ ਵੀ 30 ਦੇ ਟੇਬਲ 'ਚ 120 ਹੁੰਦਾ, ਤਾਂ ਇਸ ਕਰਕੇ ਜੇ ਤੁਸੀਂ 30 ਨੂੰ ਛੱਡ ਵੀ ਦੋ, ਸਿਰਫ 72 ਤੇ 120 ਦਾ ਐਲਸੀਐਮ ਕੱਢ ਲਓ, ਸਿਰਫ 72 ਤੇ 120 ਦਾ ਐਲਸੀਐਮ ਕੱਢ ਲਓ, ਤਾਂ ਉਹ 30 ਦੇ ਟੇਬਲ 'ਚ ਆਟੋਮੈਟਿਕਲੀ ਆਉਂਦਾ ਹੀ, ਉਹ 30 ਦਾ ਵੀ ਐਲਸੀਐਮ ਹੋਊਗਾ ਹੀ ਹੋਊਗਾ। ਤਾਂ ਇਸ ਕਰਕੇ 72 ਤੇ 120 ਦਾ ਐਲਸੀਐਮ ਹੀ ਕੱਢ ਲਓ। ਐਲਸੀਐਮ ਤੁਹਾਡਾ ਆ ਗਿਆ 360, ਤਾਂ 360 ਟੌਫੀਆਂ ਦਾ ਮਤਲਬ A 72 ਦਿਨਾਂ 'ਚ 360 ਟੌਫੀਆਂ ਖਾਂਦਾ, ਡੇਲੀ 5 ਖਾਂਦਾ ਹੋਊ, B 120 ਦਿਨਾਂ 'ਚ 360 ਡੇਲੀ 3 ਟੌਫੀਆਂ ਖਾਂਦਾ ਹੋਊ, ABC ਰਲ ਕੇ 30 ਦਿਨਾਂ 'ਚ 360 ਟੌਫੀਆਂ ਮਤਲਬ 12 ਟੌਫੀਆਂ ਡੇਲੀ। ਤਾਂ C ਇਕੱਲਾ ਉਸ ਕੰਮ ਨੂੰ ਕਿੰਨੇ ਦਿਨਾਂ 'ਚ ਕਰੂਗਾ, ਇਹ ਤਾਂ ਪਤਾ ਲੱਗੂ ਜੇ C ਦੀ ਐਫੀਸ਼ੀਐਂਸੀ ਆਊ। ਤਾਂ C ਦੀ ਐਫੀਸ਼ੀਐਂਸੀ ਦੇਖੋ, ABC ਦੀ ਐਫੀਸ਼ੀਐਂਸੀ 12 ਹੈ, ABC ਡੇਲੀ 12 ਟੌਫੀਆਂ ਖਾਂਦੇ ਨੇ ਰਲ ਕੇ, ਪਰ ਉਹਨਾਂ 12 ਚੋਂ 5 ਟੌਫੀਆਂ ਤਾਂ ਇਕੱਲੇ A ਦੀਆਂ ਨੇ, 3 ਟੌਫੀਆਂ ਇਕੱਲੇ B ਦੀਆਂ ਨੇ, ਤਾਂ 5 ਤੇ 3 8 ਟੌਫੀਆਂ ਤਾਂ A ਤੇ B ਦੀਆਂ ਹੋ ਗਈਆਂ। ਤਾਂ C ਦੀਆਂ ਕਿੰਨੀਆਂ ਟੌਫੀਆਂ ਹੋਣਗੀਆਂ ਕਿ 12 ਬਣ ਜਾਣ? C ਦੀਆਂ ਹੋਣਗੀਆਂ 4 ਟੌਫੀਆਂ ਡੇਲੀ। C ਡੇਲੀ 4 ਟੌਫੀਆਂ ਖਾਂਦਾ, ਤਾਂ ਬਾਈ ਡੇਲੀ 4 ਟੌਫੀਆਂ ਖਾਣ ਵਾਲਾ ਬੰਦਾ ਜੇ 360 ਟੌਫੀਆਂ ਖਵਾਉਣੀਆਂ ਹੋਣ, ਸੇਮ ਵਰਕ ਕਰਾਉਣਾ ਹੋਵੇ, ਕਿੰਨੇ ਦਿਨਾਂ 'ਚ ਕਰੂਗਾ? 360/4, 90 ਦਿਨ। ਆਨਸਰ ਸਾਰੇ ਬੱਚਿਆਂ ਦਾ ਠੀਕ ਸੀ, ਬਿਲਕੁਲ ਠੀਕ ਹੈ। नहीं पंकज, वो 4th क्वेश्चन में नहीं, वो किसी और क्वेश्चन में होता है ऐसे जो आप कह रहे हो। ओके, 5th क्वेश्चन देखो, 5th क्वेश्चन किया, मोदी अलोन कैन ले खरड़ चंडीगढ़ हाईवे इन 16 मंथ्स। ਜਿਹੜਾ ਖਰੜ ਤੋਂ ਚੰਡੀਗੜ੍ਹ ਦਾ ਹਾਈਵੇ ਆ, ਕਿੱਡਾ ਲੰਬਾ ਕਿੱਡਾ ਚੌੜਾ ਕਿਸੇ ਨੂੰ ਨਹੀਂ ਪਤਾ। ਸਾਨੂੰ ਕਿਹਾ ਗਿਆ ਕਿ ਜੇ ਮੋਦੀ ਕੱਲਾ ਇਸ ਹਾਈਵੇ ਨੂੰ ਬਣਾਵੇ ਤਾਂ 16 ਮਹੀਨਿਆਂ 'ਚ ਬਣਾ ਦੂਗਾ। ਮਤਲਬ ਕੋਈ ਵੀ ਕੰਮ ਹੈ ਨਾ, ਖਰੜ ਤੋਂ ਚੰਡੀਗੜ੍ਹ ਦਾ ਹਾਈਵੇ ਬਣਾਉਣਾ ਵੀ ਆਪਣੇ ਆਪ 'ਚ ਇੱਕ ਕੰਮ ਹੈ। ਮੋਦੀ ਕੱਲਾ ਇਸ ਕੰਮ ਨੂੰ 16 ਮਹੀਨੇ 'ਚ ਕਰ ਸਕਦਾ, ਵਾਈਲ ਕੈਪਟਨ ਅਲੋਨ ਕੈਨ ਲੇਟ ਇਨ 12 ਮੰਥਸ। ਉਹੀ ਕੰਮ ਜੇ ਕੈਪਟਨ ਕਰੇ ਤਾਂ 12 ਮਹੀਨੇ 'ਚ ਕਰ ਸਕਦਾ। ਕੰਮ ਕੀ ਹੈ? ਖਰੜ ਤੋਂ ਚੰਡੀਗੜ੍ਹ ਦਾ ਹਾਈਵੇ ਕਿੱਡਾ ਲੰਬਾ ਕੁਝ ਨਹੀਂ ਪਤਾ, ਤਾਂ ਕੰਮ ਦੀ ਕੁਆਂਟੀਟੀ ਨਹੀਂ ਪਤਾ ਕਿੰਨੀ ਹੈ। ਮੋਦੀ ਕੱਲਾ ਕਿਸੇ ਕੰਮ ਨੂੰ 16 ਮਹੀਨੇ 'ਚ ਕਰਦਾ, ਕੈਪਟਨ ਕੱਲਾ ਉਸੇ ਕੰਮ ਨੂੰ 12 ਮਹੀਨੇ 'ਚ ਕਰਦਾ। ਇਫ ਵਿਦ ਦਾ ਹੈਲਪ ਆਫ ਸੁਖਬੀਰ ਬਾਦਲ ਦੇ ਅਲੋਨ ਕੈਨ ਕੰਪਲੀਟ ਦਾ ਸੇਮ ਟਾਸਕ ਇਨ 4 ਮੰਥਸ। ਜੇ ਇਹ ਦੋਵੇਂ ਜਾਣੇ ਤੇ ਤੀਜਾ ਸੁਖਬੀਰ ਨੂੰ ਨਾਲ ਲੈ ਲੈਣ, ਬਾਦਲ ਨੂੰ ਨਾਲ ਲੈ ਲੈਣ, ਤਾਂ ਤਿੰਨੇ ਜਾਣੇ ਰਲ ਕੇ ਇਹੀ ਕੰਮ 4 ਮਹੀਨੇ 'ਚ ਕਰ ਦਿੰਦੇ ਨੇ। ਆਪਣਾ ਸਵਾਲ ਇਹ ਹੈ ਵੀ ਇਕੱਲੇ ਬਾਦਲ ਸਾਹਿਬ ਲੱਗੇ ਹੁਣ ਤਾਂ ਕੰਮ ਕਿੰਨੇ ਦਿਨਾਂ 'ਚ ਹੋਵੇ? ਇਨ ਵਟ ਟਾਈਮ, ਇਨ ਹਾਊ ਮੈਨੀ ਡੇਜ਼ ਮੈਂ ਗਲਤੀ ਨਾਲ ਡੇਜ਼ ਲਿਖ ਗਿਆ, ਇਨ ਹਾਊ ਮੈਨੀ ਮੰਥਸ ਆਊਗਾ ਕਿਉਂਕਿ ਮੰਥਸ ਦੇ ਉੱਤੇ ਕੁਐਸਚਨ ਹੈ ਤਾਂ ਇੱਥੇ ਮੰਥਸ ਆਊਗਾ। ਤਾਂ ਇਨ ਹਾਊ ਮੈਨੀ ਮੰਥਸ ਬਾਦਲ ਅਲੋਨ ਕੈਨ ਡੂ ਦਾ ਸੇਮ ਟਾਸਕ। ਸਾਡਾ ਸਵਾਲ ਕੀ ਆ? ਇੱਕ ਕੰਮ ਕਰਨਾ, ਹਾਈਵੇ ਬਣਾਉਣਾ, ਮੋਦੀ ਕੱਲਾ ਉਸ ਕੰਮ ਨੂੰ 16 ਮਹੀਨਿਆਂ 'ਚ ਕਰਦਾ, ਕੈਪਟਨ ਕੱਲਾ ਉਸ ਕੰਮ ਨੂੰ 12 ਮਹੀਨਿਆਂ 'ਚ ਕਰਦਾ। ਮੋਦੀ ਕੈਪਟਨ ਤੇ ਨਾਲ ਬਾਦਲ ਨੂੰ ਰਲਾ ਕੇ ਉਹੀ ਕੰਮ 4 ਮਹੀਨਿਆਂ 'ਚ ਕਰ ਗਏ, ਤਾਂ ਕੱਲੇ ਬਾਦਲ ਦਾ ਦੱਸੋ ਕਿੰਨੇ ਟਾਈਮ 'ਚ ਹੋਊਗਾ? ਇਹ ਜਿਹੜਾ ਕੰਮ ਖਤਮ ਕਰਨਾ, ਇਹ ਲੱਗੇ ਤਾਂ ਪੰਜਾਬ ਖਤਮ ਕਰਨ ਹੋਏ ਨੇ, ਫਿਰ ਵੀ ਆਪਾਂ ਕੁਐਸਚਨ ਬਣਿਆ ਤਾਂ ਕੰਮ ਖਤਮ ਦੇਖਦੇ ਹਾਂ। ਮੋਦੀ ਕੱਲਾ ਉਸ ਕੰਮ ਨੂੰ 16 ਮਹੀਨਿਆਂ 'ਚ ਕਰ ਰਿਹਾ, ਕੈਪਟਨ ਕੱਲਾ ਉਸ ਕੰਮ ਨੂੰ ਸੇਮ ਵਰਕ ਨੂੰ 12 ਮਹੀਨਿਆਂ 'ਚ ਕਰ ਰਿਹਾ। ਮੋਦੀ, ਕੈਪਟਨ ਤੇ ਬਾਦਲ ਰਲ ਕੇ ਉਸ ਕੰਮ ਨੂੰ 4 ਮਹੀਨਿਆਂ 'ਚ ਕਰਦੇ ਨੇ। ਸਾਡਾ ਸਵਾਲ ਹੈ ਕਿ ਬਾਦਲ ਕੱਲਾ ਉਸੇ ਕੰਮ ਨੂੰ ਕਿੰਨੇ ਦਿਨਾਂ 'ਚ ਕਰੂਗਾ? ਇਹ ਕੁਐਸਚਨ ਹੈ। ਮੋਦੀ 16 ਮਹੀਨਿਆਂ 'ਚ, ਕੈਪਟਨ 12 ਮਹੀਨਿਆਂ 'ਚ, ਮੋਦੀ ਕੈਪਟਨ ਤੇ ਬਾਦਲ ਰਲ ਕੇ 4 ਮਹੀਨਿਆਂ 'ਚ ਕਰਦੇ ਨੇ। ਕੰਮ ਕਿੰਨਾ? ਕੰਮ ਹੈਗਾ ਤਾਂ ਇਹ ਹੈ ਵੀ ਹਾਈਵੇ ਬਣਾਉਣਾ, ਪਰ ਕਿੱਡਾ? ਕੰਮ ਦਾ ਤਾਂ ਕੁਝ ਨਹੀਂ ਪਤਾ। ਤਾਂ ਅਸੀਂ ਕੰਮ ਆਪਣੇ ਵੱਲੋਂ, ਵਰਕ ਆਪਣੇ ਵੱਲੋਂ ਅਜ਼ਿਊਮ ਕਰਾਂਗੇ। ਕਿੰਨਾ ਵਰਕ ਅਜ਼ਿਊਮ ਕਰਾਂਗੇ? 16 12 ਤੇ 4 ਦਾ ਐਲਸੀਐਮ। 16 12 4 ਦਾ ਐਲਸੀਐਮ ਕਿੰਨਾ ਆ ਗਿਆ? 48। ਕਿਉਂਕਿ 4 ਦੇ ਟੇਬਲ 'ਚ 12 ਹੁੰਦਾ ਤਾਂ ਇਸ ਕਰਕੇ 4 ਨੂੰ ਕੱਢੋ, 16 ਤੇ 12 ਦਾ ਐਲਸੀਐਮ ਲੈ ਲਓ, 48 ਆ ਗਿਆ। ਤਾਂ 16 ਮਹੀਨੇ 'ਚ 48 ਕੰਮ, ਹਰ ਮਹੀਨੇ 'ਚ 3-3 ਕਿਲੋਮੀਟਰ ਬਣਾਉਂਦਾ ਹੋਊਗਾ। ਕੈਪਟਨ 12 ਮਹੀਨੇ 'ਚ 48 ਕਿਲੋਮੀਟਰ ਦਾ ਹਾਈਵੇ ਹਰ ਮਹੀਨੇ 'ਚ 4-4 ਕਿਲੋਮੀਟਰ ਬਣਾਉਂਦਾ ਹੋਊਗਾ। ਜਦੋਂ ਇਹ ਤਿੰਨੇ ਸੂਰਮੇ ਲੱਗੇ ਹੋਏ ਸੀ ਕੰਮ ਕਰਨ, ਤਾਂ 4 ਮਹੀਨਿਆਂ 'ਚ 48 ਕਿਲੋਮੀਟਰ ਦਾ ਹਾਈਵੇ ਬਣਾਤਾ। ਤਾਂ ਹਰ ਮਹੀਨੇ 'ਚ 12 ਕਿਲੋਮੀਟਰ ਕੰਮ ਕੀਤਾ। ਤਾਂ ਇਹਨਾਂ ਤਿੰਨਾਂ ਦੀ ਇਕੱਠੀ ਐਫੀਸ਼ੀਐਂਸੀ 12 ਆ ਗਈ। ਪਰ ਇਹਨਾਂ ਤਿੰਨਾਂ ਦੀ ਇਕੱਠੀ ਐਫੀਸ਼ੀਐਂਸੀ 12 ਦੇ ਵਿੱਚੋਂ 3 ਕਿਲੋਮੀਟਰ ਤਾਂ ਮੋਦੀ ਦੇ ਨੇ, 4 ਕਿਲੋਮੀਟਰ ਕੈਪਟਨ ਦੇ ਨੇ। ਤਾਂ ਬਾਦਲ ਦੇ ਕਿੰਨੇ ਹੋਣਗੇ ਕਿ 12 ਬਣ ਜੇ? 4 ਤੇ 3 7 ਤਾਂ ਇਹਨਾਂ ਦੋਨਾਂ ਦੇ ਨੇ। ਤਾਂ ਬਾਦਲ ਦੇ ਕਿੰਨੇ ਹੋਣਗੇ 12 ਬਣ ਜਾਣ? ਬਾਦਲ ਦੇ ਹੋਣਗੇ 5। ਤਾਂ ਬਾਦਲ ਦੀ ਐਫੀਸ਼ੀਐਂਸੀ 5 ਆ ਗਈ। ਤਾਂ 5 ਐਫੀਸ਼ੀਐਂਸੀ ਵਾਲਾ ਬੰਦਾ 48 ਕੰਮ ਕਿੰਨੇ 'ਚ ਕਰੂ? 48/5, ਦੈਟ ਇਜ਼
9/3 days आंसर कमेंट करके दसो समझ आ गया। गुरप्रीत कहती होना ही नहीं खत्म जब बादल कर रहा है, पेपर च लिखिया ही ये। अगले दसणगे काम नहीं खत्म होना कि तेरा पेपर नहीं क्लीयर होना। या बच्चे इनू डेसीमल च भी कर सकते हो, इनू फ्रैक्शन च आपां फ्रैक्शन च ही प्रैफर करना है। दिन कदे डेसीमल च नहीं होंगे, दिन हमेशा फ्रैक्शन च होंगे। दिन कदे 9.6 डेज नहीं ऑप्शन दिता जाऊगा, सानू 9/3 दिता जाऊगा। सैलरी कदे फ्रैक्शन च नहीं होंगी, सैलरी डेसीमल च होगी। 4 रुपए 60 पैसे, पैसे रुपए मतलब सैलरी नहीं कदे 4/3/5 रुपए लिखी जाऊगी। कुछ चीज़ां हमेशा डेसीमल च होंदियां ने, कुछ चीज़ां हमेशा फ्रैक्शन च लिखिया जांदियां। डिस्टेंस हमेशा डेसीमल च 3.75 किलोमीटर, कदे 3/4 किलोमीटर नहीं देखोगे तुम, 3.75 किलोमीटर। तो इस करके टाइम की गल हो रही है हमेशा फ्रैक्शन च। तो समझ आ गया? प्लीज दसो। अगला क्वेश्चन करते हैं आपां, 6वें क्वेश्चन ते आ जाओ। 6वां क्वेश्चन थोड़ा जा इन्हां तो अलग जा आ गया, मैं बिल्कुल सेम है, वैसे कोई बहुता फर्क नहीं, पर हुण तक दे 5-7 क्वेश्चन जिहड़े कीते उन्हां तो थोड़ा अलग आ गया। क्वेश्चन की है, ए ते बी रल के किसी काम नूं 12 दिनां च करते हैं। ए एंड बी टुगैदर 12 नहीं सॉरी 20 दिनां च। ए ते बी रल के किसी काम नूं 20 दिनां च खत्म करते हैं। ए एंड बी टुगैदर 20 दिन दिता होया, उहदे विचों ए कल्ला किन्ने दिनां च, बी कल्ला किन्ने दिनां च, कोई आइडिया नहीं हैगा। ए ते बी रल के काम 20 दिनां च। उस तरह बी ते सी रल के उस काम नूं 15 दिनां च करते हैं। ए ते सी रल के उस काम नूं 12 दिनां च करते हैं। ते साडा सवाल है भी जे इकट्ठे काम करन, ए बी सी काम करन तां काम किन्ने दिनां च खत्म होवे। इस क्वेश्चन दे विच आपां कल्ला ए बी एंड सी टुगैदर नहीं फाइंड करांगे, इस क्वेश्चन च ए अलोन, बी अलोन, सी अलोन भी फाइंड करांगे। क्वेश्चन है कि ए ते बी इकट्ठे किसी काम नूं 20 दिनां च खत्म करते हैं। ए एंड बी टुगैदर इन 20 डेज यही दिता है। सानू नहीं पता ए अलोन किन्ने दिनां च, बी अलोन किन्ने दिनां च, सानू ये पता भी ए ते बी रल के 20 दिनां च काम खत्म करते हैं। ਉਹੀ ਕੰਮ बी ते सी 15 ਦਿਨਾਂ 'ਚ ਖਤਮ ਕਰਦੇ ਆ। बी ਤੇ C ਰਲ ਕੇ ਉਸੇ ਕੰਮ ਨੂੰ 15 ਦਿਨਾਂ 'ਚ ਖਤਮ ਕਰਦੇ ਆ। A ਤੇ C ਰਲ ਕੇ ਕਰਨ ਤਾਂ ਉਹੀ ਕੰਮ 12 ਦਿਨਾਂ 'ਚ ਖਤਮ ਹੋ ਰਿਹਾ ਹੈ। A ਤੇ C ਰਲ ਕੇ ਉਸ ਕੰਮ ਨੂੰ 12 ਦਿਨਾਂ 'ਚ ਖਤਮ ਕਰਦੇ ਆ। ਆਪਣਾ ਕੁਐਸਚਨ ਹੈ ਇਨ ਹਾਊ ਮੈਨੀ ਡੇਜ਼ in how many days A, B and C together। नंबर 2 A alone ਜਾਂ B alone ਜਾਂ C alone, ਉਹ ਵੀ ਕੱਢਾਂਗੇ। ਤਾਂ ਦੇਖੋ A ਤੇ B ਰਲ ਕੇ ਕੰਮ ਨੂੰ 20 ਦਿਨਾਂ 'ਚ ਕਰਦੇ ਆ, B ਤੇ C ਰਲ ਕੇ ਕੰਮ ਨੂੰ 15 ਦਿਨਾਂ 'ਚ, A ਤੇ C ਰਲ ਕੇ ਉਸ ਕੰਮ ਨੂੰ 12 ਦਿਨਾਂ 'ਚ ਕਰਦੇ ਆ। ਤਾਂ ਕੰਮ ਕਿੰਨਾ 20 15 12 ਦਾ LCM 60 ਆ ਗਿਆ। 60 ਟੋਫੀਆਂ ਆ ਗਈਆਂ। A ਤੇ B 20 ਦਿਨਾਂ 'ਚ 60 ਟੋਫੀਆਂ ਡੇਲੀ 3 ਖਾਂਦੇ ਨੇ। A ਤੇ B ਦੀ ਐਫੀਸ਼ੀਐਂਸੀ 3 ਆ ਗਈ। A ਤੇ B ਦੀ ਕੰਬਾਈਨਡ ਐਫੀਸ਼ੀਐਂਸੀ 3 ਆਈ ਹੈ। ਇਹਨਾਂ ਤਿੰਨ ਦੇ ਵਿੱਚੋਂ A ਕਿੰਨੀਆਂ ਟੋਫੀਆਂ, B ਕਿੰਨੀਆਂ ਟੋਫੀਆਂ ਸਾਨੂੰ ਕੁਝ ਨਹੀਂ ਪਤਾ। ਹੋ ਸਕਦਾ 1.5 ਤੇ 1.5 ਹੋਵੇ, ਹੋ ਸਕਦਾ 2 ਟੋਫੀਆਂ A ਦੀਆਂ 1 ਟੋਫੀ B ਦੀ ਹੋਵੇ, ਹੋ ਸਕਦਾ ਉਲਟਾ 1 ਟੋਫੀ A ਦੀ 2 ਟੋਫੀਆਂ B ਦੀਆਂ ਹੋਣ, ਕੁਝ ਵੀ ਹੋ ਸਕਦਾ, ਸਾਨੂੰ ਕੋਈ ਅੰਦਾਜ਼ਾ ਨਹੀਂ। ਸਾਨੂੰ ਇਹ ਪਤਾ ਵੀ A ਤੇ B ਰਲ ਕੇ ਕੰਮ 20 ਦਿਨਾਂ 'ਚ ਕਰਦੇ ਸੀ, ਟੋਟਲ ਕੰਮ 60 ਆਇਆ LCM ਲੈ ਕੇ। ਤਾਂ 20 ਦਿਨਾਂ 'ਚ 60 ਟੋਫੀਆਂ ਦਾ ਮਤਲਬ ਡੇਲੀ 3 ਟੋਫੀਆਂ। ਤਾਂ A ਤੇ B ਰਲ ਕੇ 3 ਟੋਫੀਆਂ ਖਾਂਦੇ ਨੇ, ਸਿਰਫ ਇਹ ਪਤਾ ਹੈ। ਉਸੇ ਤਰ੍ਹਾਂ B ਤੇ C 15 ਦਿਨਾਂ 'ਚ 60 ਟੋਫੀਆਂ ਤਾਂ ਉਹ ਡੇਲੀ 4 ਟੋਫੀਆਂ ਖਾਂਦੇ ਨੇ। ਜੇ ਸਾਨੂੰ ਕੱਲੇ B ਦੀਆਂ ਨਹੀਂ ਪਤਾ ਤਾਂ ਕੱਲੇ C ਦੀਆਂ ਵੀ ਨਹੀਂ ਪਤਾ। B + C ਦੀਆਂ ਕੁੱਲ 4 ਟੋਫੀਆਂ ਨੇ ਡੇਲੀ। A ਤੇ C ਦੀਆਂ 5 ਟੋਫੀਆਂ ਨੇ ਡੇਲੀ। 12 ਦਿਨਾਂ 'ਚ 60 ਟੋਫੀਆਂ ਖਾਂਦੇ ਨੇ। ਤਾਂ ਜੇ ਇਕੱਠੇ ਕੰਮ ਕਰਨ A + B + C ਤਾਂ ਕੰਮ ਕਿੰਨੇ ਦਿਨਾਂ 'ਚ ਕਰਨਗੇ? ਇਹ ਸਾਡਾ ਸਵਾਲ ਹੈ ਪਹਿਲਾ। ਇਕੱਠੇ ਕੰਮ ਕਰਨ ਤਾਂ ਐਡ ਕਰਨਾ ਪਊਗਾ। ਜੇ ਅਸੀਂ ਇਹਨਾਂ ਨੂੰ ਐਡ ਕਰਾਂਗੇ, ਐਡ ਕਰਕੇ ਨੰਬਰ 'ਚ ਕਿੰਨਾ ਆ ਜਾਊਗਾ? 4 3 7 5 12। ਐਡ ਕਰਕੇ ਐਫੀਸ਼ੀਐਂਸੀ ਤਾਂ 12 ਬਣ ਗਈ, ਪਰ 12 ਐਫੀਸ਼ੀਐਂਸੀ ਕਿਹਦੀ ਬਣੀ? ਜੇ ਤਾਂ ਕੱਲਾ A ਹੁੰਦਾ, ਕੱਲਾ B ਹੁੰਦਾ, ਕੱਲਾ C ਹੁੰਦਾ, ਫੇਰ ਤਾਂ 12 ਲਿਖ ਦਿੰਦੇ। ਪਰ ਹੁਣ 12 ਐਫੀਸ਼ੀਐਂਸੀ ਕਿਹਦੀ ਬਣੀ? ਜਦੋਂ 2 ਵਾਰ A ਸੀ, 2 ਵਾਰ B ਸੀ, 2 ਵਾਰ C ਸੀ। A, B ਤੇ C ਤਿੰਨੇ ਪਰਸਨ 2 ਵਾਰ ਚੱਕੇ, ਟਵਾਈਸ ਹੋ ਗਿਆ, ਉਹ 12 ਦੇ ਬਰਾਬਰ ਹੈ। ਤਾਂ ਆਪਾਂ ਤਾਂ A, B ਤੇ C ਇੱਕੋ ਵਾਰ ਚੱਕਣੇ ਨੇ ਨਾ, ਤਾਂ 12/2 ਕਰ ਦੋ, ਐਫੀਸ਼ੀਐਂਸੀ 6 ਆ ਜਾਊਗੀ।
12 ਐਫੀਸ਼ੀਐਂਸੀ ਆ ਗਈ 5 4 9 3 12 ਪਰ ਉਹ 12 ਐਫੀਸ਼ੀਐਂਸੀ ਕੀ ਹੈ ਜਦੋਂ ਤਿੰਨਾਂ ਪਰਸਨਸ ਨੂੰ ਦੋ ਵਾਰ ਲਿਆ ਦੋ ਵਾਰ ਮਤਲਬ ਟਵਾਈਸ ਹੋ ਗਈ ਐਫੀਸ਼ੀਐਂਸੀ ਉਹ 12 ਹੈ ਤਾਂ ਸਿੰਗਲ ਐਫੀਸ਼ੀਐਂਸੀ ABC ਦੀ 6 ਆ ਗਈ 12/2 ਕਰਕੇ 6 ਤਾਂ ਕੰਮ ਕਿੰਨੇ ਦਿਨਾਂ 'ਚ ਖਤਮ ਕਰ ਦੇਣਗੇ 60/6 ਪਹਿਲੇ ਦਾ ਆਨਸਰ ਤਾਂ ਆ ਗਿਆ 10 ਦਿਨ ਇਹਦਾ ਆਨਸਰ ਆ ਗਿਆ 10 ਡੇਜ਼ ਸਮਝ ਆ ਗਿਆ ਦੱਸੋ ਪਲੀਜ਼ ਕਮੈਂਟ ਕਰਕੇ ਦੂਜਾ ਕੁਐਸਚਨ ਫੇਰ ਕਰਾਂਗੇ ਪਹਿਲਾ 10 ਡੇਜ਼ ਆ ਗਿਆ ਮਨਜੀਤ ਬਿਲकुल ठीक है भाई टीना वेरी गुड या गुरप्रीत ठीक है ऋषभ ठीक है या नवनीत संदीप वेरी गुड हाँ जी आ 10 दिन समझ आ गया ना ਇਹ ਤੋਂ ਬਾਅਦ ਜੇ ਆਪਾਂ ਕਿਸੇ ਦਾ ਕੱਲੇ ਦਾ ਕੱਢਣਾ A ਅਲੋਨ B ਅਲੋਨ C ਅਲੋਨ ਯਾਰ ਜਿਹਦਾ ਵੀ ਕਿਹਾ ਨਾ ਉਹਦੀ ਐਫੀਸ਼ੀਐਂਸੀ ਕੱਢੋ A ਅਲੋਨ ਕੱਢਣਾ A ਅਲੋਨ ਕੱਢਣਾ ਤਾਂ ਇਹਦੀ ਐਫੀਸ਼ੀਐਂਸੀ A ਦੀ ਐਫੀਸ਼ੀਐਂਸੀ ਕਿੱਥੋਂ ਸਾਡੇ ਕੋਲ ਕਿਹਦੀ ਐਫੀਸ਼ੀਐਂਸੀ ਹੈ ABC ਦੀ 6 ABC ਰਲ ਕੇ 6 ਟੌਫੀਆਂ ਖਾਂਦੇ ਆ ਡੇਲੀ ਅਸੀਂ ਕੱਲੇ A ਦੀਆਂ ਕੱਢਣੀਆਂ ਨੇ ਤਾਂ ABC ਚੋਂ BC ਮਾਈਨਸ ਕਰ ਦਿਓ BC ਦੀਆਂ 4 ਟੌਫੀਆਂ ਮਾਈਨਸ ਕਰ ਦਿਓ ਤਾਂ BC ਦੀ ਐਫੀਸ਼ੀਐਂਸੀ 4 ਹੈ ABC ਦੀ 6 ਦਾ ਮਤਲਬ A ਦੀ ਕੱਲੇ ਦੀ ਐਫੀਸ਼ੀਐਂਸੀ 2 ਆ ਗਈ ਤਾਂ ਡੇਲੀ ਦੋ ਟੌਫੀਆਂ ਖਾਣ ਵਾਲਾ ਬੰਦਾ 60 ਟੌਫੀਆਂ ਕਿੰਨੇ ਦਿਨਾਂ 'ਚ ਖਾਊਗਾ 60/2 30 ਦਿਨਾਂ ਦੇ ਵਿੱਚ ਤਾਂ A ਦਾ ਕੱਲੇ ਦਾ ਟਾਈਮ 30 ਦਿਨ ਆ ਗਿਆ ਜੇ ਸਾਨੂੰ ਕੱਢਣ ਦੀ ਲੋੜ ਪਈ ਤਾਂ ਜੇ B ਦਾ ਕੱਲੇ ਦਾ ਕੱਢਣਾ ਹੋਇਆ B ਦੀ ਐਫੀਸ਼ੀਐਂਸੀ ਦੇਖੋ ਕਿੰਨੀ ਹੈ A + B + C ਦੀ ਐਫੀਸ਼ੀਐਂਸੀ 6 ਹੈ ABC ਦੀ 6 ਹੈ ਅਸੀਂ ਕੱਲਾ B ਕੱਢਣਾ ਤਾਂ AC ਮਾਈਨਸ ਕਰ ਦਿਓ 5 ਮਾਈਨਸ ਕਰ ਦਿਓ ਤਾਂ B ਦੀ ਕੱਲੇ ਦੀ 1 ਆ ਗਈ ਐਫੀਸ਼ੀਐਂਸੀ ਤਾਂ 60 ਟੌਫੀਆਂ ਡੇਲੀ ਇੱਕ ਟੌਫੀ ਦੇ ਹਿਸਾਬ ਨਾਲ 60/1 60 ਦਿਨ ਲੱਗਣਗੇ ਤਾਂ ਇਸ ਤਰ੍ਹਾਂ ਉਸੇ ਤਰ੍ਹਾਂ C ਦਾ ਸਾਰੇ ਬੱਚੇ ਦਾ ਆਨਸਰ 30 ਡੇਜ਼ ਬਿਲਕੁਲ ਠੀਕ ਹੈ ਬੱਚੇ ਉਹ ਸੌਰੀ 20 ਡੇਜ਼ 20 C ਦਾ 20 ਡੇਜ਼ ਗੁਰਵਿੰਦਰ ਸੁਣੋ ਧਿਆਨ ਨਾਲ ਸਾਡਾ ਓਕੇ ਦੁਬਾਰਾ ਕੀ ਦੱਸਾਂ ਕਿੰਨੂੰ ਮਾਈਨਸ ਕਰਨਾ ਹਾਂ ਦੇਖੋ ਯਾਰ ਸਾਨੂੰ A ਅਲੋਨ ਪੁੱਛ ਲਿਆ ਨਾ ਉਹਨੇ ਮੈਂ ਕਿਹਾ ਸੀ ਯਾਰ ਵੀ ਜਿਹਦੇ ਬਾਰੇ ਵੀ ਐਗਜ਼ਾਮੀਨਰ ਪੁੱਛ ਰਿਹਾ ਨਾ ਵੀ ਇਹਦਾ ਟਾਈਮ ਕੱਢੋ ਸਾਡੇ ਕੋਲ ਉਹਦੀ ਐਫੀਸ਼ੀਐਂਸੀ ਹੋਣੀ ਚਾਹੀਦੀ ਆ ਵੀ ਉਹ ਡੇਲੀ ਕਿੰਨੀਆਂ ਟੌਫੀਆਂ ਖਾਂਦਾ ਇਹ ਪਤਾ ਹੋਣਾ ਚਾਹੀਦਾ ਐਫੀਸ਼ੀਐਂਸੀ ਸ਼ਬਦ ਨਹੀਂ ਅਸੀਂ ਬਾਰ-ਬਾਰ ਵਰਤਾਂਗੇ ਅਸੀਂ ਸ਼ਬਦ ਵਰਤਾਂਗੇ ਵੀ ਉਹ ਡੇਲੀ ਕਿੰਨੀਆਂ ਟੌਫੀਆਂ ਖਾਂਦਾ ਡੇਲੀ ਦਾ ਕੰਮ ਇੱਕ ਦਿਨ ਦਾ ਕੰਮ ਹੀ ਤਾਂ ਐਫੀਸ਼ੀਐਂਸੀ ਹੁੰਦਾ ਤਾਂ ਐਫੀਸ਼ੀਐਂਸੀ ਦੀ ਥਾਂ ਤੇ ਅਸੀਂ ਗੱਲ ਕਰਾਂਗੇ ਉਹ ਡੇਲੀ ਕਿੰਨੀਆਂ ਟੌਫੀਆਂ ਖਾਂਦਾ ਅਸੀਂ ਜੇ A ਦਾ ਫਾਈਂਡ ਕਰਨਾ ਨਾ ਟਾਈਮ ਤਾਂ A ਡੇਲੀ ਕਿੰਨੀਆਂ ਟੌਫੀਆਂ ਖਾਂਦਾ ਇਹ ਪਤਾ ਹੋਣਾ ਚਾਹੀਦਾ ABC ਡੇਲੀ 6 ਟੌਫੀਆਂ ਖਾਂਦੇ ਨੇ ਇਹ ਨਿਕਲਿਆ ਆ ਉਹਦੇ ਨਾਲ ਹੀ ABC ਦਾ ਟਾਈਮ 10 ਦਿਨ ਕੱਢਿਆ ABC ਡੇਲੀ 6 ਟੌਫੀਆਂ ਖਾਂਦੇ ਨੇ ਸਾਨੂੰ ਤਾਂ ਕੱਲੇ A ਦਾ ਡਾਟਾ ਚਾਹੀਦਾ ਤਾਂ ਕੱਲੇ A ਦਾ ਮਤਲਬ ABC ਦੇ ਵਿੱਚੋਂ BC ਮਾਈਨਸ ਕਰ ਦਿਓ ਤਾਂ BC 4 ਟੌਫੀਆਂ ਖਾਂਦੇ ਨੇ B ਤੇ C ਰਲ ਕੇ ਡੇਲੀ 4 ਟੌਫੀਆਂ ਖਾਂਦੇ ਨੇ B ਤੇ C 4 ਖਾਂਦੇ ਨੇ A B ਤੇ C 6 ਖਾਂਦੇ ਨੇ ਮਤਲਬ ਬਾਕੀ ਦੀਆਂ ਜਿਹੜੀਆਂ ਉੱਤੇ 2 ਟੌਫੀਆਂ ਨੇ ਉਹ A ਦੀਆਂ ਨੇ ਤਾਂ A ਦੀ ਐਫੀਸ਼ੀਐਂਸੀ 2 ਆ ਗਈ 60 ਟੌਫੀਆਂ 2 ਦੇ ਹਿਸਾਬ ਨਾਲ 60/2 30 ਦਿਨ ਆਨਸਰ ਗੁਰਵਿੰਦਰ ਜੇ ਹਲੇ ਵੀ ਨਹੀਂ ਸਮਝ ਲੱਗਿਆ ਮੈਂ ਰਿਪੀਟ ਕਰ ਸਕਦਾ ਪਰ ਦੱਸਦੇ ਜਾਇਓ ਵੀ ਕਿਹੜੀ ਚੀਜ਼ ਕਿੰਨੀ ਕੁ ਘੱਟ ਸਮਝ ਆ ਰਹੀ ਹੈ ਕਿੰਨੀ ਕੁ ਵੱਧ ਸਮਝ ਆ ਰਹੀ ਹੈ ਅਕੋਰਡਿੰਗਲੀ ਹਾਂਜੀ ਜਿੰਨਾ ਕੁ ਆਪਾਂ ਪੜਿਆ ਉਨਾ ਸਮਝ ਆ ਗਿਆ ਪਲੀਜ਼ ਕਮੈਂਟ ਕਰਕੇ ਦੱਸ ਦਿਓ ਉਹਦੇ ਵਿੱਚ ਤਾਂ ਕੋਈ ਦਿੱਕਤ ਨਹੀਂ ਹੈਗੀ ਓਕੇ ਨਹੀਂ ਇਹਨਾਂ ਦਾ ਐਲਸੀਐਮ ਮੇਰੇ ਵਾਲੇ ਮੈਥਡ ਨਾਲ ਕਰੋਗੇ ਤਾਂ ਵੀ 60 ਆਊਗਾ 20 15 12 ਦਾ ਐਲਸੀਐਮ 20 15 12 ਦਾ ਐਲਸੀਐਮ ਜੇ ਮੇਰੇ ਤਰੀਕੇ ਨਾਲ ਕਰਨਾ ਤਾਂ ਸਭ ਤੋਂ ਵੱਡੇ ਨਾਲ ਡਿਵਾਈਡ ਕਰ ਦਿਓ ਸਭ ਤੋਂ ਵੱਡਾ ਤਾਂ 20 ਹੈ 20 ਨਾਲ ਡਿਵਾਈਡ ਕੀਤਾ ਤਾਂ ਕਿੰਨਾ ਆ ਗਿਆ ਇਹ ਆ ਗਿਆ 3/4 ਇਹ ਆ ਗਿਆ 3/5 ਤੁਸੀਂ ਗਲਤੀ ਪਤਾ ਕਿੱਥੇ ਕੀਤੀ ਹੈ ਸਿਮਰਨ ਐਲਸੀਐਮ ਕੀ ਹੋਊਗਾ ਸਭ ਤੋਂ ਵੱਡਾ ਨੰਬਰ ਜਿਹਦੇ ਨਾਲ ਡਿਵਾਈਡ ਕੀਤਾ 20 ਇਨਟੂ ਇਹਨਾਂ ਦਾ ਐਲਸੀਐਮ ਲੈਣਾ 3 ਤੇ 3 ਦਾ 3 ਤੇ 3 ਨਾਲ ਮਲਟੀਪਲਾਈ ਨਹੀਂ ਕਰਨਾ 9 ਦੇ ਨਾਲ ਮਲਟੀਪਲਾਈ ਨਹੀਂ ਕਰਨਾ 3 ਤੇ 3 ਦਾ ਐਲਸੀਐਮ 3 ਆ ਜਾਊਗਾ ਤਾਂ 20 × 3 60 ਉਹ 3 ਤੇ 3 ਦਾ ਐਲਸੀਐਮ ਕੱਢਣਾ ਹੈਗਾ 3 ਤੇ 3 ਨੂੰ ਮਲਟੀਪਲਾਈ ਕਰਕੇ 9 ਨਾਲ 9 ਨਹੀਂ ਵਰਤਣਾ ਆਪਾਂ 3 ਤੇ 3 ਦਾ ਐਲਸੀਐਮ 3 ਹੁੰਦਾ 3 ਨਹੀਂ ਵਰਤਣਾ ਆਪਾਂ ਓਕੇ ਤਾਂ ਇਹ ਆਪਣੇ ਸੀਗੇ ਬੇਸਿਕ ਕੁਐਸਚਨ ਜਿਹਦੇ ਵਿੱਚੋਂ ਆਪਾਂ ਐਫੀਸ਼ੀਐਂਸੀ ਨੂੰ ਚੰਗੀ ਤਰ੍ਹਾਂ ਸਮਝਿਆ ਐਲਸੀਐਮ ਕੱਢਣਾ ਦੇਖਿਆ ਟੋਟਲ ਵਰਕ ਦੇਖ ਲਿਆ ਟੋਟਲ ਵਰਕ ਨਾਲ ਜੇ ਕਿਸੇ ਦੀ ਐਫੀਸ਼ੀਐਂਸੀ ਕੱਢਣੀ ਹੈ ਤਾਂ ਬਾਕੀਆਂ ਚੋਂ ਮਾਈਨਸ ਕਰਨੀ ਉਸ ਤਰ੍ਹਾਂ ਦੇ ਆਪਣੇ ਕੁਐਸਚਨ ਸੀਗੇ ਇਹ ਤਾਂ ਬੇਸਿਕ ਕੁਐਸਚਨ ਸੀਗੇ ਇਸ ਤੋਂ ਬਾਅਦ ਆਪਾਂ ਕੁਐਸਚਨਸ ਕਰਾਂਗੇ ਆਹੀ
ए परसन किसी काम नूं, पहली एग्जाम्पल ही लिखन लग्या दोबारे, जिहड़ी एग्जाम्पल तो चैप्टर शुरू किया सी, इस एग्जाम्पल तो बहुत कंसैप्ट समझने ने। मतलब यार टाइम एंड वर्क च जिन्ने तरह के कंसैप्ट होंदे ने सब इस एग्जाम्पल तो ही समझ लांगे आपां। उस तो बाद उहदी एग्जाम्पल्स तो होर करांगे प्रैक्टिस दे लई, पर कंसैप्ट समझण लई आ बेसिक एग्जाम्पल। ए परसन किसी काम नूं 10 दिन च करदा है, बी कल्ला उसे काम नूं 15 दिनां च करदा है। अपना क्वेश्चन है, ए परसन कल्ला उस काम नूं 10 दिनां च करदा है, बी परसन कल्ला उस काम नूं 15 दिनां च करदा है। जे सानू ये पूछा जाए कि कट्ठे किन्ने दिनां च काम खत्म करनगे, कढ लांगे। कट्ठे किन्ने दिनां च करनगे, टोटल वर्क 10 ते 15 दा एलसीएम 30 ले लिया। ए दी एफिशिएंसी 3 आ गई, बी दी एफिशिएंसी 2 आ गई, तो 3 ते 2 जो कट्ठे काम करनगे 5 टॉफियां खाणगे तो 30 टॉफियां 5 के हिसाब नाल 30/5 6 दिन आंसर आ जाऊगा। यही कीता सी। पर जे कट्ठे काम ना करना, जिवें तुहाडे दूजे पेज की हैडिंग भी दी हुई है, वैन दे वर्क फॉर ऑल्टरनेट डेज। ऑल्टरनेट डेज किहड़े हुंदे ने? हुण मैं सीरीयसली दसदा, जिहड़े स्टूडेंट मेरे को पढ़ के आए ने सक्सैस स्टोरी दे विच, उन्हां नूं पता सीगा भी पिछला जिहड़ा महीना सीगा, मतलब 10 पूरा मई ते 10 जून तक मैं ऑल्टरनेट डेज ते गया इंस्टीट्यूट दे विच। ऑल्टरनेट डेज ते किवें गया? मैं सोमवार गया, फिर मंगलवार नहीं गया, मैं बुधवार गया, मैं वीरवार नहीं गया, मैं शुक्रवार गया, मैं शनिवार नहीं गया। हफ्ते च मैं 3 दिन जांदा सी ऑल्टरनेट डेज ते। तां इह ऑल्टरनेट डेज सीगे जिहड़ा मैं इंस्टीट्यूट जांदा सी, एक दिन छड्ड के। तां जे ए ते परसन कट्ठे ना काम करन, किवें काम करन? ऑल्टरनेट डेज ते काम करन, एक दिन छड्ड के करन। तां एक दिन छड्ड के दा इह मतलब बिल्कुल नहीं हैगा कि अज ए ते बी काम कर रहे ने, कल कोई नहीं काम कर रहा, परसों फिर ए ते बी काम कर रहे हैं, चौथे फिर कोई नहीं काम कर रहा। हैगा तां इह भी ऑल्टरनेट ही है, हैगा तां इह भी ऑल्टरनेट ही है, पर इस तरह नहीं काम कर रहे। काम किवें कर रहे ने? ऑल्टरनेट डेज ते डेली कोई एक बंदा तां काम कर रहा है। मतलब पहले दिन ए, दूजे दिन बी, तीजे दिन फिर ए, चौथे दिन बी, पंजवें दिन ए, छेवें दिन बी, एक दिन ए एक दिन बी, ए बी, इस तरह काम करन, कोई दिन वेला खाली ना रहे। तो ऑल्टरनेट दो परसनस का ऑल्टरनेट तो यही बनूगा कि एक दिन ए शुरू कर दूगा, उस दिन कला ए होगा, ए उस तो बाद तीजे दिन, उस तो बाद पंजवें, उस तो बाद सत्तवें, उस तो बाद 9वें दिन आऊगा, बी दूजे दिन आऊगा, तो दूजे तो बाद चौथे दिन, 6वें दिन, 8वें दिन, 10वें दिन आऊगा। इस तरह काम करन। दे वर्क फॉर ऑल्टरनेट डेज विद 1 परसन वर्किंग ईच डे। हर रोज कोई एक परसन तो काम कर ही रहा है। तो इस तरह काम किन्ने दिनों खत्म हो जाऊगा, वो लिए आप एग्जाम्पल थोड़ी जी चेंज करके ले लीए। ए परसन किसी काम नूं 12 दिनों करता, बी परसन उस काम नूं 15 दिनों करता। 12 ते 15 काम ले लिया आप। ए परसन 12 दिनों, बी परसन 15 दिनों, तो काम कितना? 12 ते 15 का एलसीएम 60। तो ए 12 दिनों 60 टॉफियां, वो 60 टॉफियां ही ने, टोटल वर्क साडा टॉफियां च ही रहना। ए परसन 12 दिनों 60 टॉफियां, तो डेली 5 टॉफियां खाता होगा, ए दी एफिशिएंसी 5 आ गई। बी 15 दिनों 60 टॉफियां, तो ये डेली 4 टॉफियां खाता होगा, ए दी एफिशिएंसी 4 आ गई। तो काम करते किवें ने? काम करते ने, ए ने काम शुरू किया तो पहले दिन ए ने काम किया, दूजे दिन बी ने काम किया, तीजे दिन फिर ए काम कर रहा है, चौथे दिन बी, पंजवें दिन ए, 6वें दिन बी, इस तरह वो काम करते जाते हैं। तो इस तरह जो काम होवे ऑल्टरनेट डेज ते विद 1 परसन वर्किंग ईच डे, क्वेश्चन दे विच मैंशन होगा भी ए ने काम शुरू किया, तो पहले दिन ए, दूजे दिन बी, तीजे दिन फिर ए, चौथे दिन फिर बी। इस हिसाब नाल काम किन्ने दिनों खत्म होगा असीं ये कढना। तो पहले दिन कौन काम करता? ए कितनी टॉफियां खाता है? डेली 5 टॉफियां, तो पहले दिन 5 टॉफियां खाधियां गई। दूजे दिन कौन काम करता? बी डेली कितनी टॉफियां खाता है? 4, तो दूजे दिन 4 टॉफियां खाधियां गई। तीजे दिन फिर 5 टॉफियां, चौथे दिन 4 टॉफियां, पंजवें दिन 5 टॉफियां, 6वें दिन 4 टॉफियां। तो टॉफियां इस तरह खाधियां जाणगियां। इस तरह खाधियां जाण वाली टॉफियां असीं फाइंड करना है कि 60 टॉफियां किन्ने दिनों खत्म होणगियां। साडा क्वेश्चन ये है। तो 5 टॉफियां, 4 टॉफियां, 5 टॉफियां, 4 टॉफियां, 5 टॉफियां, 4 टॉफियां, तो कुछ रैपीटेशन जी आ रही है ना। ऑल्टरनेट वाले दिनां दे विच जिहड़े ऑल्टरनेट डेज ते काम करन वाले क्वेश्चन हुंदे आ, उन्हां 'च तुसीं रैपीटेशन चक्कनी हुंदी आ। तो की रिपीट हो रहा है? 2 दिनों का काम रिपीट हो रहा है, 2 दिनों का काम रिपीट हो रहा है ना। पहले दिन ए, दूजे दिन बी, फिर ए बी, फिर ए बी, फिर ए बी, फिर ए बी, तो 2 दिन का काम रिपीट हो रहा है। तो 2 दिन का काम चक लो की है, 9 टॉफियां खाधियां जा रही ने 2 दिनों के विच। तो 9 टॉफियां 2 दिनों खाधियां जा रही ने, ਇਹਦਾ मतलब 18 टॉफियां 4 दिनों खाधियां जाणगियां।
27 ਟੋਫੀਆਂ 6 ਦਿਨਾਂ 'ਚ ਖਾਧੀਆਂ ਜਾਣਗੀਆਂ, 36 ਟੋਫੀਆਂ 8 ਦਿਨਾਂ 'ਚ ਖਾਧੀਆਂ ਜਾਣਗੀਆਂ। ਇਸੇ ਤਰ੍ਹਾਂ ਟੋਫੀਆਂ ਖਾਧੀਆਂ ਜਾਣਗੀਆਂ ਨਾ, ਜਿੰਨਾ ਮਲਟੀਪਲ ਇੱਧਰ ਓਨਾ ਹੀ ਮਲਟੀਪਲ ਇੱਧਰ। 90 ਟੋਫੀਆਂ 20 ਦਿਨਾਂ 'ਚ ਖਾਧੀਆਂ ਜਾਣਗੀਆਂ ਜੇ ਹੋਣ 90। ਤਾਂ ਇਸ ਹਿਸਾਬ ਨਾਲ ਜੇ ਸਾਡੀਆਂ ਟੋਟਲ ਟੋਫੀਆਂ 9 ਦਾ ਮਲਟੀਪਲ ਹੁੰਦੀਆਂ, ਇਸ ਹਿਸਾਬ ਨਾਲ ਜੇ ਸਾਡੀਆਂ ਟੋਟਲ ਟੋਫੀਆਂ 9 ਦਾ ਮਲਟੀਪਲ ਹੁੰਦੀਆਂ, ਫਿਰ 9 ਦਾ ਜਿੰਨਾ ਮਲਟੀਪਲ ਟੋਟਲ ਟੋਫੀਆਂ, 2 ਦਿਨਾਂ ਦਾ ਉਨਾ ਮਲਟੀਪਲ ਸਾਡਾ ਆਨਸਰ ਆ ਜਾਂਦਾ। ਫਿਰ ਤਾਂ ਕੰਮ ਹੀ ਸੌਖਾ ਹੋ ਗਿਆ ਸੀ। ਫਿਰ ਤਾਂ 9 ਦਿਨਾਂ ਦਾ ਜਿੰਨਾ ਮਲਟੀਪਲ ਕਰਕੇ ਸਾਡੀਆਂ ਟੋਟਲ ਟੋਫੀਆਂ ਹੋਣੀਆਂ ਸੀ, 2 ਦਿਨ ਦਾ ਉਨਾ ਹੀ ਮਲਟੀਪਲ ਕਰਕੇ ਸਾਡਾ ਆਨਸਰ ਆ ਜਾਂਦਾ। ਪਰ ਟੋਟਲ ਵਰਕ 9 ਦਾ ਮਲਟੀਪਲ ਨਹੀਂ ਹੈਗਾ। ਤਾਂ ਜੇ ਟੋਟਲ ਵਰਕ 9 ਦਾ ਮਲਟੀਪਲ ਨਹੀਂ ਹੈਗਾ ਤਾਂ ਉਹਦੇ ਵਿੱਚ ਲੱਭੋ ਭਾਈ 9 ਦਾ ਕਿਹੜਾ ਮਲਟੀਪਲ ਹੈ। ਜਿਹੜੀ ਆ ਰੈਪੀਟੀਸ਼ਨ ਆ ਇਹ ਕਿੱਥੇ ਤੱਕ ਸਹੀ ਜਾਊਗੀ, ਤਾਂ ਇਹ 9 ਦੇ ਮਲਟੀਪਲਾਂ ਤੱਕ ਸਹੀ ਜਾ ਰਹੀ ਆ। ਤਾਂ 60 ਦੇ ਵਿੱਚ 9 ਦਾ ਸਭ ਤੋਂ ਵੱਡਾ ਮਲਟੀਪਲ 54, 6 ਗੁਣਾ, ਤਾਂ 6 ਗੁਣਾ ਹੀ ਇੱਧਰ ਕਰ ਦੋ, 6 ਗੁਣਾ ਹੀ ਇੱਧਰ ਕਰ ਦੋ। ਤਾਂ ਜਿਹੜਾ 9 ਦਿਨਾਂ 'ਚ 2 ਟੋਫੀਆਂ ਸੀ ਉਹ 54 ਦਿਨਾਂ ਦੇ ਵਿੱਚ 54 ਟੋਫੀਆਂ 12 ਦਿਨਾਂ 'ਚ ਹੋ ਗਈਆਂ। 54 ਟੋਫੀਆਂ 12 ਦਿਨਾਂ 'ਚ ਹੋ ਗਈਆਂ। ਰੈਪੀਟੀਸ਼ਨ ਵਾਲਾ ਮਸਲਾ ਹੱਲ ਹੋ ਗਿਆ। ਰੈਪੀਟੀਸ਼ਨ ਤੋਂ ਬਾਅਦ ਇੱਕ ਦਿਨ ਦਾ ਕੰਮ ਚੱਕ ਲਓ। 12 ਦਿਨਾਂ ਦਾ ਹੋ ਗਿਆ ਸਾਡਾ, ਹੁਣ ਇੱਕ ਦਿਨ ਚੱਕਾਂਗੇ। 13ਵੇਂ ਦਿਨ ਕੌਣ ਕੰਮ ਕਰੂ? ਪਹਿਲੇ ਦਿਨ A, ਦੂਜੇ ਦਿਨ B, ਤੀਜੇ ਦਿਨ A, ਚੌਥੇ ਦਿਨ B। ਹਰ ਔਡ ਨੰਬਰ ਡੇ ਤੇ A ਹੈ, ਹਰ ਈਵਨ ਨੰਬਰ ਡੇ ਤੇ B ਹੈ। ਤਾਂ 13ਵਾਂ ਦਿਨ A ਦਾ ਆਊਗਾ। ਤਾਂ 13ਵੇਂ ਦਿਨ A ਕਿੰਨੀਆਂ ਟੋਫੀਆਂ ਖਾਊਗਾ? A ਡੇਲੀ 5 ਟੋਫੀਆਂ ਖਾਂਦਾ ਹੈ। ਪਰ ਸਾਡੇ ਕੋਲ ਟੋਫੀਆਂ ਬਚੀਆਂ ਕਿੰਨੀਆਂ ਨੇ? 9 ਦਾ ਮਲਟੀਪਲ 54 ਕੱਢੀ ਬੈਠੇ ਆ, ਉਹ ਤੋਂ ਬਾਅਦ ਸਾਡੇ ਕੋਲ 6 ਟੋਫੀਆਂ ਬਚੀਆਂ ਨੇ ਨਾ। ਸਾਡੇ ਕੋਲ 6 ਟੋਫੀਆਂ ਬਚੀਆਂ ਨੇ। ਪਰ ਅਗਲਾ ਪੂਰਾ ਦਿਨ ਜੇ A ਕੰਮ ਕਰੇ, A ਪੂਰੇ ਦਿਨ 'ਚ 5 ਟੋਫੀਆਂ ਖਾਂਦਾ, ਤਾਂ 5 ਟੋਫੀਆਂ ਖਾਊਗਾ ਤੇ ਪੂਰਾ ਦਿਨ ਲੱਗਿਆ ਰਹੂਗਾ। ਤਾਂ 12 ਤੋਂ ਬਾਅਦ ਇੱਕ ਦਿਨ ਉੱਤੇ ਹੋ ਗਿਆ ਤੇ ਇਧਰ 54 ਦੇ ਨਾਲ 5 ਟੋਫੀਆਂ ਹੋ ਗਿਆ 59। ਹਲੇ ਵੀ ਇੱਕ ਟੋਫੀ ਬਚ ਗਈ। ਤਾਂ 13 ਦਿਨ ਦਾ ਕੰਮ ਹੋ ਗਿਆ, ਹਲੇ ਵੀ ਇੱਕ ਟੋਫੀ ਬਚ ਗਈ। ਉਹ ਇੱਕ ਟੋਫੀ ਕੌਣ ਖਾਊਗਾ? ਉਹ ਹੁਣ B ਦਾ ਕੰਮ ਹੈ। 14ਵੇਂ ਦਿਨ B ਨੇ ਕੰਮ ਕਰਨਾ ਹੋਣਾ। B ਖਾਂਦਾ ਡੇਲੀ 4 ਟੋਫੀਆਂ। ਯਾਰ ਜੇ ਕਿਤੇ ਸਾਡੀਆਂ 4 ਹੀ ਟੋਫੀਆਂ ਬਚੀਆਂ ਹੁੰਦੀਆਂ, ਪੂਰਾ ਦਿਨ ਲੱਗ ਜਾਂਦਾ ਉਹਦਾ। 4/4 ਪੂਰਾ ਦਿਨ ਲੱਗ ਜਾਂਦਾ। ਪਰ ਸਾਡੀਆਂ 4 ਟੋਫੀਆਂ ਥੋੜੀ ਬਚੀਆਂ ਨੇ। ਸਾਡੀਆਂ ਜਦੋਂ 54 ਤੇ 5 59 ਹੋ ਗਈਆਂ, ਇੱਕ ਟੋਫੀ ਬਚੀ ਹੈ ਨਾ। ਪੂਰੇ ਦਿਨ 'ਚ 4 ਟੋਫੀਆਂ ਖਾਂਦਾ ਤਾਂ ਇੱਕ ਟੋਫੀ ਕਿੰਨੇ ਦਿਨ 'ਚ ਖਾਊ? 1/4 ਦੇ ਵਿੱਚ। ਤਾਂ 13 ਦਿਨ ਪੂਰੇ ਹੋ ਗਏ। 13 ਦੇ ਉੱਤੇ 1/4 ਨਾਲ ਲੱਗ ਜੂ। 13 1/4 ਦਿਨ ਆਨਸਰ ਆ ਜਾਊਗਾ ਇਸ ਕੁਐਸਚਨ ਦਾ। ਇਸ ਕੁਐਸਚਨ ਦਾ ਆਨਸਰ 13 1/4। ਰਿਸ਼ਵ ਬਿਲਕੁਲ ਠੀਕ ਹੈ। ਬਾਕੀ ਸਟੂਡੈਂਟਸ ਦੇਖ ਲਓ, ਆਰਾਮ ਨਾਲ ਸਮਝ ਲਓ, ਕਾਲੀ ਕੋਈ ਨਹੀਂ ਹੈਗੀ। ਕੋਈ ਛੋਟੀ ਜਿਹੀ ਚੀਜ਼ ਪੁੱਛਣੀ ਹੈ ਮੈਂ ਰਿਪੀਟ ਕਰ ਦੂੰਗਾ, ਪਰ ਪਹਿਲਾਂ ਆਪਦਾ ਦਿਮਾਗ ਜਿਹਾ ਲੜਾ ਲਓ ਚੰਗੀ ਤਰ੍ਹਾਂ। ਹਾਂ, ਨਵਨੀਤ ਕਹਿੰਦੀ ਸਰ ਪਤਾ ਕਿਵੇਂ ਲੱਗਿਆ ਵੀ A ਨੇ ਕਰਨਾ ਹੈ? ਬੱਚੇ ਪਹਿਲੇ ਦਿਨ A ਕੰਮ ਕਰ ਰਿਹਾ ਹੈ, ਦੂਜੇ ਦਿਨ B ਕਰ ਰਿਹਾ ਹੈ, ਤੀਜੇ ਦਿਨ A, ਚੌਥੇ ਦਿਨ B। ਤਾਂ ਇਸ ਪੈਟਰਨ ਦੇ ਵਿੱਚੋਂ ਅਸੀਂ ਕੀ ਫੜ ਰਹੇ ਹਾਂ? A ਕਦੋਂ ਕਰ ਰਿਹਾ ਕੰਮ? ਪਹਿਲੇ, ਤੀਜੇ, ਪੰਜਵੇਂ, ਸੱਤਵੇਂ, ਹਰ ਔਡ ਨੰਬਰ ਡੇ ਤੇ। B ਕਦੋਂ ਕੰਮ ਕਰ ਰਿਹਾ? ਦੂਜੇ, ਚੌਥੇ, ਛੇਵੇਂ, 8ਵੇਂ, 10ਵੇਂ, ਹਰ ਈਵਨ ਨੰਬਰ ਡੇ ਤੇ। ਤਾਂ ਜਦੋਂ 12 ਦਿਨਾਂ ਦਾ ਅਸੀਂ ਕੱਢ ਲਿਆ ਨਿਚੋੜ, ਤਾਂ 13ਵੇਂ ਦਿਨ ਕੌਣ ਕੰਮ ਕਰੂ? ਔਡ ਨੰਬਰ ਡੇ ਹੈ, A ਕੰਮ ਕਰੂਗਾ, 5 ਟੋਫੀਆਂ ਖਾਊਗਾ। ਪਰ ਬਚੀਆਂ ਕਿੰਨੀਆਂ ਹੋਈਆਂ? 60 ਚੋਂ 54 ਹੋ ਗਈਆਂ, 6 ਬਚੀਆਂ ਸੀ। ਤਾਂ 5 ਟੋਫੀਆਂ ਪੂਰਾ ਦਿਨ ਲੱਗਿਆ ਰਹੂਗਾ ਤੇ ਖਾ ਲੂਗਾ। ਤਾਂ ਪੂਰਾ ਦਿਨ ਲੱਗਿਆ ਰਿਹਾ ਤਾਂ 12 ਤੇ 1 ਉੱਤੇ ਹੋ ਗਿਆ, 13 ਦਿਨ ਹੋ ਗਏ। 54 ਚ 5 ਜੋੜ ਕੇ 59 ਟੋਫੀਜ਼ ਹੋ ਗਈਆਂ। ਹਲੇ ਵੀ ਇੱਕ ਟੋਫੀ ਬਚੀ ਹੈ। ਉਹ 14ਵੇਂ ਦਿਨ B ਆਊਗਾ। B ਪੂਰੇ ਦਿਨ ਚ 4 ਟੋਫੀਆਂ ਖਾਂਦਾ ਹੈ, ਪਰ ਸਾਡੇ ਕੋਲ ਤਾਂ ਇੱਕੋ ਹੀ ਟੋਫੀ ਬਚੀ ਹੈ। ਤਾਂ ਪੂਰਾ ਦਿਨ ਤਾਂ ਲਊਗਾ ਨਹੀਂ। ਕਿੰਨਾ ਦਿਨ ਲਊ? 1/4। ਤਾਂ 13 ਦਿਨ ਪਲੱਸ 1/4 ਉੱਤੇ 13 1/4। ਗੁਰਵਿੰਦਰ ਸਮਝ ਆ ਗਿਆ? ਹਾਂ ਗੁਰਪ੍ਰੀਤ, ਇਹ ਗੱਲ ਆ, ਸਾਡੀ ਜਿਹੜੀ ਰੈਪੀਟੀਸ਼ਨ ਆ ਉਹ ਕਾਹਦੀ ਆ? ਆਹ 2 ਦਿਨਾਂ ਦੇ ਕੰਮ ਦੀ ਰੈਪੀਟੀਸ਼ਨ ਹੈ ਨਾ, ਕਿਉਂਕਿ ਆਹ 2 ਦਿਨਾਂ ਤੋਂ ਬਾਅਦ ਫਿਰ ਉਹੀ ਰਿਪੀਟ ਹੋ ਜਾਊਗਾ A ਤੇ B, ਫਿਰ ਉਹੀ ਰਿਪੀਟ ਹੋ ਜਾਊਗਾ A ਤੇ B। ਤਾਂ ਤੁਸੀਂ ਜਿਹੜਾ ਰੈਪੀਟੀਸ਼ਨ ਵਾਲਾ ਪੈਟਰਨ ਲੱਭਿਆ ਉਹ ਚੱਕਿਆ। ਉਹ ਕੀ ਹੈ? 2 ਦਿਨਾਂ ਦਾ ਕੰਮ, A ਤੇ B 9 ਟੋਫੀਆਂ ਖਾਂਦੇ ਨੇ। ਤਾਂ 9 ਟੋਫੀਆਂ 2 ਦਿਨਾਂ 'ਚ ਖਾਧੀਆਂ ਜਾ ਰਹੀਆਂ ਨੇ। ਇਹ ਕਲੀਅਰ ਹੋ ਗਿਆ। ਤਾਂ ਜੇ 9 ਟੋਫੀਆਂ 2 ਦਿਨਾਂ 'ਚ ਖਾਧੀਆਂ ਜਾ ਰਹੀਆਂ, 18 ਟੋਫੀਆਂ 4 ਦਿਨਾਂ 'ਚ, ਦੇਖ ਲਓ 4 ਦਿਨਾਂ 'ਚ 18 ਟੋਫੀਆਂ, 27 ਟੋਫੀਆਂ 6 ਦਿਨਾਂ 'ਚ, ਦੇਖ ਲਓ। ਤਾਂ 9 ਦਾ ਜਿੰਨਾ ਮਲਟੀਪਲ ਇੱਧਰ ਕਰੋਗੇ, 2 ਦਿਨਾਂ ਦਾ ਉਨਾ ਹੀ ਮਲਟੀਪਲ ਉੱਧਰ ਕਰ ਦੋਗੇ। ਤਾਂ ਜਾਂ ਤਾਂ ਸਾਡਾ ਟੋਟਲ ਵਰਕ 9 ਦਾ ਮਲਟੀਪਲ ਹੋਵੇ, ਤਾਂ ਜਿੰਨਾ ਮਲਟੀਪਲ 2 ਦਿਨਾਂ ਦਾ ਉਨਾ ਹੀ ਮਲਟੀਪਲ ਕਰਕੇ ਆਨਸਰ। ਤਾਂ ਜੇ ਸਾਡਾ ਟੋਟਲ ਵਰਕ 9 ਦਾ ਮਲਟੀਪਲ ਨਹੀਂ ਹੈਗਾ,
ਤਾਂ ਉਹਦੇ ਵਿੱਚ ਲੱਭੋ 60 ਟੌਫੀਆਂ ਦੇ ਵਿੱਚ ਲੱਭੋ 9 ਦਾ ਕਿਹੜਾ ਮਲਟੀਪਲ ਹੈ, ਤਾਂ ਉਹ 54 ਲੱਭਿਆ 6ਵਾਂ ਮਲਟੀਪਲ, ਤਾਂ 9 ਦਾ 6 ਗੁਣਾ 54 ਟੌਫੀਆਂ, 2 ਦਾ 6 ਗੁਣਾ 12 ਦਿਨਾਂ 'ਚ 54 ਟੌਫੀਆਂ 12 ਦਿਨਾਂ 'ਚ ਖਾਧੀਆਂ ਗਈਆਂ, ਜਿਹੜੀਆਂ 6 ਬਚ ਗਈਆਂ ਉਹ ਫਿਰ ਇੱਕ ਦਿਨ ਦਾ ਕੰਮ ਚੱਕੋ। ਹੁਣ ਰੈਪੀਟੀਸ਼ਨ ਵਾਲਾ ਨਹੀਂ ਯੂਜ਼ ਕਰਨਾ, ਰੈਪੀਟੀਸ਼ਨ ਵਾਲਾ 6 ਗੁਣਾ ਤੱਕ ਯੂਜ਼ ਕਰ ਲਿਆ, ਫਿਰ ਇੱਕ ਦਿਨ ਦਾ ਕੰਮ ਚੱਕੋ, 13ਵਾਂ ਦਿਨ ਫਿਰ 14ਵੇਂ ਦਿਨ 20 ਕਿੰਨਾ ਕੁ ਉਹ ਆਨਸਰ ਆਊਗਾ। ਗੁਰਪ੍ਰੀਤ ਕੌਰ ਇਹੋ ਜਿਹਾ ਰਿਲੇਸ਼ਨ ਹੀ 3% 'ਚ ਲੱਭ ਲਓਗੇ ਤੁਸੀਂ, ਜੇ 3% ਹੋਣ ਆਲਟਰਨੇਟ ਡੇਜ਼ ਤੇ ਕੰਮ ਕਰਨ ਵਾਲੇ। ਮੰਨ ਲਓ ਉੱਥੇ ਆਲਟਰਨੇਟ ਸ਼ਬਦ ਨਹੀਂ ਵਰਤਿਆ ਜਾਊਗਾ, ਉੱਥੇ ਇਹ ਕਿਹਾ ਜਾਊਗਾ A ਪਹਿਲੇ ਦਿਨ, B ਦੂਜੇ ਦਿਨ, C ਤੀਜੇ ਦਿਨ, ਫਿਰ A ਫਿਰ B ਫਿਰ C, ਫਿਰ A ਫਿਰ B ਫਿਰ C, ਉੱਥੇ ਤੁਸੀਂ ਉਵੇਂ ਲੱਭੋਗੇ ਵੀ C ਕਦੋਂ ਕੰਮ ਕਰ ਰਿਹਾ, ਤੀਜੇ ਦਿਨ, 6ਵੇਂ ਦਿਨ, 9ਵੇਂ ਦਿਨ, 12ਵੇਂ ਦਿਨ। C 3 ਦੇ ਮਲਟੀਪਲ ਵਾਲੇ ਡੇਜ਼ ਤੇ ਕੰਮ ਕਰ ਰਿਹਾ, C ਤੋਂ ਅਗਲਾ ਦਿਨ ਜਿਹੜਾ ਹੋਊਗਾ ਉੱਥੇ A ਕੰਮ ਕਰਦਾ, C ਤੋਂ ਪਿਛਲੇ ਦਿਨ B ਨੇ ਕੰਮ ਕੀਤਾ ਸੀ, ਤਾਂ 3 ਦੇ ਮਲਟੀਪਲ ਤੇ C ਕੰਮ ਕਰੂਗਾ, ਉਹ ਤੋਂ ਇੱਕ ਪਹਿਲਾਂ B, ਉਹ ਤੋਂ ਇੱਕ ਬਾਅਦ A। ਇਸ ਤਰ੍ਹਾਂ ਲੱਭ ਲਓਗੇ ਜੇ ਇਹੋ ਜਿਹਾ ਕੁਐਸਚਨ ਆ ਗਿਆ। ਹਾਂਜੀ, ਆਪਣਾ 7ਵਾਂ ਤੇ 8ਵਾਂ ਕੁਐਸਚਨ ਦੇਖ ਲਓ। 7ਵਾਂ ਕੁਐਸਚਨ ਆਪੇ ਕਰੋ, 8ਵਾਂ ਕੁਐਸਚਨ ਆਪੇ ਕਰੋ। 7ਵਾਂ ਕੁਐਸਚਨ ਕੀ ਆ? A and B can complete a piece of work in 20 days and 25 days respectively. A begins to do the work and they work alternately one at a time for 1 day each. Then in what time the whole work will be completed? Same question है। 7वां आपे करो, हुणे करो। 8वां क्वेश्चन सेम है। A किसी काम नूं 12 दिनां च, B पर्सन उसे काम नूं 18 दिनां च करदा है। A begins to do the work and they work alternately for one at a time for 1 day each. Then in then in what time the whole work shall be completed? देखो मड़ा जी, कुछ बच्चों का पहले का आंसर 22/4 आया, कुछ बच्चों का 22/5 आया। देख लेने आ। दूजे का 14.5 आंसर कर रहे हैं 2 बच्चे, 3 बच्चे। तो 7वां क्वेश्चन तो कराना ही पैना है। 7वें क्वेश्चन च तो आंसर अलग अलग आ रहे हैं 2। नहीं टीना, 7वां दोबारा कर। तू डेज का डबल नहीं ना किया, वो 2 दिन का काम है, तो 11 की थां ते 22, 7 की थां ते 14। 7वें का 8वें का आंसर भी कुछ बच्चों का उलझ गया। कुछ बच्चे का 14 1/2 आ रहा सी, कुछ का 14 1/3 आ गया। चलो देखते हैं, मतलब ये थोड़ा ज़्यादा डिटेल च दसना पैना। ਤੁਹਾਡੇ ਕੋਲ ਹੈਗਾ 1 ਮਿੰਟ ਦਾ ਟਾਈਮ, ਆਰਾਮ ਨਾਲ ਕਰੋ। ओके भाई, क्वेश्चन देखो। पहला क्वेश्चन की है, ए किसी काम नूं 20 दिनों च करदा है, बी उस काम नूं 25 दिनों च करदा है।
A ਪਰਸਨ ਕਿਸੇ ਕੰਮ ਨੂੰ 20 ਦਿਨਾਂ ਦੇ ਵਿੱਚ, B ਪਰਸਨ 25 ਦਿਨਾਂ 'ਚ। ਕੰਮ ਕਿਵੇਂ ਕਰਦੇ ਆ? ਆਲਟਰਨੇਟ ਡੇਜ਼ ਤੇ। A ਕੰਮ ਸ਼ੁਰੂ ਕਰਦਾ ਤਾਂ ਪਹਿਲੇ ਦਿਨ A, ਦੂਜੇ ਦਿਨ B, ਤੀਜੇ ਦਿਨ ਫਿਰ A, ਚੌਥੇ ਦਿਨ ਫਿਰ B। ਇਸ ਤਰ੍ਹਾਂ ਕੰਮ ਕਰਦੇ ਜਾਣਗੇ। ਟੋਟਲ ਵਰਕ 20 ਤੇ 25 ਦਾ ਐਲਸੀਐਮ 100 ਟੌਫੀਆਂ। A ਡੇਲੀ 5 ਟੌਫੀਆਂ, A ਦੀ ਐਫੀਸ਼ੀਐਂਸੀ 5, B ਦੀ ਐਫੀਸ਼ੀਐਂਸੀ 4, B ਡੇਲੀ 4 ਟੌਫੀਆਂ ਖਾਂਦਾ। ਖਾਣਗੇ ਕਿਵੇਂ? ਪਹਿਲੇ ਦਿਨ A 5 ਟੌਫੀਆਂ ਖਾ ਜੂ। ਆ ਰਿਪੀਟ ਵਾਲਾ ਧਿਆਨ ਨਾਲ ਸੁਣ ਲਿਓ, ਕੁਝ ਬੱਚੇ ਕਾਪੀ ਪੈਨ ਛੱਡ ਕੇ ਇੱਧਰ ਆ ਜਾਓ। ਪਹਿਲੇ ਦਿਨ A ਨੇ ਕੰਮ ਕਰਨਾ ਤਾਂ A ਡੇਲੀ 5 ਟੌਫੀਆਂ ਖਾਂਦਾ, ਤਾਂ ਇਹ ਪਹਿਲੇ ਦਿਨ 'ਚ 5 ਟੌਫੀਆਂ ਖਾਧੀਆਂ ਜਾਣਗੀਆਂ, ਦੂਜੇ ਦਿਨ 'ਚ 4 ਟੌਫੀਆਂ ਖਾਧੀਆਂ ਜਾਣਗੀਆਂ, ਤੀਜੇ ਦਿਨ ਫਿਰ A 5 ਟੌਫੀਆਂ, ਚੌਥੇ ਦਿਨ ਫਿਰ B 4 ਟੌਫੀਆਂ, ਫਿਰ A 5 ਟੌਫੀਆਂ, ਫਿਰ B 4 ਟੌਫੀਆਂ। ਤਾਂ ਕੀ ਰਿਪੀਟ ਹੋ ਰਿਹਾ ਹੈ? 2 ਦਿਨਾਂ ਦਾ ਕੰਮ। ਟੀਨਾ ਧਿਆਨ ਨਾਲ, 2 ਦਿਨਾਂ 'ਚ 9 ਟੌਫੀਆਂ, ਇੱਕ ਦਿਨ ਨਹੀਂ, ਰਿਪੀਟ 2 ਦਿਨਾਂ ਦਾ ਕੰਮ ਹੋ ਰਿਹਾ। ਤਾਂ ਤੁਸੀਂ 9 ਟੌਫੀਆਂ 2 ਦਿਨ ਲਿਖਣਾ ਇੱਥੇ। ਤਾਂ 9 ਟੌਫੀਆਂ ਜੇ 2 ਦਿਨ 'ਚ ਖਾਧੀਆਂ ਜਾ ਰਹੀਆਂ ਨੇ, 18 ਟੌਫੀਆਂ 4 ਦਿਨਾਂ 'ਚ, ਪਿਛਲਾ ਹੀ ਸੇਮ ਹੀ ਆ ਗਿਆ ਇਹ ਤਾਂ ਜੇ ਸਾਡੀਆਂ ਟੋਟਲ ਟੌਫੀਆਂ 9 ਦਾ ਮਲਟੀਪਲ ਹੁੰਦੀਆਂ, ਇਹਦਾ ਕੰਮ ਹੀ ਸੌਖਾ ਹੋ ਗਿਆ ਸੀ। ਜੇ ਸਾਡਾ ਟੋਟਲ ਵਰਕ ਜਿੰਨਾ, ਟੋਟਲ ਟੌਫੀਆਂ ਜਿੰਨੀਆਂ ਨੇ, ਉਹ 9 ਦਾ ਮਲਟੀਪਲ ਹੁੰਦੀਆਂ, 100 ਦੀ ਜਗ੍ਹਾ 90 ਹੁੰਦਾ, ਬਾਏ ਚਾਂਸ 90 ਹੁੰਦਾ, ਤਾਂ 90 10 ਗੁਣਾ 90 ਕੀ ਹੈ? 9 ਦਾ 10 ਮਲਟੀਪਲ, ਤਾਂ 2 ਦਾ 10th ਮਲਟੀਪਲ 20 ਦਿਨ ਆਨਸਰ ਆ ਜਾਂਦਾ। ਪਰ ਹੁਣ ਕੀ ਹੈ? ਟੋਟਲ ਵਰਕ ਸਾਡਾ 9 ਦਾ ਮਲਟੀਪਲ ਨਹੀਂ ਹੈਗਾ, ਤੇ ਜੇ ਨਹੀਂ ਹੈਗਾ ਉਹਦੇ ਵਿੱਚ ਸਭ ਤੋਂ ਵੱਡਾ ਮਲਟੀਪਲ ਲੱਭ ਲਓ। ਤਾਂ 100 ਦੇ ਵਿੱਚ 9 ਦਾ ਸਭ ਤੋਂ ਵੱਡਾ ਮਲਟੀਪਲ 99 ਹੈ, 11th ਮਲਟੀਪਲ। ਤਾਂ 11 ਟਾਈਮਸ ਹੀ ਇੱਧਰ ਕਰ ਦੋ ਤਾਂ 11 ਟਾਈਮਸ ਹੀ ਇੱਧਰ ਹੋ ਜਾਊਗਾ। ਤਾਂ ਇਹ ਬਣ ਗਿਆ 99 ਟੌਫੀਜ਼ 22 ਦਿਨ। 22 ਦਿਨਾਂ ਦਾ ਕੰਮ ਹੋ ਗਿਆ, 99 ਟੌਫੀਆਂ ਖਾਧੀਆਂ ਗਈਆਂ। ਇਹ ਤੋਂ ਬਾਅਦ ਇੱਕ ਦਿਨ ਦਾ ਕੰਮ ਚੱਕਾਂਗੇ। ਹੁਣ ਰੈਪੀਟੀਸ਼ਨ ਵਾਲਾ ਖਤਮ, ਯੂਜ਼ ਕਰ ਲਿਆ ਜੋ ਕਰਨਾ ਸੀ। ਇੱਕ ਦਿਨ ਦਾ ਕੰਮ। ਟੌਫੀਆਂ ਕਿੰਨੀਆਂ ਬਚ ਗਈਆਂ? ਇੱਕ ਟੌਫੀ ਬਚ ਗਈ ਨਾ, 100 ਦੇ ਵਿੱਚੋਂ 99 ਤਾਂ ਹੋ ਗਿਆ। ਇੱਕ ਟੌਫੀ 23ਵੇਂ ਦਿਨ ਕੌਣ ਖਾਊਗਾ? 22 ਦਿਨਾਂ ਦਾ ਕੰਮ AB ਦੇ ਨਾਲ ਹੋ ਗਿਆ, ਤਾਂ 23ਵੇਂ ਦਿਨ A ਆਊਗਾ ਕੰਮ ਕਰਨ। A ਪੂਰੇ ਦਿਨ 'ਚ 5 ਟੌਫੀਆਂ ਖਾਂਦਾ ਹੈ, ਇੱਥੋਂ ਐਫੀਸ਼ੀਐਂਸੀ ਦਿਖ ਰਹੀ ਹੈ ਸਾਨੂੰ। A ਪੂਰੇ ਦਿਨ 'ਚ 5 ਟੌਫੀਆਂ ਖਾਂਦਾ ਹੈ। ਜੇ ਕਿਤੇ 5 ਹੀ ਟੌਫੀਆਂ ਬਚੀਆਂ ਹੁੰਦੀਆਂ ਫਿਰ ਤਾਂ ਪੂਰਾ ਦਿਨ ਲੱਗ ਜਾਂਦਾ ਉਹਦਾ। ਜੇ ਕਿਤੇ 5 ਹੀ ਟੌਫੀਆਂ ਬਚੀਆਂ ਹੁੰਦੀਆਂ ਫਿਰ ਤਾਂ ਪੂਰਾ ਦਿਨ ਕਹਿੰਦੇ ਆਪਾਂ ਵੀ ਬਾਈ 23ਵਾਂ ਦਿਨ ਪੂਰਾ ਲੱਗੂਗਾ। ਪਰ 5 ਟੌਫੀਆਂ ਥੋੜੀ ਬਚੀਆਂ ਨੇ, ਇੱਕ ਟੌਫੀ ਬਚੀ ਆ, ਤਾਂ ਕਿੰਨੇ ਦਿਨ ਲੱਗਣਗੇ ਉਹਦੇ? 1/5 ਲੱਗਣਗੇ ਉੱਤੇ। ਤਾਂ 22 ਤੋਂ 1/5 ਉੱਤੇ 22 1/5 ਦਿਨ। ਤਾਂ ਤੁਹਾਡੇ 7ਵੇਂ ਕੁਐਸਚਨ ਦਾ ਆਨਸਰ 22 1/5 ਡੇਜ਼ ਆਊਗਾ। ਦੇਖੋ ਆਪੋ ਆਪਣੀ ਗਲਤੀ। ਆ 1/4 ਵਾਲਿਓ, B ਨੇ ਥੋੜੀ ਕੰਮ ਕਰਨਾ, 23ਵੇਂ ਦਿਨ A ਨੇ ਕੰਮ ਕਰਨਾ। ਨਵਨੀਤ ਇਹਦੇ ਵਿੱਚ ਰਾਉਂਡ ਆਫ ਨਾ ਕਰਦੀ, 22 1/5 ਨੂੰ ਕਿਤੇ 23 ਦਿਨ ਕਹਿ ਦਿਓ ਸਰ, 23ਵਾਂ ਦਿਨ ਲੱਗ ਤਾਂ ਗਿਆ ਮਾੜਾ ਜਿਹਾ, ਤਾਂ ਪੂਰੇ 23 ਹੋ ਗਏ। 22 1/5। ਦੱਸੋ ਸਮਝ ਆ ਗਿਆ? ਇਹ ਆਪੋ ਆਪਣੀਆਂ ਗਲਤੀਆਂ ਲੱਭ ਲੀਆਂ? ਇੱਕ 1/5 ਕਿਉਂ? 1/5 ਇਸ ਕਰਕੇ ਬੱਚੇ ਕਿ ਜੇ ਦੇਖੋ ਕੰਮ ਕਿਹਨੇ ਕਰਨਾ? 22 ਦਿਨ ਤੋਂ ਬਾਅਦ 23ਵੇਂ ਦਿਨ A ਨੇ ਕੰਮ ਕਰਨਾ। A ਪੂਰੇ ਦਿਨ 'ਚ ਖਾਂਦਾ 5 ਟੌਫੀਆਂ। ਜੇ ਤਾਂ ਸਾਡੇ 5 ਟੌਫੀਆਂ ਬਚੀਆਂ ਹੁੰਦੀਆਂ ਅਸੀਂ ਕਹਿ ਦਿੰਦੇ 5/5 ਪੂਰਾ ਦਿਨ ਲੱਗੂਗਾ ਜੀ। ਜੇ 2.5 ਟੌਫੀਆਂ ਬਚੀਆਂ ਹੁੰਦੀਆਂ, ਪੂਰੇ ਦਿਨ 'ਚ 5 ਟੌਫੀਆਂ ਖਾਂਦਾ, ਜੇ 2.5 ਟੌਫੀਆਂ ਬਚੀਆਂ ਹੁੰਦੀਆਂ ਅੱਧਾ ਦਿਨ ਲੱਗ ਜਾਂਦਾ। ਅੱਧਾ ਦਿਨ ਕਿਵੇਂ? 2.5/5 ਜੀ। ਪਰ ਇੱਕ ਟੌਫੀ ਬਚੀ ਹੈ ਤਾਂ ਕਿੰਨੇ ਦਿਨ ਲੱਗੂ? 1/5 ਲੱਗੂ। ਤਾਂ 22 ਦਿਨ ਪਲੱਸ 1/5 ਉੱਤੇ 22 1/5। ਓਕੇ, 8ਵਾਂ ਕੁਐਸਚਨ ਦੇਖੋ। 8ਵਾਂ ਕੁਐਸਚਨ ਕੀ ਆ? ਬਿਲਕੁਲ ਸਿਮਿਲਰ ਆ, ਫਿਗਰਸ ਚੇਂਜ ਨੇ ਬਸ। ਅੱਠਵਾਂ ਕੁਐਸਚਨ ਹੈ, A ਪਰਸਨ ਕਿਸੇ ਕੰਮ ਨੂੰ 12 ਦਿਨਾਂ 'ਚ, B ਪਰਸਨ 18 ਦਿਨਾਂ 'ਚ। ਕੰਮ ਆਲਟਰਨੇਟ ਡੇਜ਼ ਤੇ ਕਰਦੇ ਨੇ। A ਹੀ ਸ਼ੁਰੂ ਕਰਦਾ ਨਾ, ਜਾਂ A ਬਿਗਿਨਸ ਟੂ ਡੂ ਦਾ ਵਰਕ। A ਸ਼ੁਰੂ ਕਰਦਾ ਤਾਂ ਪਹਿਲੇ ਦਿਨ A, ਦੂਜੇ ਦਿਨ B, ਤੀਜੇ ਦਿਨ A, ਚੌਥੇ ਦਿਨ B। ਕੰਮ ਕਿੰਨਾ ਹੋ ਗਿਆ? 12 ਤੇ 18 ਦਾ ਐਲਸੀਐਮ 36। ਤਾਂ 36 ਦੇ ਹਿਸਾਬ ਨਾਲ A ਡੇਲੀ 3 ਟੌਫੀਆਂ, B ਡੇਲੀ 2 ਟੌਫੀਆਂ। ਤਾਂ ਖਾਧੀਆਂ ਕਿਵੇਂ ਜਾਣਗੀਆਂ? ਪਹਿਲੇ ਦਿਨ A 3 ਟੌਫੀਆਂ ਖਾ ਜੂ, ਦੂਜੇ ਦਿਨ B 2 ਟੌਫੀਆਂ ਖਾ ਜੂ, ਤੀਜੇ ਦਿਨ ਫਿਰ A 3 ਟੌਫੀਆਂ, ਫਿਰ B 2 ਟੌਫੀਆਂ। ਤਾਂ 3 2 3 2 3 2 3 2 ਇਹੀ ਰਿਪੀਟ ਹੋਊਗਾ। ਕੀ ਰਿਪੀਟ ਹੋ ਰਿਹਾ? 2 ਦਿਨਾਂ ਦਾ ਕੰਮ ਰਿਪੀਟ ਹੋ ਰਿਹਾ। ਤਾਂ 2 ਦਿਨਾਂ 'ਚ 5 ਟੌਫੀਆਂ। 5 ਟੌਫੀਆਂ 2 ਦਿਨਾਂ 'ਚ ਖਾਧੀਆਂ ਜਾ ਰਹੀਆਂ ਨੇ। ਜੋ ਰਿਪੀਟ ਹੋ ਰਿਹਾ ਉਹ ਲਿਖ ਲਿਆ ਆਪਾਂ। 5 ਟੌਫੀਆਂ 2 ਦਿਨਾਂ 'ਚ ਖਾਧੀਆਂ ਜਾ ਰਹੀਆਂ ਨੇ, ਇਹ ਰਿਪੀਟ ਹੋ ਰਿਹਾ, ਇਹ ਲਿਖ ਲਿਆ। ਤਾਂ 10 ਟੌਫੀਆਂ 4 ਦਿਨਾਂ 'ਚ, 15 ਟੌਫੀਆਂ 6 ਦਿਨਾਂ 'ਚ, 20 ਟੌਫੀਆਂ 8 ਦਿਨਾਂ 'ਚ।
ਤਾਂ 5 ਦਾ ਜਿੰਨਾ ਮਲਟੀਪਲ ਇੱਧਰ ਹੋ ਜਾਊਗਾ 2 ਦਿਨਾਂ ਦਾ ਉਨਾ ਹੀ ਮਲਟੀਪਲ ਉੱਧਰ ਹੋ ਜਾਊਗਾ। ਤਾਂ ਸਾਡਾ ਜੇ ਕਿਤੇ ਟੋਟਲ ਵਰਕ 5 ਦਾ ਮਲਟੀਪਲ ਹੁੰਦਾ ਫਿਰ ਤਾਂ ਗੱਲ ਹੀ ਬਣ ਗਈ ਸੀ ਸਾਡੀ। ਜੇ ਕਿਤੇ ਸਾਡਾ ਟੋਟਲ ਵਰਕ 5 ਦਾ ਮਲਟੀਪਲ ਹੁੰਦਾ ਫਿਰ ਤਾਂ ਗੱਲ ਬਣ ਗਈ ਸੀ, ਪਰ ਹੁਣ ਨਹੀਂ ਬਣੀ। 5 ਦਾ ਮਲਟੀਪਲ ਨਹੀਂ ਹੈਗਾ, ਤੇ ਜੇ 5 ਦਾ ਮਲਟੀਪਲ ਨਹੀਂ ਹੈਗਾ ਤਾਂ ਉਹਦੇ ਵਿੱਚ ਲੱਭੋ 5 ਦਾ ਸਭ ਤੋਂ ਵੱਡਾ ਮਲਟੀਪਲ। ਤਾਂ 36 ਦੇ ਵਿੱਚ 5 ਦਾ ਸਭ ਤੋਂ ਵੱਡਾ ਮਲਟੀਪਲ ਕਿਹੜਾ ਹੈ? 35 ਹੈ। 7ਵਾਂ ਮਲਟੀਪਲ, ਤਾਂ 7ਵਾਂ ਮਲਟੀਪਲ ਇੱਧਰ ਕਰ ਦੋ ਤਾਂ 7ਵਾਂ ਹੀ ਮਲਟੀਪਲ ਇੱਧਰ ਕਰਾਂਗੇ। 35 ਟੌਫੀਆਂ 14 ਦਿਨਾਂ 'ਚ ਖਾਧੀਆਂ ਜਾ ਚੁੱਕੀਆਂ ਨੇ। 35 ਟੌਫੀਆਂ 14 ਦਿਨਾਂ 'ਚ ਖਾਧੀਆਂ ਜਾ ਚੁੱਕੀਆਂ ਨੇ, ਪਰ ਹਲੇ ਵੀ ਇੱਕ ਟੌਫੀ ਬਚੀ ਹੋਈ ਹੈ। ਇੱਕ ਟੌਫੀ ਕਿੰਨੇ ਖਾਣੀ ਹੈ? 15ਵੇਂ ਦਿਨ ਕੌਣ ਆਊਗਾ ਕੰਮ ਕਰਨ? ਇਹ 14 ਦਿਨਾਂ ਦਾ ਕੰਮ ਹੋ ਗਿਆ, 14 ਦਿਨਾਂ ਦਾ ਹਿਸਾਬ ਕਿਤਾਬ ਹੋ ਗਿਆ ਸਾਡਾ। 15ਵੇਂ ਦਿਨ ਇਹ ਆਊਗਾ ਕੰਮ ਕਰਨ। ਇਹ ਪੂਰੇ ਦਿਨ 'ਚ 3 ਟੌਫੀਆਂ ਖਾਂਦਾ ਹੈ। ਯਾਰ ਜੇ ਕਿਤੇ 3 ਹੀ ਟੌਫੀਆਂ ਬਚੀਆਂ ਹੁੰਦੀਆਂ ਫਿਰ ਤਾਂ ਬਾਈ ਦਾ ਪੂਰਾ ਦਿਨ ਲੱਗ ਜਾਂਦਾ ਇਹ ਦਾ। ਬਈ ਪੂਰੇ ਦਿਨ 'ਚ 3 ਟੌਫੀਆਂ ਖਾਣ ਵਾਲਾ ਬੰਦਾ ਜੇ ਸਾਹਮਣੇ 3 ਹੀ ਟੌਫੀਆਂ ਪਈਆਂ ਹੋਣ ਤਾਂ ਪੂਰਾ ਦਿਨ ਲਾ ਕੇ ਜਾਊਗਾ, ਪਰ ਟੌਫੀ ਤਾਂ ਸਾਹਮਣੇ ਇੱਕ ਹੀ ਪਈ ਆ, ਤਾਂ ਕਿੰਨੇ ਦਿਨ ਲੱਗਣਗੇ? 1/3। ਤਾਂ 14 ਤੋਂ 1/3 ਉੱਤੇ, ਤਾਂ 14 + 1/3 ਕਿੰਨੇ ਹੋਣਗੇ? 14 1/3 ਦਿਨ। 14 1/3 ਡੇਜ਼। ਤਾਂ ਜਿਹੜੇ ਬੱਚਿਆਂ ਦਾ 14 1/3 ਨਹੀਂ ਸੀ ਆਇਆ, ਆਪੋ ਆਪਣੀ ਲੱਭੋ ਗਲਤੀ ਕਿੱਥੇ ਹੋਈ ਆ। ठीक है। 9th क्वेश्चन 3 परसनस ਦੇ ਆ, ਪਰ 3 परसनस ਕੰਮ ਕਿਵੇਂ ਕਰਦੇ ਆ? ਪਹਿਲੇ ਦਿਨ A, ਦੂਜੇ ਦਿਨ B, ਤੀਜੇ ਦਿਨ C, ਇਸ ਤਰ੍ਹਾਂ ਨਹੀਂ। ਕਿਵੇਂ ਕਰਦੇ ਆ? A ਪਰਸਨ ਕਿਸੇ ਕੰਮ ਨੂੰ 12 ਦਿਨਾਂ ਚ, B 15 ਦਿਨਾਂ ਚ, C 20 ਡੇਜ਼ ਚ ਖਤਮ ਕਰਦੇ ਆ। A, B and C can do a piece of work in 12 days, 15 days and 20 days respectively. A works daily. ਇਹ ਡੇਲੀ ਕੰਮ ਕਰਦਾ, ਪਹਿਲੇ ਦਿਨ ਵੀ, ਦੂਜੇ ਦਿਨ ਵੀ, ਤੀਜੇ ਦਿਨ, ਚੌਥੇ ਦਿਨ, ਪੰਜਵੇਂ, ਛੇਵੇਂ ਦਿਨ, ਇਹ ਡੇਲੀ। while B and C assists A on the alternate days, one at a time for 1 day each. A ਤਾਂ ਬਾਈ ਲੱਗਿਆ ਹੋਇਆ ਰੋਜ਼ ਕੰਮ ਕਰਨ, B ਤੇ C ਇੱਕ ਇੱਕ ਦਿਨ ਛੱਡ ਕੇ ਉਹਨੂੰ ਅਸਿਸਟ ਕਰਨ ਆਉਂਦੇ ਨੇ। ਮਤਲਬ ਪਹਿਲੇ ਦਿਨ A ਤਾਂ ਹੈਗਾ, ਨਾਲ B ਆਇਆ ਕੰਮ ਕਰਨ, ਦੂਜੇ ਦਿਨ A ਦੇ ਨਾਲ C ਆਇਆ ਕੰਮ ਕਰਨ, B ਨਹੀਂ ਆਇਆ, C ਆਇਆ, ਤੀਜੇ ਦਿਨ ਫਿਰ A ਦੇ ਨਾਲ B ਆਇਆ। ਮਤਲਬ A ਡੇਲੀ ਲੱਗਿਆ ਹੋਇਆ, B ਤੇ C ਆਲਟਰਨੇਟ ਡੇਜ਼ ਤੇ ਲੱਗਿਆ, B C। ਤਾਂ ਕੰਮ ਕਿਵੇਂ ਹੋਊਗਾ? ਪਹਿਲੇ ਦਿਨ AB, ਦੂਜੇ ਦਿਨ AC, ਤੀਜੇ ਦਿਨ ਫਿਰ AB, ਚੌਥੇ ਦਿਨ ਫਿਰ AC, ਇਸ ਤਰ੍ਹਾਂ ਕੰਮ ਕਰ ਰਹੇ ਨੇ। ਤਾਂ ਇਸ ਤਰ੍ਹਾਂ ਕੰਮ ਕਿੰਨੇ ਦਿਨਾਂ 'ਚ ਖਤਮ ਹੋਊਗਾ? ਸਾਡਾ ਕੁਐਸਚਨ ਇਹੀ ਹੈ ਬਸ। A ਪਰਸਨ ਕਿਸੇ ਕੰਮ ਨੂੰ 12 ਦਿਨਾਂ 'ਚ, B ਪਰਸਨ ਉਹੀ ਕੰਮ 15 ਦਿਨਾਂ 'ਚ, C ਪਰਸਨ ਉਹੀ ਕੰਮ 20 ਦਿਨਾਂ 'ਚ ਕਰਦਾ। ਤਾਂ ਕੰਮ ਕਿੰਨਾ? 12 15 20 ਦਾ ਐਲਸੀਐਮ 60। 2-3 ਵਾਰ ਕੱਢ ਲਿਆ ਤਾਂ ਪੇਪਰ ਤੱਕ ਯਾਦ ਰਹਿਣਾ ਚਾਹੀਦਾ ਵੀ 12 15 20 ਦਾ ਐਲਸੀਐਮ ਕੱਢਣ ਦੀ ਲੋੜ ਨਾ ਪਵੇ, 60 ਦਿਮਾਗ 'ਚ ਆ ਜਾਏ। ਤਾਂ A ਦੀ ਐਫੀਸ਼ੀਐਂਸੀ, B, C ਦੀ ਐਫੀਸ਼ੀਐਂਸੀ ਦੇਖੋ। A 12 ਦਿਨਾਂ 'ਚ 60 ਟੌਫੀਆਂ ਡੇਲੀ 5 ਖਾਂਦਾ ਹੈ, B 15 ਦਿਨਾਂ 'ਚ 60 ਟੌਫੀਆਂ ਡੇਲੀ 4 ਖਾਂਦਾ ਹੋਊਗਾ, C 20 ਦਿਨਾਂ 'ਚ 60 ਟੌਫੀਆਂ ਡੇਲੀ 3 ਖਾਂਦਾ ਹੋਊਗਾ। ਇਹੀ ਬਣ ਗਿਆ। ਫਿਰ ਕੰਮ ਕਰਨ ਆਏ ਕਿਵੇਂ? ਪਹਿਲੇ ਦਿਨ ਉਹਨੇ ਕਿਹਾ A ਵਰਕਸ ਡੇਲੀ, ਤਾਂ A ਤਾਂ ਪਹਿਲੇ, ਦੂਜੇ, ਤੀਜੇ, ਚੌਥੇ ਸਾਰੇ ਦਿਨਾਂ 'ਚ ਲਿਖਾਂਗੇ। ਫਿਰ ਉਸ ਤੋਂ ਬਾਅਦ B ਤੇ C ਇੱਕ ਇੱਕ ਦਿਨ ਉਹਨੂੰ ਅਸਿਸਟ ਕਰਨ ਆਉਂਦੇ ਨੇ। ਤਾਂ ਪਹਿਲੇ ਦਿਨ A ਦੇ ਨਾਲ B ਆਇਆ, ਤਾਂ ਪਹਿਲੇ ਦਿਨ ਕੌਣ ਕੰਮ ਕਰ ਰਿਹਾ? AB। ਦੂਜੇ ਦਿਨ A ਦੇ ਨਾਲ C ਆਇਆ, ਤੀਜੇ ਦਿਨ ਫਿਰ A ਦੇ ਨਾਲ B ਆਇਆ, ਚੌਥੇ ਦਿਨ ਫਿਰ A ਦੇ ਨਾਲ C ਆਇਆ। ਤਾਂ ਕੰਮ ਕਿਵੇਂ ਕਰਦੇ? AB AC, AB AC, AB AC। ਤਾਂ ਪਹਿਲੇ ਦਿਨ ਕੌਣ ਕੰਮ ਕਰਦਾ? A ਤੇ B। ਕਿੰਨੀਆਂ ਟੌਫੀਆਂ ਖਾ ਜਾਣਗੇ? 5 ਤੇ 4 9 ਟੌਫੀਆਂ ਪਹਿਲੇ ਦਿਨ 'ਚ। ਦੂਜੇ ਦਿਨ ਕੌਣ ਕੰਮ ਕਰਦਾ? A ਤੇ C। ਕਿੰਨੀਆਂ ਟੌਫੀਆਂ ਖਾਣਗੇ? 5 ਤੇ 3 8 ਟੌਫੀਆਂ AC। ਤਾਂ ਪਹਿਲੇ ਦਿਨ 9, ਦੂਜੇ ਦਿਨ 8, ਤੀਜੇ ਦਿਨ ਫਿਰ 9, ਚੌਥੇ ਦਿਨ ਫਿਰ 8, ਫਿਰ 9, ਫਿਰ 8। ਤਾਂ ਐਂ ਚੱਲਦਾ ਜਾਊਗਾ ਕੰਮ। ਪਹਿਲੇ ਦਿਨ AB 9 ਟੌਫੀਆਂ, ਦੂਜੇ ਦਿਨ AC 8 ਟੌਫੀਆਂ, ਫਿਰ AB 9 ਟੌਫੀਆਂ, AC 8 ਟੌਫੀਆਂ, 9 8 9 8। ਤਾਂ ਕੀ ਰਿਪੀਟ ਹੋ ਰਿਹਾ? 2 ਦਿਨਾਂ ਦਾ ਕੰਮ। 2 ਦਿਨਾਂ 'ਚ ਕਿੰਨਾ ਕੰਮ ਕਰ ਰਹੇ ਨੇ? 17 ਟੌਫੀਆਂ ਖਾ ਰਹੇ ਨੇ। 9 ਤੇ 8 ਮਿਲਾ ਕੇ 17 ਟੌਫੀਆਂ ਖਾ ਰਹੇ ਨੇ 2 ਦਿਨਾਂ ਦੇ ਵਿੱਚ। ਤਾਂ 17 ਟੌਫੀਆਂ
2 ਦਿਨਾਂ 'ਚ ਖਾ ਰਹੇ ਨੇ 34 ਟੋਫੀਆਂ, 4 ਦਿਨਾਂ 'ਚ 51 ਟੋਫੀਆਂ, 6 ਦਿਨਾਂ 'ਚ ਜਿੰਨਾ 17 ਦਾ ਮਲਟੀਪਲ ਇੱਧਰ ਓਨਾ ਹੀ 2 ਦਾ ਮਲਟੀਪਲ ਉੱਧਰ। ਤਾਂ ਜੇ ਤਾਂ ਕਿਤੇ ਸਾਡਾ ਟੋਟਲ ਵਰਕ ਹੁੰਦਾ 17 ਦਾ ਮਲਟੀਪਲ 60 ਦੀ ਥਾਂ ਤੇ 68 ਹੁੰਦਾ, ਜੇ ਕਿਤੇ 60 ਦੀ ਥਾਂ ਤੇ 68 ਹੁੰਦਾ, ਫਿਰ 17 ਦਾ 4 ਗੁਣਾ 68 ਤਾਂ 2 ਦਿਨ ਦਾ 4 ਗੁਣਾ ਕਰਕੇ ਸਾਡਾ ਆਨਸਰ ਆ ਜਾਂਦਾ 8। ਪਰ ਜੇ 68 ਹੁੰਦਾ, ਜੇ 17 ਦਾ ਮਲਟੀਪਲ ਹੁੰਦਾ ਪਰ ਨਹੀਂ ਹੈਗਾ ਤਾਂ ਨਹੀਂ ਕਰਾਂਗੇ। ਫਿਰ ਕਿਵੇਂ ਕਰਾਂਗੇ? ਫਿਰ ਅਸੀਂ 60 ਦੇ ਵਿੱਚ ਲੱਭਾਂਗੇ 17 ਦਾ ਸਭ ਤੋਂ ਵੱਡਾ ਮਲਟੀਪਲ। 60 ਦੇ ਵਿੱਚ ਲੱਭਿਆ 17 ਦਾ ਤੀਜਾ ਮਲਟੀਪਲ 51, ਤਾਂ ਇੱਧਰ ਵੀ ਤੀਜਾ ਮਲਟੀਪਲ ਹੋ ਗਿਆ 6 ਦਿਨ। ਤਾਂ 51 ਟੌਫੀਆਂ 51 ਟੌਫੀਜ਼ 6 ਦਿਨਾਂ 'ਚ ਖਾਧੀਆਂ ਗਈਆਂ। ਫਿਰ ਇੱਕ ਇੱਕ ਦਿਨ ਦਾ ਕੰਮ ਚੱਕਾਂਗੇ। ਇੱਕ ਇੱਕ ਦਿਨ ਦੇ ਕੰਮ 'ਚ ਕੀ ਆ, 6 ਦਿਨ ਦਾ ਹੋ ਗਿਆ, 7ਵੇਂ ਦਿਨ ਕੌਣ ਕੰਮ ਕਰੂਗਾ? A ਤੇ B। ਟੌਫੀਜ਼ ਕਿੰਨੀਆਂ ਬਚ ਗਈਆਂ? 60 ਚੋਂ 51 ਹੋ ਗਈਆਂ, 9 ਟੌਫੀਆਂ ਬਚ ਗਈਆਂ। 60 ਚੋਂ 51 ਟੌਫੀਆਂ ਦਾ ਹਿਸਾਬ ਹੋ ਗਿਆ ਸਾਡਾ, 6 ਦਿਨ ਆ ਗਿਆ, 9 ਟੌਫੀਆਂ ਬਚ ਗਈਆਂ। ਤੇ 7ਵੇਂ ਦਿਨ A ਤੇ B ਲੱਗਣਗੇ, ਉਹਨਾਂ ਨੇ 9 ਹੀ ਟੌਫੀਆਂ ਖਾਣੀਆਂ ਨੇ। ਆ ਗਈ ਗੱਲ ਸਾਡੀ ਹੱਕ 'ਚ, 9 ਟੌਫੀਆਂ ਹੀ ਬਚੀਆਂ ਨੇ। A B ਨੇ ਕੰਮ ਕਰਨਾ ਪੂਰੇ ਦਿਨ 'ਚ 9 ਹੀ ਟੌਫੀਆਂ ਖਾਂਦੇ ਨੇ, ਮਤਲਬ ਪੂਰਾ ਦਿਨ ਲੱਗੂ ਉਹਨਾਂ ਦਾ। ਤਾਂ ਪੂਰਾ ਦਿਨ ਦਾ ਮਤਲਬ 6 ਤੋਂ 1 ਦਿਨ ਉੱਤੇ ਆਨਸਰ ਆ ਗਿਆ 7 ਦਿਨ। ਤਾਂ ਇਹਦਾ ਆਨਸਰ 7ਵੇਂ ਕੁਐਸਚਨ ਦਾ ਆਨਸਰ 7ਵਾਂ ਕੁਐਸਚਨ ਹੈ, ਕਿੰਨਵਾਂ ਕੁਐਸਚਨ ਹੈ? 9ਵਾਂ ਕੁਐਸਚਨ। 9ਵੇਂ ਕੁਐਸਚਨ ਦਾ ਆਨਸਰ 7 ਡੇਜ਼। ਬਿਲਕੁਲ ਠੀਕ ਹੈ ਸਰ ਇਹਦਾ। ਦੇਖ ਆਪੇ ਇੱਕ ਵਾਰ ਜੇ ਸਮਝ ਨਹੀਂ ਆਇਆ ਰਾਜਨ ਦੁਬਾਰੇ ਦਿਮਾਗ ਲਾ ਮੜਾ ਜਾ। ਮੈਂ ਤਾਂ ਹਲੇ ਕਰਾ ਕੇ ਵਿਹਲਾ ਹੀ ਹੋਇਆ, ਥੋੜਾ ਜਿਹਾ ਦਿਮਾਗ ਲੈ ਅੱਧਾ ਮਿੰਟ ਸਮਝ, ਫਿਰ ਵੀ ਨਹੀਂ ਸਮਝ ਲੱਗਿਆ ਫਿਰ ਕਮੈਂਟ ਕਰਦੇ ਵੀ ਸਰ ਆਹ ਦੱਸੋ ਮੜਾ ਜਾ। ਬਹੁਤ ਜਨਰਲ ਪ੍ਰੋਬਲਮ ਬੱਚਿਆਂ ਨੂੰ ਇਹ ਹੁੰਦੀ ਆ, ਇੱਥੇ ਵੀ ਆ ਰਹੀ ਆ, ਆਮ ਤੌਰ ਤੇ ਵੀ ਹੁੰਦੀ। 51 ਦਿਨਾਂ 'ਚ 51 ਟੌਫੀਆਂ 6 ਦਿਨਾਂ 'ਚ ਖਾਧੀਆਂ ਗਈਆਂ। ਰੈਪੀਟੀਸ਼ਨ ਦੇ ਵਿੱਚ ਜਿਹੜਾ 17 ਟੌਫੀਆਂ 2 ਦਿਨਾਂ 'ਚ ਸੀ, ਉਹਦਾ ਤੀਜਾ ਮਲਟੀਪਲ 51 ਟੌਫੀਆਂ 6 ਦਿਨਾਂ 'ਚ ਖਾਧੀਆਂ ਗਈਆਂ। ਫਿਰ ਮੈਂ ਕਹਿ ਰਿਹਾ ਵੀ ਯਾਰ ਫਿਰ ਉਸ ਤੋਂ ਬਾਅਦ ਅਸੀਂ ਇੱਕ ਇੱਕ ਦਿਨ ਦਾ ਕੰਮ ਚੱਕਣਾ ਹੈ। ਇੱਕ ਇੱਕ ਦਿਨ ਦਾ ਮਤਲਬ ਤਾਂ ਇਹ ਹੈ ਵੀ 6 ਦਿਨ ਦਾ ਹੋ ਗਿਆ, 7ਵੇਂ ਦਿਨ ਦਾ ਕੰਮ ਚੱਕਣਾ। 7ਵੇਂ ਦਿਨ ਕੌਣ ਕੰਮ ਕਰੂਗਾ? ਮੈਂ ਇੱਥੋਂ ਹਿਸਾਬ ਜਾ ਲਾ ਕੇ ਦੱਸਤਾ ਵੀ A ਤੇ B। ਬੱਚਿਆਂ ਨੂੰ ਪ੍ਰੋਬਲਮ ਆ ਰਹੀ ਹੈ ਸਰ ਇਹ ਸਾਨੂੰ ਕਿਵੇਂ ਪਤਾ ਲੱਗੂ? ਯਾਰ 2-3 ਵਾਰ ਹੋ ਗਿਆ, ਮੈਂ ਦੱਸ ਰਿਹਾ ਫਿਰ ਦੁਬਾਰਾ ਰਿਪੀਟ। 2 ਦਿਨ ਦਾ ਕੰਮ ਹੋ ਰਿਹਾ, ਪਹਿਲੇ ਦਿਨ AB, ਦੂਜੇ ਦਿਨ AC, ਤੀਜੇ ਦਿਨ AB, ਚੌਥੇ ਦਿਨ AC। ਤਾਂ AB ਤੇ AC ਨੇ ਜਾਂ ਕਦੇ AB ਕੰਮ ਕਰ ਰਿਹਾ ਜਾਂ AC ਕੰਮ ਕਰ ਰਹੇ ਆ। AB ਕਦੋਂ ਕੰਮ ਕਰਦੇ ਆ? ਪਹਿਲੇ ਦਿਨ, ਫਿਰ ਤੀਜੇ ਦਿਨ, ਫਿਰ AB 5ਵੇਂ ਦਿਨ, ਫਿਰ AB 7ਵੇਂ ਦਿਨ। ਤਾਂ ਹਰ ਔਡ ਨੰਬਰ ਡੇ ਤੇ AB ਕੰਮ ਕਰਦੇ ਨੇ। AC ਦੂਜੇ ਦਿਨ ਕਰਦੇ ਆ, ਚੌਥੇ ਦਿਨ, 6ਵੇਂ ਦਿਨ, 8ਵੇਂ ਦਿਨ ਕਰਦੇ ਆ। ਤਾਂ ਹਰ ਈਵਨ ਨੰਬਰ ਡੇ ਤੇ AC ਕੰਮ ਕਰਦੇ ਨੇ। ਤਾਂ 6 ਦਿਨ ਦਾ ਜਦੋਂ ਕੰਮ ਹੋ ਗਿਆ, ਆਪਾਂ 7ਵੇਂ ਦਿਨ ਦੇਖਣਾ ਕਿਹਨੇ ਕੰਮ ਕਰਨਾ। 7ਵਾਂ ਕੀ ਆ? ਔਡ ਨੰਬਰ ਡੇ ਆ। ਤਾਂ ਕੌਣ ਕੰਮ ਕਰੂ? AB। ਤਾਂ AB 9 ਟੌਫੀਆਂ ਖਾਂਦੇ ਆ, ਬਚੀਆਂ ਕਿੰਨੀਆਂ? 9 ਹੀ ਬਚੀਆਂ। ਤਾਂ ਪੂਰਾ ਦਿਨ ਲੱਗ ਜੂ, 6 ਤੋਂ 1 ਪੂਰਾ ਦਿਨ ਉੱਤੇ 7 ਦਿਨ ਆਨਸਰ। ਹਾਂਜੀ ਸਮਝ ਆ ਗਿਆ। ਉਹ ਪੂਸੀਐਸ ਲੈਵਲ ਦੇ ਕੁਐਸਚਨ ਨਹੀਂ ਹੈਗੇ, ਉਹ ਆਮ ਜੀ ਗੱਲ ਇਹ ਹੈ ਐਤਕੀ। ਮਤਲਬ ਮੈਂ ਜਿਹੜੀ ਟੈਸਟ ਸੀਰੀਜ਼ ਵੀ ਬਣਾ ਰਿਹਾ ਉਹਦੇ ਵਿੱਚ ਵੀ ਮੇਰਾ ਮੇਜਰ ਕੰਸਰਨ ਇਹੀ ਸੀਗਾ। ਖੈਰ ਮੈਨੂੰ ਇੰਨਾ ਧਿਆਨ 'ਚ ਨਹੀਂ ਸੀ। ਮੈਂ ਟੈਸਟ ਸੀਰੀਜ਼ ਜਿਹੜੇ ਸਟੂਡੈਂਟ ਕਰਕੇ ਬਣਾਉਣ ਲੱਗਿਆ, ਮਤਲਬ ਇੱਕ ਸਟੂਡੈਂਟ ਦਾ ਮੈਸੇਜ ਆਇਆ ਸੀ ਮਤਲਬ ਐਂ ਰੈਂਡਮਲੀ ਵੀ ਸਰ ਕਹਿੰਦਾ ਵੀ ਟੈਸਟ ਸੀਰੀਜ਼ ਚਾਹੀਦੀ ਹੈ। ਕਹਿੰਦਾ ਮੇਰੀ ਤਿਆਰੀ ਇੰਨੀ ਕੁ ਹੈਗੀ ਹੈ ਵੀ ਕਲਾਸਾਂ ਲਾਉਣ ਦੀ ਲੋੜ ਨਹੀਂ, ਪਰ ਟੈਸਟ ਚਾਹੀਦੇ ਨੇ। ਮੈਂ ਚੱਲ ਮੈਂ ਬਣਾ ਦਿੰਦਾ, ਮੈਂ ਇਹ ਸੋਚ ਕੇ ਬਣਾਇਆ। ਉਹਦੇ ਨਾਲ 2-3 ਵਾਰ ਮੇਰੀ ਗੱਲ ਹੋਈ, ਉਹਦੇ ਵਿੱਚੋਂ ਗੱਲ ਨਿਕਲ ਕੇ ਆਈ ਸੀ ਕਿ ਇਸ ਵਾਰ ਜਿਹੜਾ PCS ਦਾ ਐਗਜ਼ਾਮ ਹੋਇਆ 13 ਫਰਵਰੀ ਨੂੰ, ਪ੍ਰੀਲਿਮਸ ਜਿਹੜਾ ਹੋਇਆ ਜਿਹ 'ਚ ਮੈਂ ਕੁਆਂਟ ਐਪਟੀਟਿਊਡ ਆਉਣਾ ਹੁੰਦਾ, ਕੁਆਂਟਸ ਆਉਣਾ ਹੁੰਦਾ ਹੈਗਾ, ਉਹ PCS ਨੇ ਇਸ ਵਾਰ ਦਾ ਐਗਜ਼ਾਮ ਪਿਛਲੇ 3 ਜਾਂ 4 ਸਾਲ ਦੇ ਐਗਜ਼ਾਮਸ ਤੋਂ ਚੱਕ ਕੇ ਪਾਇਆ ਹੈਗਾ। ਚੱਕ ਕੇ ਮਤਲਬ ਕਾਪੀ ਕਰਕੇ ਨਹੀਂ, ਲੈਵਲ ਚੱਕ ਕੇ ਪਾਇਆ। ਤਾਂ ਇਸ ਸਾਲ PCS ਨੇ ਆਪਣਾ PPSC ਨੇ ਆਪਣਾ PCS ਦਾ ਲੈਵਲ ਚੱਕਿਆ। ਇਸੇ ਕਰਕੇ ਅੰਦਾਜ਼ੇ ਲੱਗ ਰਹੇ ਨੇ ਇਸ ਸਾਲ ਵੀ ਭਾਈ PPSC ਨੇ ਨਾਇਬ ਤਹਿਸੀਲਦਾਰ ਦਾ ਪੇਪਰ ਵੀ ਲੈਣਾ। ਨਾਇਬ ਤਹਿਸੀਲਦਾਰ ਦਾ ਪੇਪਰ PPSC ਲਊਗਾ ਨਾ, ਪਟਵਾਰੀ ਦਾ ਪੇਪਰ PSSS ਬੋਰਡ ਨੇ ਲੈਣਾ, ਨਾਇਬ ਤਹਿਸੀਲਦਾਰ PPSC ਨੇ ਲੈਣਾ। ਤਾਂ PPSC ਨੇ ਜੇ ਇਸ ਵਾਰ PCS ਦਾ ਲੈਵਲ ਚੱਕਿਆ ਤਾਂ ਪੂਰੀ ਉਮੀਦ ਹੈ ਵੀ ਨਾਇਬ ਤਹਿਸੀਲਦਾਰ 'ਚ ਵੀ ਥੋੜਾ ਜਿਹਾ ਲੈਵਲ ਤਾਂ ਚੱਕਣਗੇ। ਆਮ ਤੌਰ ਤੇ 19-21 ਚੱਕਿਆ ਜਾਂਦਾ, ਐਤਕੀ 19-22 ਚੱਕੇ ਜਾਣ ਦੇ ਚਾਂਸਿਸ ਨੇ। ਤਾਂ ਇਸ ਕਰਕੇ
ਉਹੋ ਜਿਹੇ ਲੈਵਲ ਦੇ ਫਿਰ ਆਪਾਂ ਨੂੰ ਕੁਐਸਚਨ ਕਰਨੇ ਪੈਂਦੇ ਨੇ। ਕੁਆਂਟਸ ਦੇ ਵਿੱਚ ਜੇ ਆਪਾਂ ਕਹੀਏ ਨਾ ਯਾਰ ਵੀ ਕੁਆਂਟ ਕਿੰਨੇ ਤਾਂ ਪੇਪਰਾਂ 'ਚ ਆਉਂਦਾ ਹੈਗਾ, ਬੈਂਕ 'ਚ ਆਉਂਦਾ, SSC 'ਚ ਆਉਂਦਾ, ਇਹ 'ਚ ਆਉਂਦਾ, ਉਹ 'ਚ ਆਉਂਦਾ, ਪੰਜਾਬ ਦੇ ਪੇਪਰਾਂ 'ਚ ਆਉਂਦਾ, ਸੈਂਟਰ 'ਚ ਆਉਂਦਾ, ਇੰਟੈਲੀਜੈਂਸ ਬਿਊਰੋ 'ਚ ਆਉਂਦਾ, ਜਿਹੜੇ ਪੇਪਰਾਂ 'ਚ ਜਿਹੜੇ ਤਰ੍ਹਾਂ ਦੇ ਪੇਪਰ ਹੁੰਦੇ ਸਭ 'ਚ ਆਉਂਦਾ, ਨੈਟ 'ਚ ਵੀ ਆ ਜਾਂਦਾ। ਸਭ ਤੋਂ ਔਖਾ ਕੀ 'ਚ ਆਉਂਦਾ? ਸਭ ਤੋਂ ਔਖਾ ਕੁਆਂਟ ਆਉਂਦਾ ਤੁਹਾਡਾ ਇੱਕ SSC CGL, ਇੱਕ CDS। ਇਹਨਾਂ ਦੋਨਾਂ ਦੇ ਵਿੱਚ ਕੁਆਂਟ ਸਭ ਤੋਂ ਚੰਗੇ ਲੈਵਲ ਦਾ ਆਉਂਦਾ। ਮਤਲਬ ਜੇ ਮੈਂ CDS ਜਾਂ CGL ਵਾਲੇ ਬੱਚਿਆਂ ਨੂੰ ਪੜ੍ਹਾਉਣਾ ਹੋਊਗਾ ਤਾਂ ਮੇਰੇ ਕੋਲ ਕੁਝ ਵੀ ਛੱਡਣ ਦੀ ਗੁੰਜਾਇਸ਼ ਨਹੀਂ ਹੈਗੀ, ਯਾਰ ਸਾਨੂੰ ਆ ਵੀ ਪੜ੍ਹਨਾ ਪੈਣਾ, ਸਾਨੂੰ ਆਹ ਚੈਪਟਰ 'ਚ ਆ ਵੀ ਪੜ੍ਹਨਾ ਪੈਣਾ, ਸਾਨੂੰ ਆਹ ਚੈਪਟਰ 'ਚ ਆ ਵੀ ਪੜ੍ਹਨਾ ਪੈਣਾ। ਹੁਣ ਜਿਵੇਂ ਮੈਨੂੰ ਕੱਲ੍ਹ ਸਵੇਰੇ ਇੱਕ ਕਾਂਸਟੇਬਲ ਇੰਸਟੀਚਿਊਟ ਵਾਲਿਆਂ ਨੇ ਕੱਲ੍ਹ ਇੱਕ ਕਾਂਸਟੇਬਲ ਦਾ ਬੈਚ ਦਿੱਤਾ, ਅੱਜ ਵੀ ਉਹਦੇ ਵਿੱਚ ਕਲਾਸ ਮਤਲਬ ਰੈਗੂਲਰ ਕਲਾਸ ਹੋਇਆ ਕਰੂਗੀ। ਹੁਣ ਕਾਂਸਟੇਬਲ 'ਚ ਮੈਨੂੰ ਪਤਾ ਯਾਰ 12ਵੀਂ ਲੈਵਲ ਦਾ ਪੇਪਰ ਹੈਗਾ, 12ਵੀਂ ਉਹਦੀ ਐਲੀਜੀਬਿਲਟੀ ਆ, ਤਾਂ ਉਹਦੇ ਵਿੱਚ ਓਬਵੀਅਸਲੀ ਬਹੁਤ ਘੱਟ ਲੈਵਲ ਦਾ, ਬਹੁਤ ਲੋ ਲੈਵਲ ਦਾ ਆਊਗਾ। ਤਾਂ ਇਹੋ ਜਿਹਾ ਕੁਝ ਹੁੰਦਾ। ਤੁਸੀਂ ਨਾਇਬ ਤਹਿਸੀਲਦਾਰ ਦੇ ਨਾ ਮੰਨ ਕੇ ਚੱਲੋ ਲੈਵਲ ਚੱਕਣਗੇ ਐਤਕੀ, ਕਿਉਂਕਿ ਉਹਨਾਂ ਨੇ ਹੁਣੇ 8 ਮਹੀਨੇ ਪਹਿਲਾਂ PCS ਦਾ ਲੈਵਲ 6-7 ਮਹੀਨੇ ਪਹਿਲਾਂ 6 ਮਹੀਨੇ ਪਹਿਲਾਂ PCS ਦਾ ਲੈਵਲ ਚੱਕਿਆ ਹੈਗਾ। 6 ਵੀ ਕਾਨੂੰ ਫਰਵਰੀ 'ਚ ਹੋਇਆ, 5-6 ਮਹੀਨੇ ਪਹਿਲਾਂ। ਹਾਂ ਠੀਕ ਹੈ। PSSB ਬੋਰਡ ਦਾ ਤਾਂ ਇੱਕ ਲੈਵਲ ਵੈਸੇ ਮੇਨਟੇਨ ਹੁੰਦਾ ਹੈਗਾ, ਉਸ ਲੈਵਲ ਦੀ ਤਿਆਰੀ ਕਰਨੀ ਪਊ। ਕੋਆਪਰੇਟਿਵ ਬੈਂਕ ਦਾ ਮੈਨੂੰ ਇੰਨਾ ਕੁ ਯਾਦ ਹੈ ਯਾਰ 2015 14 13 14 15 ਜਦੋਂ ਵੀ ਹੋਇਆ ਸੀਗਾ, 15 ਪਤਾ ਨਹੀਂ 16 'ਚ ਹੋਇਆ ਸੀਗਾ, ਉਦੋਂ ਠੀਕ ਜਿਹਾ ਆਇਆ ਸੀ, ਮੋਡਰੇਟ ਆਇਆ ਸੀ, ਈਜ਼ੀ ਤੇ ਡਿਫਿਕਲਟ ਦੋਨੇ ਹੀ ਨਹੀਂ ਸੀ ਹੈਗਾ। ਤਾਂ ਅਸੀਂ ਮੰਨ ਕੇ ਚੱਲਾਂਗੇ ਵੀ ਉਹ ਤੋਂ ਬਾਅਦ ਕੋਈ ਕੋਆਪਰੇਟਿਵ ਬੈਂਕ ਦਾ ਐਗਜ਼ਾਮ ਨਹੀਂ ਹੋਇਆ ਤਾਂ ਸਾਡੇ ਕੋਲ ਕੋਈ ਹਿੰਟ ਨਹੀਂ ਹੈਗਾ, ਇਸ ਕਰਕੇ ਉਸ ਲੈਵਲ ਦਾ ਤਾਂ ਕਰਾਂਗੇ, ਉਹ ਤੋਂ ਥੋੜਾ ਵੱਧ ਕਰ ਲਾਂਗੇ, ਅੱਡ ਗੱਲ ਹੈ। ਤਾਂ ਕੁਛ ਐ ਜੇ ਤਿਆਰੀ ਹੁੰਦੀ ਹੈਗੀ, ਤਾਂ ਉਹੋ ਜਿਹਾ ਬਸ ਮਸਲਾ। ਓਕੇ, ਬਸ ਤਿਆਰੀ ਤੁਸੀਂ ਐਂ ਜੇ ਰੱਖੋ ਯਾਰ ਵੀ ਕਿਸੇ ਵੀ ਪੇਪਰ ਦੀ ਤਿਆਰੀ ਮੋਡਰੇਟ ਤੋਂ ਥੋੜੀ ਜਿਹੀ ਉੱਚੀ ਹੋਣੀ ਚਾਹੀਦੀ ਹੈ। ਮੋਡਰੇਟ ਤਿਆਰੀ ਮਤਲਬ 3 ਹੀ ਲੈਵਲ ਨੇ, ਸਿੰਪਲ ਤੋਂ ਮੋਡਰੇਟ ਤੋਂ ਹਾਈ ਲੈਵਲ ਦੀ ਤਿਆਰੀ ਤਾਂ ਯਾਰ ਜਿੱਦਣ ਤੁਸੀਂ ਤਿਆਰੀ ਸ਼ੁਰੂ ਕੀਤੀ ਹੋਈ ਉਹ ਤੋਂ 2 ਸਾਲ ਬਾਅਦ ਪਹੁੰਚਾਂਗੇ ਅਸੀਂ ਪਹਿਲਾਂ ਇਨੀਸ਼ੀਅਲ ਸਟੇਜਿਸ ਤੇ ਤਿਆਰੀ ਕਰਨੀ ਹੁੰਦੀ ਹੈ, ਬੇਸਿਕ ਕਨਸੈਪਟ ਸਮਝਣੇ ਆ, ਉਹਨਾਂ ਨੂੰ ਰਿਪੀਟ ਕਰਨਾ, ਬਾਰ-ਬਾਰ ਪ੍ਰੈਕਟਿਸ ਕਰਨੀ ਹੈ, ਬੇਸਿਕਸ ਨੂੰ ਪੱਕਾ ਕਰਨਾ ਹੈਗਾ, ਫਿਰ ਥੋੜੇ ਜਿਹੇ ਚੰਗੇ ਕੁਐਸਚਨ ਦੇਖਣੇ ਸ਼ੁਰੂ ਕਰਨੇ ਹੁੰਦੇ, ਫਿਰ ਸਾਡੀ ਤਿਆਰੀ ਮੋਡਰੇਟ ਤੇ ਪਹੁੰਚਦੀ ਹੁੰਦੀ ਹੈ। ਫਿਰ ਇੱਕ ਟਾਈਮ ਤੇ ਹੁੰਦਾ ਯਾਰ ਵੀ ਜਿੱਥੋਂ ਅਜੇ ਕਰਾਂਗੇ ਤਿਆਰੀ, ਮਤਲਬ ਜਦੋਂ ਸਾਨੂੰ ਤਿਆਰੀ ਕਰਦੇ ਨੂੰ ਵੀ 1.5-2 ਸਾਲ ਹੋ ਜਾਣ, ਉਦੋਂ ਸਾਡੀ ਤਿਆਰੀ ਮਤਲਬ ਚੰਗੇ ਲੈਵਲ ਤੇ ਪਹੁੰਚ ਜਾਣੀ ਚਾਹੀਦੀ ਹੈ। ਪਰ ਸ਼ੁਰੂ 'ਚ ਮੋਡਰੇਟ ਤੋਂ ਥੋੜਾ ਜਿਹਾ ਉੱਤੇ ਰੱਖਣ ਦੀ ਕੋਸ਼ਿਸ਼ ਕਰੀਦੀ ਹੁੰਦੀ ਹੈ। ਇੰਨੀ ਕੁ ਤਿਆਰੀ ਤਾਂ ਰੱਖਣੀ, ਜਿਹੜੇ ਮਰਜ਼ੀ ਪੇਪਰ ਦੀ ਤਿਆਰੀ ਕਰੋ, ਕਿਉਂਕਿ ਕਿਸੇ ਮਰਜ਼ੀ ਪੇਪਰ ਦੀ ਤਿਆਰੀ ਕਰੋ ਦਾ ਕਹਿਣ ਦਾ ਮਤਲਬ ਇਹ ਹੈ ਵੀ ਅੱਜ ਕੱਲ੍ਹ ਬਿਲਕੁਲ ਸਰਟਨਿਟੀ ਨਹੀਂ ਹੈਗੀ, ਬਿਲਕੁਲ ਨਹੀਂ ਹੈਗੀ। ਕੋਈ ਵੀ ਪੇਪਰ ਸਾਨੂੰ ਹੈਰਾਨ ਕਰਕੇ ਤੁਰ ਜਾਂਦਾ। ਪੇਪਰ ਅੱਜ ਤੱਕ ਤਾਂ ਜੀ ਐ ਸੀ, ਐਤਕੀ ਪਤੰਦਰਾਂ ਨੇ ਆਹ ਪਤਾ, ਮਤਲਬ ਸਾਨੂੰ ਪਤਾ ਨਹੀਂ ਲੱਗਦਾ ਯਾਰ ਆਹ ਅੱਛਾ ਇੰਨਾ ਔਖਾ ਆ ਗਿਆ, ਆਹ ਕੁਐਸਚਨ ਵੀ ਪੁੱਛਣ ਲੱਗ ਗਏ ਯਾਰ PCS ਵਾਲੇ, ਹਨਾ। ਮੈਂ ਜਿਹੜੀ ਆਹ ਗੱਲ ਹੁੰਦੀ ਆ, ਅੱਛਾ ਯਾਰ ਪੰਜਾਬ ਦੇ ਪੇਪਰਾਂ ਨੇ DA ਪਾਇਆ ਕਰਨਗੇ ਹੁਣ, ਆਹ ਜਿਹੜਾ ਸਾਨੂੰ ਉਹ ਹੈਰਾਨ ਕਰਦੇ ਨੇ। ਇਸ ਕਰਕੇ ਕਹਿ ਰਿਹਾ ਵੀ ਸਾਡੀ ਤਿਆਰੀ ਹੀ ਪਹਿਲਾਂ ਥੋੜੀ ਜਿਹੀ ਇੰਨੀ ਹੋਣੀ ਚਾਹੀਦੀ ਆ ਵੀ ਅਸੀਂ ਘੱਟੋ ਘੱਟ ਕੁਐਸਚਨ ਨਾ ਵੀ ਆਉਂਦਾ ਹੋਵੇ ਸਰ ਜੂਗਾ, ਹੈਰਾਨ ਨਾ ਹੋਇਆ ਕਰੀਏ। ਉਹਦੇ ਕਰਕੇ ਤਿਆਰੀ ਪਹਿਲਾਂ ਹੀ ਸਾਡੀ ਉਹੋ ਜਿਹੇ ਲੈਵਲ ਦੀ ਹੋਣੀ ਚਾਹੀਦੀ ਆ। ਮਨਜੀਤ ਨੈਟ ਤੋਂ ਲੱਭ ਜਾਣਗੇ, ਕੱਢ ਲਈ। CGL ਦਾ ਪੇਪਰ 2016 ਤੋਂ ਬਾਅਦ ਆਨਲਾਈਨ ਹੋਣ ਲੱਗਿਆ, ਮਤਲਬ 2016 ਚ ਆਨਲਾਈਨ ਹੋਇਆ ਪਹਿਲੀ ਵਾਰ, ਉਸ ਤੋਂ ਪਹਿਲਾਂ ਵਾਲੇ ਵੀ ਪਏ ਨੇ, ਉਸ ਤੋਂ ਬਾਅਦ ਵਾਲੇ ਵੀ ਤੈਨੂੰ ਲੱਭ ਜਾਣਗੇ ਨੈਟ ਤੋਂ। ਓਕੇ ਬੱਚੇ, ਇਹਦੇ ਵਿੱਚ ਅੱਜ ਦੀ ਕਲਾਸ ਦਾ ਆਖਰੀ ਕੁਐਸਚਨ ਆਪਣਾ, ਫਿਰ ਆਪਣੀ ਕਲਾਸ ਖਤਮ ਕਰਦੇ ਆਪਾਂ। ਹੁਣ ਤੱਕ ਜਿਹੜੇ ਕੁਐਸਚਨ ਕੀਤੇ ਆ ਉਹਦੇ ਵਿੱਚ ਸਾਨੂੰ ਕੀ ਗਿਵਨ ਸੀਗਾ? A ਕਿਸੇ ਪਰਸਨ ਨੂੰ ਇੰਨੇ ਦਿਨਾਂ 'ਚ ਕਰਦਾ, B ਪਰਸਨ ਕਿਸੇ ਕੰਮ ਨੂੰ ਇੰਨੇ ਦਿਨਾਂ 'ਚ ਕਰਦਾ, A ਕਿਸੇ ਪਰਸਨ ਨੂੰ, A ਕਿਸੇ ਕੰਮ ਨੂੰ, A ਕਿਸੇ ਕੰਮ ਨੂੰ ਇੰਨੇ ਦਿਨਾਂ 'ਚ, B ਉਸੇ ਕੰਮ ਨੂੰ ਇੰਨੇ ਦਿਨਾਂ 'ਚ। ਜੇ ਆਲਟਰਨੇਟ ਡੇਜ਼ ਤੇ ਕੰਮ ਕਰਨ ਤਾਂ ਕੰਮ ਕਿੰਨੇ ਦਿਨਾਂ 'ਚ ਖਤਮ ਹੋਊਗਾ, ਅਸੀਂ ਉਹ ਕੱਢਿਆ। ਪਰ ਜੇ ਸਾਨੂੰ ਆਲਟਰਨੇਟ ਡੇਜ਼ ਤੇ ਕੰਮ ਕਰਦੇ ਹੋਏ ਕੰਮ ਇੰਨੇ ਦਿਨਾਂ 'ਚ ਖਤਮ ਹੋਇਆ, ਇਹ ਗਿਵਨ ਹੋਵੇ, B ਦਾ ਗਿਵਨ ਨਾ ਹੋਵੇ, B ਪੁੱਛਿਆ ਜਾਵੇ, ਫਿਰ ਕੀ ਕਰਾਂਗੇ? ਤਾਂ ਆਪਣੀ ਪਿਛਲੀ ਐਗਜ਼ਾਮਪਲ ਤੇ ਆ ਜਾਓ। A ਪਰਸਨ ਕਿਸੇ ਕੰਮ ਨੂੰ 12 ਦਿਨਾਂ 'ਚ ਕਰਦਾ, B ਪਰਸਨ ਕਿਸੇ ਕੰਮ ਨੂੰ 18 ਦਿਨਾਂ 'ਚ ਕਰਦਾ। ਆਪਣਾ ਇਹੀ ਕੁਐਸਚਨ ਸੀ ਨਾ, ਮਤਲਬ ਮੇਰੇ ਖਿਆਲ 'ਚ 8ਵਾਂ ਕੁਐਸਚਨ ਲਿਖ ਰਿਹਾ ਮੈਂ, ਸਕਰੀਨ ਉੱਤੇ ਸ਼ੀਟ ਤੇ ਦੇਖਣ ਦੀ ਲੋੜ ਨਹੀਂ। 8ਵਾਂ ਕੁਐਸਚਨ ਕੀ ਸੀ? A ਕਿਸੇ ਕੰਮ ਨੂੰ 12 ਦਿਨਾਂ 'ਚ, B ਉਹੀ ਕੰਮ 18 ਦਿਨਾਂ 'ਚ ਕਰਦਾ। ਕੰਮ ਕਿੰਨਾ ਹੋ ਗਿਆ? 12 18 ਦਾ LCM 36। A ਦੀ ਐਫੀਸ਼ੀਐਂਸੀ 3, B ਦੀ ਐਫੀਸ਼ੀਐਂਸੀ 2। ਕੰਮ ਕਿਵੇਂ ਕਰਨਗੇ? ਪਹਿਲੇ ਦਿਨ A, ਦੂਜੇ ਦਿਨ B, ਤੀਜੇ ਦਿਨ A, ਚੌਥੇ ਦਿਨ B, ਇਸ ਤਰ੍ਹਾਂ ਕਰਨਗੇ। ਤਾਂ ਪਹਿਲੇ ਦਿਨ 3 ਟੋਫੀਆਂ, ਦੂਜੇ ਦਿਨ 2, 3 2 3 2 3 2 ਰਿਪੀਟ ਹੋ ਰਿਹਾ, ਤਾਂ 2 ਦਿਨਾਂ ਦਾ ਕੰਮ ਰਿਪੀਟ ਹੋ ਰਿਹਾ, 5 ਟੋਫੀਆਂ ਖਾ ਰਹੇ ਨੇ। ਤਾਂ 5 ਟੋਫੀਆਂ 2 ਦਿਨਾਂ ਦੇ ਵਿੱਚ, ਤਾਂ 36 ਦੇ ਵਿੱਚ 5 ਦਾ ਮਲਟੀਪਲ 7ਵਾਂ, ਤਾਂ ਇੱਧਰ ਵੀ 7ਵਾਂ ਮਲਟੀਪਲ ਕਰ ਦਿਓ, ਤਾਂ 35 ਟੋਫੀਆਂ 14 ਦਿਨਾਂ ਦੇ ਵਿੱਚ। ਤਾਂ 35 ਤੋਂ ਉੱਤੇ ਕੀ ਲੱਗਿਆ? ਇੱਕ ਟੋਫੀ ਹੋਰ ਬਚੀ ਆ, ਤਾਂ 15ਵੇਂ ਦਿਨ AB 3 ਟੋਫੀਆਂ ਖਾਂਦੇ ਨੇ, ਪਰ ਇੱਕ ਟੋਫੀ ਬਚੀ ਤਾਂ 1/3, ਸੌਰੀ AB ਨਹੀਂ, ਇਕੱਲਾ A,
ਕੱਲਾ A ਇੱਕ 3 ਟੋਫੀਆਂ ਖਾਂਦਾ, ਪਰ ਟੋਫੀ 1 ਬਚੀ ਹੈ ਤਾਂ 1/3, ਤਾਂ 14 1/3 ਆ ਗਿਆ। ਉਹਨਾਂ ਦਾ ਆਲਟਰਨੇਟ ਡੇਜ਼ ਤੇ ਕੰਮ ਕਰਨਾ 14 1/3 ਚ ਕੰਮ ਖਤਮ ਹੋਊਗਾ। ਇਹ ਕੁਐਸਚਨ ਹੈ, ਇਹ ਅਸੀਂ ਸੋਲਵ ਕਰ ਲਿਆ 8ਵਾਂ ਕੁਐਸਚਨ। ਹੁਣ ਸਾਡਾ ਕੁਐਸਚਨ ਕੀ ਬਣ ਗਿਆ? ਹੁਣ ਬੱਚੇ ਸਾਡਾ ਕੁਐਸਚਨ ਬਣ ਗਿਆ ਕਿ A ਪਰਸਨ ਕੱਲਾ ਕਿਸੇ ਕੰਮ ਨੂੰ 12 ਦਿਨਾਂ ਚ ਕਰਦਾ ਹੈ। A ਪਰਸਨ ਕੱਲਾ ਕਿਸੇ ਕੰਮ ਨੂੰ 12 ਦਿਨਾਂ ਚ ਕਰਦਾ ਹੈ। B ਪਤਾ ਨਹੀਂ ਕਿੰਨੇ ਦਿਨਾਂ ਚ ਕਰਦਾ ਹੈ। ਉਹਨਾਂ ਨੇ ਆਲਟਰਨੇਟ ਡੇਜ਼ ਤੇ ਕੰਮ ਕਰਨਾ ਸ਼ੁਰੂ ਕੀਤਾ ਤੇ ਕੰਮ 14 2/3 ਦਿਨਾਂ ਦੇ ਵਿੱਚ ਖਤਮ, 14 1/3 ਦਿਨਾਂ ਦੇ ਵਿੱਚ ਖਤਮ ਕਰ ਲਿਆ। ਤਾਂ ਦੱਸੋ B ਕੰਮ ਕਿੰਨੇ ਦਿਨਾਂ 'ਚ ਖਤਮ ਕਰਦਾ? ਸਾਡਾ ਇਹ ਕੁਐਸਚਨ ਹੈ। ਮਤਲਬ ਇਹ ਔਖੇ ਲੈਵਲ ਦਾ ਕੁਐਸਚਨ ਹੈਗਾ, ਇਹ ਸੌਖਾ ਕੁਐਸਚਨ ਨਹੀਂ ਹੈਗਾ, ਪਰ ਇਹਨੂੰ ਸੌਖਾ ਬਣਾ ਲਾਂਗੇ। ਮੈਂ ਇੱਕ ਇਮਾਨਦਾਰੀ ਨਾਲ ਗੱਲ ਦੱਸਾਂ, ਮਤਲਬ ਮੈਂ 2014 ਤੋਂ ਪੜ੍ਹਾ ਰਿਹਾ ਤੇ ਇਹ ਕੁਐਸਚਨ ਮੈਂ ਅੱਜ ਤੋਂ 2 ਹਫ਼ਤੇ ਪਹਿਲਾਂ ਦੇਖਿਆ ਤੇ ਮੈਂ ਸੀਰੀਅਸਲੀ ਮੈਂ 7 ਸਾਲ 'ਚ ਕੁਐਸਚਨ ਨਹੀਂ ਸੀ ਦੇਖਿਆ ਹੈਗਾ ਵੀ ਉਲਟਾ ਕੁਐਸਚਨ, ਆਲਟਰਨੇਟ ਦਾ ਵੀ ਉਲਟਾ ਬਣਾ ਕੇ ਪਾਤਾ। A B ਆਲਟਰਨੇਟ ਡੇਜ਼ ਤੇ ਕੰਮ ਕਰਦੇ, A 12 ਦਿਨਾਂ 'ਚ ਕਰਦਾ, B ਪਤਾ ਨਹੀਂ। ਆਲਟਰਨੇਟ ਡੇਜ਼ ਤੇ ਕੰਮ ਕਰਦੇ ਹੋਏ ਕੰਮ 14 1/3 ਦਿਨ 'ਚ ਖਤਮ ਹੋ ਜੇ ਤਾਂ A ਕਿੰਨੇ ਦਿਨਾਂ 'ਚ B ਕਿੰਨੇ ਦਿਨਾਂ 'ਚ ਕਰਦਾ ਹੋਊਗਾ, ਇਹ ਵੀ ਨਹੀਂ ਪਤਾ ਹੋਊਗਾ ਸਾਨੂੰ, ਹੈ ਨਾ। ਤਾਂ ਤੁਸੀਂ ਇਹ ਮੰਨ ਲਓ, ਵੈਸੇ ਤਾਂ ਆਲਟਰਨੇਟ ਡੇਜ਼ 'ਚ ਕੰਮ ਕਰਦੇ ਹੋਏ ਨੇ, ਆਲਟਰਨੇਟ ਡੇਜ਼ 'ਚ ਕੰਮ ਕਰਦੇ ਨੇ, ਤਾਂ ਤੁਸੀਂ ਕੰਮ ਮੰਨ ਲਓ ਪਹਿਲੇ ਦਿਨ A, ਦੂਜੇ ਦਿਨ B, ਤੀਜੇ ਦਿਨ A, ਚੌਥੇ ਦਿਨ B ਕੰਮ ਕਰ ਰਹੇ ਨੇ, ਤਾਂ ਕੰਮ 14 1/3 ਦਿਨਾਂ 'ਚ ਖਤਮ ਹੋ ਰਿਹਾ ਹੈ। ਰੈਪੀਟੀਸ਼ਨ ਤਾਂ 2 ਦਿਨਾਂ ਦੇ ਕੰਮ ਦੀ ਹੋਣੀ ਹੈ, ਤਾਂ 2 4 6 8 10 12 14 16 18 20 ਇਹ ਤਾਂ ਰਿਪੀਟ ਹੋਣੇ। ਆਪਣਾ ਸਮਾਂ ਕੀ ਲੱਗ ਰਿਹਾ? 14 1/3, 14 + 1/3 ਉੱਤੇ 14 ਵਾਲਾ ਤਾਂ ਰੈਪੀਟੀਸ਼ਨ ਦੇ ਵਿੱਚੋਂ ਨਿਕਲ ਆਊਗਾ। 2 ਦਿਨਾਂ ਦੀ ਰੈਪੀਟੀਸ਼ਨ ਹੈ ਤਾਂ 14 ਉਹਦੇ ਵਿੱਚੋਂ ਨਿਕਲ ਆਊਗਾ। ਮਤਲਬ 15ਵੇਂ ਦਿਨ ਦਾ ਇੰਨਾ ਕੁ ਹਿੱਸਾ ਲੱਗਿਆ ਸਾਡਾ, 15ਵੇਂ ਦਿਨ ਦਾ ਇੰਨਾ ਕੁ ਹਿੱਸਾ ਉੱਤੇ ਲੱਗਿਆ ਨਾ ਸਾਡਾ, ਤਾਂ 15ਵੇਂ ਦਿਨ ਯਾਰ ਇਹਨੂੰ ਤਾਂ ਇਹ ਕਰਨ ਦੀ ਵੀ ਲੋੜ ਨਹੀਂ ਹੈਗੀ, ਤੁਹਾਨੂੰ ਮੈਂ ਸਿੱਧਾ ਹੀ ਦੱਸ ਦਿੰਦਾ। ਯਾਰ ਇਹ ਕੁਐਸਚਨ ਦੇ ਵਿੱਚ ਕੈਲਕੂਲੇਸ਼ਨ ਆਊਗੀ। ਮੈਂ ਜਿਹੜਾ ਤਰੀਕਾ ਦੱਸ ਰਿਹਾ ਉਹ ਮੈਂ ਤੁਹਾਡੀ ਕੈਲਕੂਲੇਸ਼ਨ ਆਸਾਨ ਕਰਨ ਲਈ ਦੱਸ ਰਿਹਾ। ਜੇ ਆਪਾਂ ਕੈਲਕੂਲੇਸ਼ਨ ਆਸਾਨ ਕਰਨ ਦੇ ਚੱਕਰ 'ਚ ਨਾ ਪਈਏ ਫਿਰ ਤਾਂ ਇੰਨਾ ਵੀ ਕਰਨ ਦੀ ਲੋੜ ਨਹੀਂ ਹੈਗੀ। ਫਿਰ ਵੀ ਸੁਣ ਲਓ, ਦੇਖੋ 14 ਦਿਨਾਂ ਦਾ ਤਾਂ ਰੈਪੀਟੀਸ਼ਨ, ਮੈਂ ਇਹ ਤੋਂ ਸੌਖਾ ਤਰੀਕਾ ਦੱਸ ਦੂੰਗਾ ਇਹ ਤੋਂ ਬਾਅਦ। ਇਹ ਤਰੀਕਾ ਦੂਜੇ ਨਾਲੋਂ ਥੋੜਾ ਜਿਹਾ ਅੱਧੇ ਕੁ ਮਿੰਟ ਵੱਧ ਦਾ ਹੈਗਾ, ਪਰ ਇਹ ਸਾਡੀ ਕੈਲਕੂਲੇਸ਼ਨ ਨੂੰ ਆਸਾਨ ਰੱਖੂਗਾ, ਇਸ ਕਰਕੇ ਇਹ ਦੱਸ ਰਿਹਾਗਾ। 14 ਦਿਨਾਂ ਦਾ ਕੰਮ ਤਾਂ ਕਿਉਂਕਿ 2 ਦਿਨਾਂ ਦੀ ਰੈਪੀਟੀਸ਼ਨ ਹੋ ਰਹੀ ਹੈ ਤਾਂ 14 ਦਿਨ ਤਾਂ 2 ਦੇ ਮਲਟੀਪਲ ਚੋਂ ਨਿਕਲਿਆ ਹੈ, ਉੱਤੇ 15ਵੇਂ ਦਿਨ ਦਾ ਇੰਨਾ ਕੁ ਹਿੱਸਾ ਲੱਗਿਆ। 15ਵੇਂ ਦਿਨ ਕੰਮ ਕਿਹਨੇ ਕਰਨਾ? A ਨੇ ਕਰਨਾ, ਇਹ ਸਾਨੂੰ ਪਤਾ ਲੱਗ ਗਿਆ। ਤਾਂ A 1/3 ਹਿੱਸਾ ਲੈ ਰਿਹਾ 15ਵੇਂ ਦਿਨ ਦਾ। 1/3 ਹਿੱਸੇ ਦਾ ਮਤਲਬ ਕੀ ਹੋਊਗਾ? ਜਿੰਨਾ ਕੁ ਆਪਾਂ ਆਲਟਰਨੇਟ ਵਾਲਾ ਪਿਛਲੇ ਅੱਧੇ ਘੰਟੇ 'ਚ ਪੜ੍ਹ ਲਿਆ, 1/3 ਦਾ ਮਤਲਬ ਇਹ ਹੋਊਗਾ ਵੀ ਭਾਈ A 3 ਟੋਫੀਆਂ ਖਾਂਦਾ ਹੋਊਗਾ ਪਰ 1 ਬਚਿਆ ਹੋਊਗਾ। ਟੋਫੀ 1 ਬਚੀ ਹੋਊਗੀ, A 3 ਖਾਂਦਾ ਹੋਊ, ਟੋਫੀ 1 ਬਚੀ ਹੋਊ, ਤਾਂ ਹੀ 1/3 ਲਿਆ ਹੋਊਗਾ ਨਾ ਆਪਾਂ। ਤਾਂ A ਦੀ ਐਫੀਸ਼ੀਐਂਸੀ 3 ਆ ਗਈ, A ਦੀ ਐਫੀਸ਼ੀਐਂਸੀ 3 ਆ ਗਈ ਤਾਂ ਟੋਟਲ ਵਰਕ 36 ਆ ਗਿਆ। 12 × 3 36। ਮੈਂ ਕਹਿੰਦਾ ਜੇ ਆਪਾਂ ਆਹ ਤਰੀਕੇ ਨਾਲ ਨਾ ਪੰਗਾ ਲੈਣਾ ਹੁੰਦਾ, ਮੈਂ ਇੱਥੇ 1 ਲਿਖ ਦਿੰਦਾ, ਜੋ ਮਰਜ਼ੀ ਸਮਾਂ ਲੱਗ ਰਿਹਾ ਮੈਂ ਇੱਥੇ 1 ਲਿਖ ਦਿੰਦਾ ਵੀ ਇਹ ਡੇਲੀ ਇੱਕ ਟੋਫੀ ਖਾਂਦਾ, ਮੰਨ ਲਓ, ਤਾਂ 12 × 1 12 ਟੋਫੀ ਟੋਟਲ ਆ ਜਾਂਦੀ। ਫਿਰ ਇਹ ਆ ਜਾਂਦਾ, ਤੁਸੀਂ 14 1/3 ਨੂੰ ਨਾ ਤੋੜਨਾ, 14 1/3 ਦਿਨਾਂ ਨੂੰ ਤੋੜਨਾ ਤੇ ਤੋੜ ਕੇ ਦੱਸਣਾ ਉਹਦੇ ਵਿੱਚੋਂ A ਦੇ ਕਿੰਨੇ ਦਿਨ ਨੇ, B ਦੇ ਕਿੰਨੇ ਦਿਨ ਨੇ। ਤਾਂ ਜਿਹੜੇ 14 ਦਿਨ ਨੇ 1/3 ਛੱਡੋ, ਜਿਹੜੇ 14 ਦਿਨ ਨੇ ਉਹ ਤਾਂ 7 ਨੇ, ਉਹ ਤਾਂ A ਦੇ 7 ਨੇ, B ਦੇ 7 ਨੇ, 7 ਇੱਧਰ ਨੇ 7 ਇੱਧਰ ਨੇ, ਪਰ ਜਿਹੜਾ ਉੱਤੇ 1/3 ਹੈ ਉਹ A ਦੇ ਨਾਲ ਹੈ। ਤਾਂ A ਕਿੰਨੇ ਦਿਨ ਕੰਮ ਕਰਦਾ? 7 × 3 21 + 1 22/3। A 22/3 ਦਿਨ ਕੰਮ ਕਰਦਾ, B ਪੂਰੇ 7 ਦਿਨ ਕੰਮ ਕਰਦਾ। A ਦੀ ਐਫੀਸ਼ੀਐਂਸੀ ਅਸੀਂ A ਦੀ ਹੈਲਪ ਨਾਲ 3 ਲੈ ਲਈ, ਤਾਂ A ਡੇਲੀ 3 ਟੋਫੀਆਂ ਖਾਂਦਾ ਤਾਂ ਕਿੰਨੀਆਂ ਖਾ ਗਿਆ ਹੋਊਗਾ? 22 ਟੋਫੀਆਂ ਖਾ ਗਿਆ ਹੋਊਗਾ। 36 ਟੋਟਲ ਮੰਨੀਆਂ, 22 A ਖਾ ਗਿਆ ਤਾਂ B 14 ਖਾ ਗਿਆ ਹੋਊਗਾ। ਤਾਂ ਇਸ ਹਿਸਾਬ ਨਾਲ B ਦੀ ਐਫੀਸ਼ੀਐਂਸੀ 2 ਆ ਗਈ, ਤਾਂ B ਦੀ ਐਫੀਸ਼ੀਐਂਸੀ 2 ਆ ਗਈ। ਟੋਟਲ 36 ਟੋਫੀਆਂ 2 ਦੇ ਹਿਸਾਬ ਨਾਲ 36/2 18 ਦਿਨ ਆ ਵੀ ਹੋ ਜਾਊਗਾ ਸਾਡਾ। ਜਿਹੜੇ ਮਰਜ਼ੀ ਤਰੀਕੇ ਨਾਲ ਕਰੋ, ਆਹ ਕੰਮ ਤਾਂ ਕਰਨਾ ਹੀ ਪੈਣਾ, ਜਿਹੜੇ ਮਰਜ਼ੀ ਤਰੀਕੇ ਨਾਲ ਕਰੋ। ਆਲਟਰਨੇਟ ਡੇਜ਼ ਤੇ ਕੰਮ ਕਰਦੇ ਹੋਏ 14 1/3 ਦਿਨ ਲੱਗ ਰਹੇ ਨੇ, ਉਹਨੂੰ ਸਪਲਿਟ ਕਰੋ ਵੀ ਉਹਦੇ ਵਿੱਚੋਂ 14 1/3 ਚੋਂ
14 1/3 ਚੋਂ A ਦੇ ਕਿੰਨੇ ਦਿਨ ਨੇ, B ਦੇ ਕਿੰਨੇ ਦਿਨ ਨੇ, ਇਹ ਤਾਂ ਕੱਢਣਾ ਹੀ ਪੈਣਾ ਸਾਨੂੰ। ਤਾਂ A ਦੇ ਦਿਨ 14 1/3 ਚੋਂ, ਕਿਉਂਕਿ 2-2 ਦਿਨ ਦਾ ਕੰਮ ਰਿਪੀਟ ਹੋ ਰਿਹਾ ਹੈ, ਤਾਂ 2-2 ਦਿਨ ਦਾ ਜਿਹੜਾ ਕੰਮ ਰਿਪੀਟ ਹੋ ਰਿਹਾ ਉਹ 'ਚ ਇੱਕ ਦਿਨ A ਦਾ ਇੱਕ B ਦਾ, ਤਾਂ 14 ਦਿਨਾਂ 'ਚ 7 A ਦੇ 7 B ਦੇ, ਉਹ 7-7 ਤਾਂ ਵੰਡੇ ਗਏ। ਜਿਹੜਾ 14 ਤੋਂ ਉੱਤੇ 1/3 ਹੈ ਉਹ 15ਵੇਂ ਦਿਨ ਦਾ ਹਿੱਸਾ ਹੈ ਨਾ, ਤੇ 15ਵੇਂ ਦਿਨ A ਦਾ ਕੰਮ ਸੀਗਾ, ਤਾਂ ਉਹ 1/3 ਦਿਨ A ਦੇ ਲੱਗੇ, ਤਾਂ 7 ਦੇ ਨਾਲ 1/3 A ਵਾਲੇ ਪਾਸੇ, B ਦਾ ਪੂਰੇ 7 ਦਿਨ, ਤਾਂ ਉਹ 7 1/3 ਨੂੰ ਮੈਂ 22/3 ਲਿਖਤਾ, ਤਾਂ ਕਿ 3 ਐਫੀਸ਼ੀਐਂਸੀ ਨਾਲ ਮਲਟੀਪਲਾਈ ਕਰਨਾ ਪੈ ਜੇ। ਮੈਂ ਕਹਿ ਰਿਹਾ ਜੇ ਤੁਸੀਂ ਆਹ ਹਿੰਟ ਨਾ ਲੈਣਾ ਹੋਵੇ, ਆਹ ਤੁਸੀਂ ਕੰਮ ਨਾ ਕਰਨਾ ਹੋਵੇ, ਤਾਂ ਤੁਸੀਂ ਚੁੱਪ ਕਰਕੇ A ਦੀ ਐਫੀਸ਼ੀਐਂਸੀ 1 ਮੰਨ ਲਓ। ਤਾਂ A ਦੀ ਐਫੀਸ਼ੀਐਂਸੀ 1 ਮੰਨ ਲਈ, ਤਾਂ ਟੋਟਲ ਵਰਕ 12 ਆ ਗਿਆ, ਟੋਟਲ ਵਰਕ ਫਿਰ 12 ਆ ਗਿਆ। A ਦੀ ਐਫੀਸ਼ੀਐਂਸੀ 1 ਡੇਲੀ ਇੱਕ ਟੋਫੀ ਖਾਂਦਾ, ਤਾਂ 22/3 ਟੋਫੀਆਂ ਖਾ ਗਿਆ। ਤਾਂ B ਦੇ ਹਿੱਸੇ ਕਿੰਨੀਆਂ ਆਈਆਂ, ਟੋਟਲ 12 ਦੇ ਵਿੱਚੋਂ 22/3 ਮਾਈਨਸ ਕਰ ਦਿਓ, 14/3 ਰਹਿ ਗਈਆਂ। B 7 ਦਿਨਾਂ 'ਚ 14/3 ਟੋਫੀਆਂ ਖਾਂਦਾ, ਤਾਂ ਇੱਕ ਦਿਨ 'ਚ ਕਿੰਨੀਆਂ ਖਾਂਦਾ ਹੋਊਗਾ, 7 ਦਿਨਾਂ 'ਚ 14/3, ਤਾਂ ਇੱਕ ਦਿਨ 'ਚ 14/3 7 ਨਾਲ ਡਿਵਾਈਡ 2/3 ਟੋਫੀਆਂ ਡੇਲੀ ਖਾਂਦਾ, ਤਾਂ 12 ਟੋਫੀਆਂ ਕਿੰਨੇ ਦਿਨਾਂ 'ਚ, 12 ਡਿਵਾਈਡ ਬਾਈ 2/3। ਉੱਥੇ ਕੈਲਕੂਲੇਸ਼ਨ ਥੋੜੀ ਫਰੈਕਸ਼ਨ 'ਚ ਜਾਂਦੀ ਹੈ, ਇਸ ਕਰਕੇ 14 ਦੇ ਉੱਤੇ ਜਿਹੜਾ 1/3 ਐਕਸਟਰਾ ਆਇਆ ਸੀ 15ਵੇਂ ਦਿਨ ਦਾ, ਉਹਦੇ ਵਿੱਚ 1/3 ਤਾਂ ਹੀ ਆਇਆ ਹੋਊਗਾ ਨਾ ਵੀ ਭਾਈ 3 ਟੋਫੀਆਂ A ਖਾਂਦਾ, ਇੱਕ ਬਚੀ ਸੀ ਤਾਂ 1/3 ਦਿਨ ਲੱਗਿਆ। ਤਾਂ ਆਪਾਂ A ਦੀ ਐਫੀਸ਼ੀਐਂਸੀ 1 ਦੀ ਥਾਂ ਤੇ 3 ਮੰਨੀ, ਆਹ 36 ਮੰਨਿਆ, ਫਿਰ ਉਹ ਸਾਡਾ ਸਾਰਾ ਫਰੈਕਸ਼ਨ ਵਾਲਾ ਖਤਮ ਹੀ ਹੋ ਜਾਊਗਾ ਕੰਮ। ਆਹ 36 ਮੰਨਿਆ, ਆਹ ਫਿਰ 1 ਦੀ ਥਾਂ ਤੇ 3, ਆਹ ਮਲਟੀਪਲਾਈ ਕਰਕੇ 22, 36 ਚੋਂ 22 ਕੱਢੇ 14, ਫਿਰ ਆਹ 14/3 ਵਾਲਾ ਮਸਲਾ ਵੀ ਸਾਡਾ ਹੱਲ ਹੋ ਗਿਆ। ਫਿਰ ਆਹ ਕੁਝ ਵੀ ਨਹੀਂ ਕੈਲਕੂਲੇਸ਼ਨ ਹੈਗੀ ਸਾਡੀ ਫਰੈਕਸ਼ਨ ਵਾਲੀ, ਇਹ ਮਸਲਾ ਹੈਗਾ। ਇਹ ਸਮਝ ਆ ਗਿਆ ਦੱਸਿਓ ਯਾਰ, ਮੈਂ ਤੁਹਾਡੇ ਕਮੈਂਟਸ ਨਹੀਂ ਪੜ੍ਹੇ ਹੈਗੇ ਵੀ ਨਹੀਂ ਖੈਰ ਕਮੈਂਟਸ। ਆਹ ਸਮਝ ਆ ਗਿਆ ਕੁਐਸਚਨ? ਬੱਚੇ ਇਕੁਅਲੀ, ਇੱਕ ਬੱਚਾ ਪੁੱਛ ਰਿਹਾ ਇਕੁਅਲੀ 7-7 ਕਿਵੇਂ ਵੰਡਿਆ? ਯਾਰ ਜਿਹੜਾ 2 ਦਿਨ ਦਾ ਕੰਮ ਰਿਪੀਟ ਹੋ ਰਿਹਾ, 2 ਦਿਨ 'ਚ ਕਿਹਦਾ ਕਿੰਨਾ ਹੈ, ਇੱਕ A ਦਾ ਇੱਕ B ਦਾ। ਜੇ 4 ਦਿਨ ਦਾ ਦੇਖਣਾ 2 B ਦੇ 2 A ਦੇ, ਜੇ 6 ਦਿਨ 'ਚ ਦੇਖਣਾ 3 B ਦੇ 3 A ਦੇ, ਤਾਂ 14 ਦਿਨਾਂ 'ਚ 7 B ਦੇ 7 A ਦੇ ਹੋਣਗੇ, ਤਾਂ 14 1/3 ਚੋਂ 14 ਦਿਨ ਦਾ ਤਾਂ 7 ਦਿਨ ਹੋਣਗੇ ਇਹਨਾਂ ਦੇ। ਫਿਰ ਜਿਹੜਾ ਉੱਤੇ 1/3 ਹੈ ਉਹ 15ਵੇਂ ਦਿਨ ਦਾ ਹਿੱਸਾ, ਉਹ A ਦੇ ਪਾਸੇ ਹੋਊਗਾ, 15ਵੇਂ ਦਿਨ A ਨੇ ਕੰਮ ਕਰਨਾ ਸੀ, ਤਾਂ B ਦੇ ਤਾਂ 7 ਦਿਨ, A ਦੇ 7 1/3 ਦਿਨ। ਹਰਪ੍ਰੀਤ ਕੌਰ 36/2 ਬੱਚੇ, B ਦੀ ਐਫੀਸ਼ੀਐਂਸੀ 2 ਆ ਗਈ ਸੀ ਨਾ, 7 ਦਿਨਾਂ 'ਚ 14 ਟੋਫੀਆਂ ਬਚੀਆਂ B ਦੇ ਹਿੱਸੇ, ਤਾਂ ਡੇਲੀ 2 ਟੋਫੀਆਂ ਖਾਂਦਾ, ਇਹਦੀ ਐਫੀਸ਼ੀਐਂਸੀ 2 ਆ ਗਈ, ਤਾਂ 2 ਐਫੀਸ਼ੀਐਂਸੀ ਆ ਗਈ। 36 ਟੋਫੀਆਂ ਕਿੰਨੇ ਦਿਨਾਂ 'ਚ ਖਾਊਗਾ, 36/2, 18 ਆਂਸਰ ਆ ਜਾਊਗਾ, 36/2 ਕਰਕੇ 18 ਆਂਸਰ ਆ ਜਾਊਗਾ। ਉਹ ਸੈਕਿੰਡ ਮੈਥਡ ਉਹੀ ਸੀਗਾ ਵੀ ਆਹ ਕੱਢਣ ਦੀ ਲੋੜ ਨਹੀਂ, ਚੁੱਪ ਕਰਕੇ ਇੱਕ ਮੰਨ ਲਓ, ਪਰ ਉਹ ਥੋੜਾ ਲੈਂਥੀ ਲੱਗਿਆ। ਆਹੀ ਸੌਖਾ ਹੈਗਾ, ਇਹਦੇ ਵਿੱਚ ਕੈਲਕੂਲੇਸ਼ਨ ਵੀ ਕੰਪੈਰੇਟਿਵਲੀ ਬਹੁਤ ਆਸਾਨ ਹੈ। ਤੁਸੀਂ ਆਪਦਾ, ਮੈਂ ਲੈਕਚਰ ਇਹ ਅਪਲੋਡ ਕਰ ਦੂੰਗਾ ਹੋਰ ਅੱਧੇ ਘੰਟੇ ਦੇ ਵਿੱਚ YouTube ਤੇ, ਮਤਲਬ ਲਿੰਕ ਮਿਲ ਜੂਗਾ ਉਹਨੂੰ, ਤੁਸੀਂ ਇਹਦੇ ਤੇ ਕੁਐਸਚਨ ਥੋੜਾ ਜਿਹਾ ਧਿਆਨ ਨਾਲ ਦੁਬਾਰੇ ਦੇਖ ਲਿਓ, ਮਸਲਾ ਹੱਲ ਹੋ ਜਾਊਗਾ। B ਨੂੰ ਕਿਉਂ ਕੱਟਿਆ, ਕਿੱਥੇ ਕੱਟਿਆਗਾ? ਆ ਜਿਹੜਾ 7 ਤੋਂ 14, 7 ਦਿਨ B ਨੇ ਕੰਮ ਕੀਤਾ, B ਦੇ ਹਿੱਸੇ 14 ਟੋਫੀਆਂ ਆਈਆਂ, 36 ਚੋਂ 22 ਟੋਫੀਆਂ A ਦੇ ਹਿੱਸੇ ਆ ਗਈਆਂ, ਬਾਕੀ B ਨੇ ਖਾਧੀਆਂ ਹੋਣੀਆਂ। 7 ਦਿਨਾਂ 'ਚ 14 ਟੋਫੀਆਂ ਖਾਂਦਾ ਤਾਂ ਡੇਲੀ 2 ਖਾਂਦਾ ਹੋਊਗਾ, ਐਫੀਸ਼ੀਐਂਸੀ ਕੱਢੀ ਆ ਉਹਦੀ ਵੀ ਭਾਈ ਡੇਲੀ 2 ਟੋਫੀਆਂ ਖਾਂਦਾ, ਤਾਂ B ਦੀ ਐਫੀਸ਼ੀਐਂਸੀ 2 ਆ ਗਈ, ਤਾਂ ਇਸ ਹਿਸਾਬ ਨਾਲ 36 ਟੋਫੀਆਂ ਕਿੰਨੇ ਦਿਨਾਂ 'ਚ ਖਾਊ, 36/2। ਹਾਂਜੀ, ਇੰਨੀ ਕੁ ਗੱਲ ਸਮਝ ਲੱਗ ਗਈ ਜਿੰਨਾ ਕੁ ਅੱਜ ਦੀ ਕਲਾਸ 'ਚ ਆਪਾਂ ਟਾਈਮ ਐਂਡ ਵਰਕ ਪੜ੍ਹਿਆ। ਅਗਲੀ ਕਲਾਸ ਸਾਡੀ ਕੱਲ੍ਹ ਸਵੇਰੇ ਹੋਊਗੀ, ਅੱਜ ਰਾਤ ਨੂੰ ਕਲਾਸ ਨਹੀਂ ਹੈਗੀ। ਅੱਜ ਤੁਸੀਂ ਮਾੜਾ ਜਿਹਾ ਕਰਦੇ ਰਿਵਾਈਜ਼ ਕਰਦੇ ਜਾਇਓ, ਕੁਛ ਪ੍ਰੈਕਟਿਸ ਕਰ ਲਿਓ। ਮੈਂ ਰਾਤ ਤੁਹਾਨੂੰ ਆਹ ਸ਼ੀਟ ਭੇਜੀ ਸੀ, ਮੈਂ ਬਹੁਤ ਲੇਟ ਭੇਜੀ, ਅਤੇ ਰਕੇਸ਼ ਯਾਦਵ ਦੀ ਕਿਤਾਬ ਦੀ ਮੈਂ ਫਾਈਲ ਸਕੈਨ ਕਰਕੇ ਹੁਣ ਭੇਜੂੰਗਾ, ਮਤਲਬ ਮੈਂ ਰਾਤ ਬਹੁਤ ਲੇਟ ਹੋ ਗਿਆ, ਅਤੇ ਉਹ ਮੈਂ ਫਾਈਲ ਭੇਜ ਦਿੰਦਾ। ਉਹਦੇ ਵਿੱਚ ਥੋੜ੍ਹਾ ਜਿਹਾ ਗੋ ਥਰੂ ਹੋ ਜਾਓ, ਕਿਹੋ ਜਿਹੇ ਕੁਐਸਚਨ ਆਉਂਦੇ ਨੇ ਤੁਹਾਨੂੰ, ਜਿਹੜੇ ਅੱਜ ਕਰ ਲਏ, ਕਿਹੋ ਜਿਹੇ ਕੁਐਸਚਨ ਅੱਗੇ ਹਲੇ ਪੜ੍ਹਨੇ ਨੇ, ਜਿਹੜੇ ਕੁਐਸਚਨ ਆ ਸਾਹਮਣੇ ਪਏ ਨੇ, ਮੈਂ ਉਹੋ ਜਿਹਾ ਥੋੜ੍ਹਾ ਜਿਹਾ ਗੋ ਥਰੂ ਹੋ ਜਾਓ। ਅੱਜ ਰਾਤੀ ਕਲਾਸ ਨਹੀਂ ਹੈਗੀ, ਕੱਲ੍ਹ ਸਵੇਰੇ ਟਾਈਮ ਐਂਡ ਵਰਕ ਇੱਥੋਂ ਹੀ ਚੱਕ ਲਾਂਗੇ। ਹੋਪਫੁਲੀ ਕੱਲ੍ਹ ਸਵੇਰੇ ਖਤਮ ਨਹੀਂ ਹੋਊਗਾ, ਕੱਲ੍ਹ ਰਾਤ ਨੂੰ ਖਤਮ ਕਰਾਂਗੇ। ਤਾਂ ਕੱਲ੍ਹ ਸਾਰਾ ਦਿਨ ਸਵੇਰ ਵਾਲੀ ਅਤੇ ਰਾਤ ਵਾਲੀ ਕਲਾਸ ਦੇ ਵਿੱਚ
ਸਾਡਾ ਟਾਈਮ ਐਂਡ ਵਰਕ ਚੱਲੂਗਾ। ਜਿਵੇਂ ਹੀ ਟਾਈਮ ਐਂਡ ਵਰਕ ਖਤਮ ਹੋਇਆ ਸਾਡਾ ਪਾਈਪਸ ਐਂਡ ਸਿਸਟਮ ਆ ਜਾਊਗਾ। ਪਾਈਪਸ ਐਂਡ ਸਿਸਟਮ ਬਿਲਕੁਲ ਟਾਈਮ ਐਂਡ ਵਰਕ ਵਰਗਾ ਚੈਪਟਰ ਹੈ। ਫਿਰ ਅੱਗੇ ਜਾ ਕੇ ਆਪਾਂ ਆਪਣਾ ਕੀ ਕਹਿੰਦੇ ਆ ਚੇਨ ਰੂਲ ਕਰਾਂਗੇ। ਚੇਨ ਰੂਲ ਤੋਂ ਬਾਅਦ ਫਿਰ ਆਪਾਂ ਦੇਖਦੇ ਹਾਂ ਕਿਹੜਾ ਚੈਪਟਰ ਚੱਕਣਾ ਹੈਗਾ। ਠੀਕ ਹੈ, ਓਕੇ, ਥੈਂਕ ਯੂ।